सॉरी बाई जी, लाइव किसी रीजन करके जड़ा विच विचाले कटिया गया सी। हो सकता है गलती मेरे तो हो गई होवे, मैं कुछ होर करन लग्या सी ते हो सकता ये पिछों कोई नुक्स पै गया होवे। चढ़दी कला मैनू लगता है कि नोटिफिकेशन कोई आ नहीं रही, जे आ रही है तो भले हाँ जी 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 मैं दोबारा लाइव हो गया, पता नहीं लग्या एकदम बंद हो गया सी। ਇਹ ਜਦੋਂ ਵੀ ਕੋਈ ਲੋਕਾਂ ਦੇ ਹੱਕ ਦੀ ਗੱਲ ਕਰਨੀ ਹੁੰਦੀ ਹੈ, ਜਿਹੜੀ ਗਵਰਨਮੈਂਟ ਦੇ ਅਗੇਂਸਟ ਜਾਂਦੀ ਹੈ ਜਾਂ ਵੱਡੇ ਵੱਡੇ ਧਨਾਡਾਂ ਦੇ ਅਗੇਂਸਟ ਜਾਂਦੀ ਹੈ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਇਹ ਹੋ ਜਾਂਦੀਆਂ। ਚਲੋ ਐਨੀਵੇ ਤੁਸੀਂ ਜੁੜ ਜਾਓ ਨਾਲ ਤੇ ਆਪਾਂ ਥੋੜਾ ਬਹੁਤਾ ਇਹਨੂੰ ਸ਼ੇਅਰ ਕਰ ਲਈਏ ਤੇ ਬਾਅਦ ਦੇ ਵਿੱਚ ਆਪੇ ਦੇਖਦਾ ਰਹਿਣਾ, ਜਿਹਦੇ ਜਿਹੜਾ ਆਉਂਦਾ ਗਿਆ ਤੇ ਉਹਨੇ ਆਪਣੇ ਆਪ ਹੀ ਚੈੱਕ ਕਰ ਲੈਣਾ। ਪਰ ਤੁਸੀਂ ਥੋੜਾ ਜਿਹਾ ਜਿਹੜੇ ਪਹਿਲਾਂ ਜੁੜੇ ਹੋਏ ਸੀ ਉਹ ਪਲੀਜ਼ ਕਿਰਪਾ ਕਰਕੇ। ਜਸਵੰਤ ਸਿੰਘ ਬਰਾੜ ਜੀ ਕੀ ਹਾਲ ਚਾਲ ਨੇ? ਕਰਮਜੀਤ ਗਿੱਲ ਜੀ ਸਤਿ ਸ਼੍ਰੀ ਅਕਾਲ, ਉਪਿੰਦਰ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੇ ਕੋਸ਼ਿਸ਼ ਕਰੋ ਕਿ ਦੁਬਾਰਾ ਜੁੜ ਜਾਓ, ਆਪਾਂ ਦੇਖਦੇ ਹਾਂ ਫਿਰ ਕਿ ਕਿਹੜੇ ਭਾਅ ਵਿਕਦੀ ਹੈ ਅੱਜ। ਕੱਟ ਹੋ ਗਿਆ ਸੀ ਜੀ ਜੀ ਜੀ, ਹੁਣ ਤਾਂ ਠੀਕ ਚੱਲ ਰਿਹਾ। ਹਾਂਜੀ ਇਕਬਾਲ ਸਿੰਘ ਢਿੱਲੋਂ ਕੀ ਹਾਲ ਨੇ? ਠੀਕ ਹੋ? ਤੇ ਜੁੜ ਜਾਣ ਦਿਓ ਸਾਡੇ ਵੀਰਾਂ ਨੂੰ, ਕਿਉਂਕਿ ਫਿਰ ਮੈਂ ਬਾਰ-ਬਾਰ ਗੱਲ ਨਹੀਂ ਕਰਨੀ ਆਪਾਂ ਨੇ, ਤਾਂ ਫਿਰ ਇੱਕੋ ਵਾਰੀ ਕਰਕੇ ਨਾ ਚੱਲ ਜਾਣਾ। ਵੈਰੀ ਗੁੱਡ ਲਓ ਜੀ, ਐਕਸੀਲੈਂਟ। ਲਓ ਜੀ, ਜਸ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਿਮਰਨਜੀਤ ਸਿੰਘ ਸਤਿ ਸ਼੍ਰੀ ਅਕਾਲ। ਸਾਬੀ ਦੱਤਾ ਜੀ ਸਤਿ ਸ਼੍ਰੀ ਅਕਾਲ। ਕੁਲਦੀਪ ਸਿੰਘ ਪਟਿਆਲਾ ਤੋਂ ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਵਤਾਰ ਥੇਥੀ ਜੀ ਗੁੱਡ ਆਫਟਰਨੂਨ ਭਾਜੀ, ਗੁੱਡ ਆਫਟਰਨੂਨ ਜੀ, ਗੁੱਡ ਆਫਟਰਨੂਨ। ਕੀ ਹਾਲ ਨੇ? ਸਭ ਠੀਕ ਠਾਕ ਹੈ, ਚੜ੍ਹਦੀ ਕਲਾ। ਤੇ ਲਓ ਜੀ, ਮੈਂ ਸ਼ਾਰਟਕਟ ਕਰ ਦਵਾਂ ਫਿਰ ਅੱਜ ਦਾ, ਕਿਉਂਕਿ ਇਹਦਾ ਕੰਮ ਵਕਤ ਦਾ ਪਤਾ ਨਹੀਂ ਕਿ ਕਦੋਂ ਕੱਟ ਜਾਵੇ। ਪਰ ਜਿਹੜੇ ਜੁੜੇ ਹੋਏ ਆ, ਜਿਨ੍ਹਾਂ ਨੇ ਮੇਰੇ ਪਿਛਲੇ ਐਪੀਸੋਡ ਦੇਖੇ ਆ, ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਬਹੁਤ ਵੱਡੇ ਸਮਾਜ ਸੇਵੀ ਨੇ SP ਓਬਰਾਏ ਸਾਹਿਬ, ਜਿਨ੍ਹਾਂ ਨੇ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਨੇ, ਪਰ ਉਹਨਾਂ ਨੂੰ ਕੁਝ ਸਵਾਲ ਕੀਤੇ ਸੀ। ਕਿਉਂਕਿ ਇਹ ਸਵਾਲ ਜਿਹੜੇ ਹੈ ਉਹ ਪਬਲਿਕ ਫਿਗਰ ਹੋਣ ਕਰਕੇ, ਪਬਲਿਕ ਦੇ ਨਾਲ ਕੰਮ ਕਰਦੇ ਹੋਣ ਕਰਕੇ, ਸੋਸ਼ਲ ਮੀਡੀਆ ਤੇ ਐਕਟਿਵ ਹੋਣ ਕਰਕੇ, ਤਾਂ ਜਿਹੜੇ ਲੋਕ ਸਵਾਲ ਪੁੱਛਣ ਦਾ ਮਾਦਾ ਨਹੀਂ ਰੱਖਦੇ ਤਾਂ ਫਿਰ ਉਹ ਮੇਰੇ ਨਾਲ ਕੰਟੈਕਟ ਕਰ ਲੈਂਦੇ ਆ। ਮੇਰੇ ਆਪਣੇ ਸਵਾਲ ਕੋਈ ਨਹੀਂ ਹੁੰਦੇ, ਮੇਰਾ ਆਪਣਾ ਕੋਈ ਵੀ ਕੰਸਰਨ ਨਹੀਂ ਹੁੰਦਾ ਜਿਸ ਟੌਪਿਕ ਤੇ ਮੈਂ ਬੋਲਦਾ। ਜਾਂ ਤਾਂ ਉਹ ਗਵਰਨਮੈਂਟ ਦੇ ਮੁੱਦੇ ਹੁੰਦੇ ਆ, ਜਾਂ ਫਿਰ ਚੋਰੀ ਦੇ ਮੁੱਦੇ ਹੁੰਦੇ ਆ, ਜਾਂ ਫਿਰ ਜਾਲੀ NGO ਦੇ ਮੁੱਦੇ ਹੁੰਦੇ ਆ। ਜੋ ਵੀ ਪਬਲਿਕ ਨਾਲ ਕੰਸਰਨਡ ਹੁੰਦੇ ਨੇ ਉਹ ਲੋਕ ਮੈਨੂੰ ਫਿਰ ਭੇਜਦੇ ਨੇ ਸਾਰੀ ਚੀਜ਼ ਕਿ ਭਾਜੀ ਇਸ ਤੇ ਜ਼ਰੂਰ ਬੋਲੋ, ਇਹ ਬਹੁਤ ਮਾੜਾ ਕੰਮ ਹੋ ਰਿਹਾ। ਹੋ ਸਕਦਾ ਕਿ ਜਿਹੜੇ ਬੰਦੇ ਇਹ ਚੋਰੀ ਕਰਦੇ ਆ ਉਹਨਾਂ ਦੇ ਨਾਲ ਦੇ ਹੀ ਬੰਦੇ ਮੇਰੇ ਨਾਲ ਕਨੈਕਟਡ ਹੋਣ, ਤੇ ਹੋ ਸਕਦਾ ਆ ਉਹਨਾਂ ਚੀਜ਼ਾਂ ਤੋਂ ਜਿਹੜੀ ਚੋਰੀ ਹੋ ਰਹੀ ਹੈ ਉਹ ਤੋਂ ਇਫੈਕਟਡ ਲੋਕ ਹੋਣ, ਜਿਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ, ਤੇ ਉਹ ਸੋਚਦੇ ਆ ਕਿ ਮੇਜਰ ਸਿੰਘ ਸੰਧੂ ਵਧੀਆ ਤਰੀਕੇ ਨਾਲ ਇਹ ਗੱਲ ਹਾਈਲਾਈਟ ਕਰ ਸਕਦਾ, ਕਿਉਂਕਿ ਮੇਰੀ ਇਹ ਜੌਬ ਹੈ। ਸੋ ਮੈਨੂੰ ਪਬਲਿਕ ਦੇ ਹੱਕ ਦੇ ਵਿੱਚ, ਪਬਲਿਕ ਮੁੱਦਿਆਂ ਤੇ ਬੋਲਣਾ ਮੇਰਾ ਫਰਜ਼ ਹੈ, ਮੇਰੀ ਡਿਊਟੀ ਹੈ ਤੇ ਮੇਰੀ ਜ਼ਿੰਮੇਵਾਰੀ ਵੀ ਹੈ। ਇਸ ਕਰਕੇ ਮੈਂ ਬੋਲਦਾ। ਤੇ ਮੈਂ ਕੀ ਕੀਤਾ, ਮੈਂ ਇਹ ਮੁੱਦਾ ਚੱਕਿਆ ਤੇ ਮੈਂ SP ਓਬਰਾਏ ਸਾਹਿਬ ਨੂੰ ਕੁਝ ਸਵਾਲ ਪੁੱਛੇ। ਉਹਨਾਂ ਸਵਾਲਾਂ ਤੋਂ ਬਾਅਦ ਉਹਦੇ ਜਵਾਬ ਨਹੀਂ ਆਏ। ਮੈਂ ਫਿਰ ਦੂਜਾ ਐਪੀਸੋਡ ਕੀਤਾ, ਉਹਨਾਂ ਨੂੰ ਪੁੱਛਿਆ। ਕੁਝ ਦੁਬਈ ਦੇ ਸਵਾਲ ਸੀਗੇ, ਕੁਝ ਫੱਗਣ ਮਾਜਰਾ ਦੀ ਜ਼ਮੀਨ ਦੇ ਸਵਾਲ ਸੀਗੇ, ਤੇ ਦੂਜੇ ਤੀਜੇ ਐਪੀਸੋਡ ਦੇ ਵਿੱਚ ਮੈਂ ਫੱਗਣ ਮਾਜਰਾ ਜਿਹੜੇ ਪਿੰਡ ਦੀ ਗੱਲ ਕੀਤੀ ਸੀ ਕਿ ਉੱਥੇ ਬੜੇ ਜਾਲੀ ਤਰੀਕੇ ਦੇ ਨਾਲ ਇੰਨੀ ਕਰੋੜਾਂ ਅਰਬਾਂ ਦੀ ਜ਼ਮੀਨ ਜਿਹੜੀ ਆ ਉਹ ਹਥਿਆਈ ਗਈ ਹੈ ਸਰਬੱਤ ਦਾ ਭਲਾ ਟਰਸਟ ਦੇ ਕਰਕੇ। ਤਾਂ ਫਿਰ ਮੈਂ ਤੀਜੀ ਵਾਰੀ ਉਸ ਪਿੰਡ ਦਾ ਜਿਹੜਾ ਮੌਜੂਦਾ ਸਰਪੰਚ ਹੈ ਉਹਨੂੰ ਲਿਆ ਕੇ ਉਹਦੇ ਨਾਲ ਤੁਹਾਡੀ ਗੱਲਬਾਤ ਕਰਾਤੀ। ਹੁਣ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਜੇ ਸਹੀ ਨਹੀਂ ਹੈਗੀ ਤਾਂ ਫਿਰ ਤਾਂ ਬਿਲਕੁਲ ਮੇਰਾ ਬੋਲਣਾ ਜਾਇਜ਼ ਨਹੀਂ ਹੈਗਾ। ਮੈਂ ਐਵੇਂ ਕਿਸੇ ਦੇ ਮਗਰ ਜਿਹੜਾ ਆ ਉਹ ਕਰਾਂ ਮੈਂ ਸਾਰੀਆਂ ਗੱਲਾਂ ਬਾਤਾਂ, ਤਾਂ ਉਹ ਵਾਜਬ ਨਹੀਂ ਹੈਗੀਆਂ। ਸੋ ਮੈਂ ਉਹ ਗੱਲ ਕੀਤੀ ਤੇ ਉੱਥੇ ਸਰਪੰਚ ਸਾਹਿਬ ਆ ਗਏ। ਉਸ ਤੋਂ ਬਾਅਦ ਕੀ ਹੋਇਆ ਕਿ 2-4 ਓਬਰਾਏ ਸਾਹਿਬ ਦੇ ਚੇਲੇ ਤੇ ਚੇਲੀਆਂ ਨੇ। ਇੱਕ ਤਾਂ ਮੈਂ ਫਿਰ ਸਵਾਲ ਕੀਤੇ ਜਦੋਂ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ ਨੈਂਸੀ ਘੁੰਮਣ, ਜਿਹੜੇ ਪਟਿਆਲੇ ਰਹਿੰਦੇ ਨੇ। ਤੇ ਨੈਂਸੀ ਘੁੰਮਣ ਜੀ ਨੇ ਕੀ ਕੀਤਾ ਕਿ ਮੈਂ ਤਾਂ ਇੱਥੇ ਫੇਸਬੁੱਕ ਦੇ ਉੱਤੇ ਲਾਈਵ ਕਰਕੇ ਜੋ ਕੁਝ ਬੋਲਣਾ ਸੀ ਮੈਂ ਬੋਲ ਦਿੱਤਾ, ਤੇ ਇੱਥੋਂ ਕੱਟ ਕੇ ਕਈ ਜਿਹੜੇ ਛੋਟੇ ਛੋਟੇ ਚੈਨਲ ਚੱਲਦੇ ਆ ਜਾਂ ਵੱਡੇ ਚੱਲਦੇ ਆ
ਤੇ ਉਹ ਉਹਨਾਂ ਦੇ ਨਾਲ ਉਹਨਾਂ ਨੇ ਕੀ ਕੀਤਾ, ਡਾਊਨਲੋਡ ਕਰਕੇ ਵਿਚਾਰੇ ਆਪਣੇ ਪੇਜਾਂ ਤੇ ਪਾ ਲੈਂਦੇ ਆ, ਆਪਣੇ YouTube ਦੇ ਚੈਨਲ ਖੋਲ ਰੱਖੇ ਨੇ ਬਹੁਤ ਸਾਰੇ ਵੀਰਾਂ ਨੇ। ਹੁਣ ਬੇਰੁਜ਼ਗਾਰ ਨੇ, ਕਿਤੋਂ ਤਾਂ ਉਹਨਾਂ ਨੇ ਆਪਣਾ ਘਰ ਦਾ ਖਰਚਾ ਪਾਣੀ ਚਲਾਉਣ ਵਾਸਤੇ ਕੋਈ ਕੰਮ ਕਰਦੇ ਨੇ, ਇਹ ਵੀ ਕੰਮ ਹੀ ਹੈ ਕਿ ਡਿਜੀਟਲ ਅਗਲੇ ਨੇ ਚੈਨਲ ਖੋਲ ਲਿਆ, ਚੈਨਲ ਖੋਲ ਕੇ ਉਸ ਚੈਨਲ ਦੇ ਉੱਤੇ ਉਹਨਾਂ ਨੇ ਉਹ ਪਾ ਲਈ। ਮੇਰੇ ਤੇ ਕੋਈ ਜ਼ੋਰ ਨਹੀਂ ਚੱਲਿਆ, ਮੈਨੂੰ ਤਾਂ ਸਿੱਧੀ ਕੋਈ ਧਮਕੀ ਨਹੀਂ ਦੇ ਸਕਿਆ। ਤਾਂ ਉਹ ਜਿਹੜੇ ਬੱਚੇ ਨੇ ਉੱਥੇ ਲੋਕਲ ਰਹਿੰਦੇ ਨੇ ਜਿਨ੍ਹਾਂ ਨੇ ਆਪਣੇ ਪੇਜਾਂ ਤੇ ਪਾਇਆ, ਉਹਨਾਂ ਨੂੰ ਜੀ ਧਮਕੀਆਂ ਆਉਣੀਆਂ ਸ਼ੁਰੂ ਕਰ ਦਿੱਤੀਆਂ। ਤੇ ਧਮਕੀਆਂ ਵੀ ਇੰਨੀਆਂ ਜਿਹਦਾ ਕੋਈ ਬਿਲਕੁਲ ਹੈ ਹੀ ਨਹੀਂ। ਮਤਲਬ ਮੈਂ ਸ਼ੁਰੂ ਕਿੱਥੋਂ ਕਰਾਂ, ਮੈਂ ਤੁਹਾਨੂੰ ਆਡੀਓ ਪਲੇ ਕਰਦਾ, ਹੋ ਸਕਦਾ ਤੁਹਾਨੂੰ ਇਹ ਗੱਲ ਸਮਝ ਆ ਜਾਵੇ, ਹੈ ਨਾ। ਉਹ ਧਮਕੀਆਂ ਇਸ ਤਰ੍ਹਾਂ ਦੀਆਂ ਹੋਈਆਂ ਕਿ ਕੋਈ ADGP ਕ੍ਰਾਈਮ ਬਣ ਕੇ ਫੋਨ ਕਰਦਾ, ਕੋਈ ਕਹਿੰਦਾ ਕਿ ਮੈਂ ਥਾਣੇਦਾਰ ਹਾਂ, ਕੋਈ ਕਹਿੰਦਾ ਤੇ ਤੂੰ ਇਹ ਵੀਡੀਓ ਡਿਲੀਟ ਕਰ, ਨਹੀਂ ਤਾਂ ਸਵੇਰੇ ਪੇਸ਼ੀ ਹੋ ਜੂ ਤੇਰੀ, ਇਹ ਕਰ ਦਾਂਗੇ ਉਹ ਕਰ ਦਾਂਗੇ। ਯਾਰ 21ਵੀਂ ਸਦੀ ਹੈ, 21ਵੀਂ ਸਦੀ ਦੇ ਵਿੱਚ ਜਿਹੜਾ ਫੰਡਾਮੈਂਟਲ ਰਾਈਟ ਹੈ ਨਾ ਸਪੀਚ, ਫਰੀडम ਆਫ ਸਪੀਚ, ਹੈ ਨਾ, ਤੇ ਉਹਦਾ ਹਰੇਕ ਬੰਦੇ ਨੂੰ, ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ, ਉਹਨੂੰ ਆਪਣਾ ਰਾਈਟ ਹੈ, ਉਹ ਆਪਣਾ ਰਾਈਟ ਯੂਜ਼ ਕਰ ਰਿਹਾ। ਜੇ ਤੁਹਾਨੂੰ ਕੋਈ ਗੱਲ ਲੱਗਦੀ ਹੈ, ਸਪੋਜ਼ ਕਰੋ ਕਿ ਜਿਹੜੀ ਮੈਂ ਕਰ ਰਿਹਾ ਕਿ ਇਹ ਤੁਸੀਂ ਡੈਫਾਮੇਸ਼ਨ ਦਾ ਕੇਸ ਕਰੋ, ਜੇ ਤੁਸੀਂ ਜਵਾਬ ਨਹੀਂ ਦੇਣਾ ਸਾਡੀਆਂ ਗੱਲਾਂ ਦਾ ਤਾਂ ਤੁਸੀਂ ਡੈਫਾਮੇਸ਼ਨ ਦਾ ਕੇਸ ਕਰੋ, ਅਗਲੇ ਤੇ ਮਾਨਹਾਨੀ ਦਾ ਕੇਸ ਕਰੋ ਕਿ ਮੈਨੂੰ ਨੁਕਸਾਨ ਪਹੁੰਚਾਇਆ, ਇਹ ਗੱਲ ਝੂਠ ਸੀਗੀ। ਹੁਣ ਜੇ ਹਿੰਦੁਸਤਾਨ ਟਾਈਮਸ ਦੇ ਵਿੱਚ 2010 ਦੇ ਵਿੱਚ ਫਰੰਟ ਪੇਜ ਤੇ, ਏਡੀ ਵੱਡੇ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਇੱਕ SP ਉਬਰਾਏ ਸਾਹਿਬ ਦੇ ਸਰਬੱਤ ਦੇ ਭਲੇ ਦੀ ਖਬਰ ਲੱਗਦੀ ਹੈ, ਏਡੀ ਵੱਡੀ ਖਬਰ, 4 ਕਾਲਮ ਤੇ ਫਰੰਟ ਪੇਜ, ਤਾਂ ਇਹਦਾ ਮਤਲਬ ਹਿੰਦੁਸਤਾਨ ਟਾਈਮਸ ਜਿਹੜਾ ਅਖਬਾਰ ਆ ਉਹ ਐਵੇਂ ਤਾਂ ਅਖਬਾਰ ਨਹੀਂ ਹੈਗਾ। ਤਾਂ ਉੱਥੇ ਜਿਹੜੀ ਖਬਰ ਲੱਗੀ ਹੈ ਉਹ ਤੇ ਕੋਈ ਜਵਾਬ ਨਹੀਂ, ਉਹ ਤੇ ਕੋਈ ਗੱਲਬਾਤ ਨਹੀਂ, ਉਸ ਪੱਤਰਕਾਰ ਤੇ ਕੋਈ ਕੇਸ ਨਹੀਂ ਕਿ ਭਾਈ ਤੂੰ ਝੂਠ ਕਿਹਾ, ਤੂੰ ਸੱਚ ਕਿਹਾ ਜਾਂ ਝੂਠ ਕਿਹਾ, ਉਹਦੇ ਤੇ ਕੋਈ ਕੇਸ ਨਹੀਂ, ਉਹਨੂੰ ਕੁਝ ਨਹੀਂ ਕਿਹਾ ਗਿਆ। ਤੇ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਦਾਲ 'ਚ ਕਾਲਾ ਹੈਗਾ ਜਾਂ ਸਾਰੀ ਦਾਲ ਕਾਲੀ ਹੈ। ਤੇ ਫਿਰ ਮੈਂ ਤਾਂ ਇਹੀ ਸਵਾਲ ਪੁੱਛੇ ਸੀ ਕਿ ਤੁਸੀਂ ਕਿੰਨੇ ਸਾਲ ਦੁਬਈ ਦੇ ਵਿੱਚ ਹੋਟਲ ਰਨ ਕੀਤਾ, ਉਸ ਹੋਟਲ ਦੇ ਵਿੱਚ IAS IPS ਕਿੰਨੇ ਜੱਜ, ਹੈ ਨਾ, ਕਿੰਨੇ ਹੋਰ ਇੰਡੀਆ ਦੇ ਵੱਡੇ ਵੱਡੇ ਅਧਿਕਾਰੀ, ਖਾਸ ਕਰਕੇ ਪੰਜਾਬ ਦੇ ਅਧਿਕਾਰੀ, ਉਹ ਉੱਥੇ ਗਏ, ਉਹਨਾਂ ਨੇ ਫ੍ਰੀ 'ਚ ਐਸ਼ ਪ੍ਰਸਤੀ ਕੀਤੀ, ਤੁਸੀਂ ਕਰਾਈ। ਉਹਦੇ ਪਿੱਛੇ ਤੁਹਾਡਾ ਕੀ ਮੋਟਿਵ ਸੀ? ਤੁਸੀਂ ਕਿਉਂ ਕੀਤਾ? ਸਰਬੱਤ ਦਾ ਭਲਾ ਤਾਂ ਮੰਨਿਆ, ਜਿਹਦੇ ਘਰੇ ਰੋਟੀ ਨਹੀਂ ਪੱਕਦੀ ਆਪਣੀ NGO ਦੇ ਵਿੱਚ ਉਹਨੂੰ ਦਾਨ ਦੇਣਾ, ਜਿਹਦੇ ਮਕਾਨ ਨਹੀਂ ਹੈਗਾ ਉਹਨੂੰ ਮਕਾਨ ਬਣਾ ਕੇ ਦੇਣਾ, ਹੋਰ ਬਹੁਤ ਕੰਮ ਨੇ ਜਿਹੜੇ ਲੋੜਵੰਦਾਂ ਨੂੰ ਚਾਹੀਦੇ ਉਹ NGO ਕਰੇ। ਪਰ ਜਿਹੜਾ ਇੱਕ ਰੱਜਿਆ ਪੁੱਜਾ ਬੰਦਾ ਜਿਹਦੇ ਕੋਲੇ ਕਰੋੜਾਂ ਰੁਪਈਆ, ਉਹਨੂੰ ਫ੍ਰੀ ਦੇ ਵਿੱਚ ਜਹਾਜ਼ ਦੀ ਟਿਕਟ, ਫ੍ਰੀ ਦੇ ਵਿੱਚ ਉਹਨੂੰ ਹੋਟਲ ਦੇ ਵਿੱਚ ਖਾਣਾ ਪੀਣਾ, ਹੋਟਲ ਦੀ ਰੈਜ਼ੀਡੈਂਸ, ਘਰ ਤੋਂ ਚੱਕ ਕੇ ਦੁਬਈ ਦਾ ਟੂਰ ਲਵਾ ਕੇ ਐਸ਼ ਪ੍ਰਸਤੀ ਕਰਾ ਕੇ ਵਾਪਸ ਉਹਨੂੰ ਇੰਡੀਆ ਦੇ ਵਿੱਚ ਛੱਡਣਾ, ਇਹਦਾ ਮਤਲਬ। ਤੇ ਇਹਨਾਂ ਲੋਕਾਂ ਨੂੰ ਤਾਂ ਸੇਵਾ ਦੀ ਕੋਈ ਲੋੜ ਨਹੀਂ ਸੀ। ਇਹਨਾਂ ਲੋਕਾਂ ਦੀ ਜੇ ਸੇਵਾ ਕੀਤੀ ਗਈ ਤਾਂ ਬਦਲੇ ਦੇ ਵਿੱਚ ਕੁਝ ਕਰਾਇਆ ਗਿਆ ਹੋਣਾ। ਇਹ ਛੋਟੇ ਛੋਟੇ ਸਵਾਲ ਸੀਗੇ ਤੇ ਇਹਨਾਂ ਦੇ ਜਵਾਬ ਦੇਣੇ ਬਣਦੇ ਸੀ, ਪਰ ਜਵਾਬ ਨਹੀਂ ਦਿੱਤੇ। ਆਪਣੇ ਜਿਹੜੇ ਚੇਲੇ ਚਪਟੇ ਸੀਗੇ ਉਹਨਾਂ ਤੋਂ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ। ਤੇ ਉਹ ਮੈਂ ਇਸ ਐਪੀਸੋਡ ਦੇ ਵਿੱਚ ਮੈਂ ਜ਼ਰੂਰ ਤੁਹਾਨੂੰ ਦੱਸਣੀ ਚਾਹੂੰਗਾ ਕਿ ਇੱਕ ਉਹਨਾਂ ਦੇ ਵਿੱਚ ਲੇਡੀ ਸੀ ਅਰਬਨ ਸਟੇਟ ਦੀ, ਜਿਹੜੀ ਕਹਿੰਦੀ ਹੈ ਕਿ ਮੈਂ NGO ਚਲਾਉਂਦੀ ਹਾਂ। ਉਹ NGO ਹੈ ਰੇਨਬੋ। ਪਹਿਲੀ ਗੱਲ ਤਾਂ ਜੇ ਕੋਈ NGO ਰਜਿਸਟਰਡ ਕਰਾਉਣੀ ਹੋਵੇ ਤੇ ਉਹ ਬਹੁਤ ਦੂਰ ਦੂਰ ਤੱਕ ਜਾਣਾ ਪੈਂਦਾ, ਗਵਰਨਮੈਂਟ ਆਫ ਇੰਡੀਆ ਤੋਂ ਉਹਦੀ ਪਰਮਿਸ਼ਨ ਲੈਣੀ ਪੈਂਦੀ ਹੈ, ਫਿਰ ਉਹਦੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ, ਫਿਰ 7 ਉਹ ਬੰਦੇ ਜਿਹੜੇ ਉਹਦੇ 'ਚ ਡਾਇਰੈਕਟਰ ਹੋਣ ਉਹ ਚੁਣਨੇ ਪੈਂਦੇ ਆ, ਤੇ ਉਹਨਾਂ ਦੇ ਵਿੱਚ ਵੀ ਆਪਸ 'ਚ ਕਿਸੇ ਦੀ ਰਿਸ਼ਤੇਦਾਰੀ ਨਾ ਹੋਵੇ। ਫਿਰ ਜਦੋਂ ਰਜਿਸਟ੍ਰੇਸ਼ਨ ਹੁੰਦੀ ਹੈ ਉਹਦਾ ਇੱਕ ਸੰਵਿਧਾਨ ਹੁੰਦਾ, ਕਨਸਟੀਟਿਊਸ਼ਨ ਹੁੰਦੀ ਹੈ, ਉਸ ਕਨਸਟੀਟਿਊਸ਼ਨ 'ਚ ਲਿਖਿਆ ਜਾਂਦਾ ਹੈ ਕਿ 3 ਜਾਂ 4 ਸਾਲ ਬਾਅਦ ਫਿਰ ਅਸੀਂ ਰੀ-ਇਲੈਕਸ਼ਨ ਕਰਾਂਗੇ। ਤੇ ਇਹਦਾ ਸਾਰਾ ਜਿਹੜਾ ਟਰਾਂਸਪੇਰੈਂਟ ਹਿਸਾਬ ਕਿਤਾਬ ਹੈ ਪਿਛਲੇ 3-4 ਸਾਲਾਂ ਦਾ, ਉਹ ਆਪਾਂ ਆ ਜਿਹੜੀ ਸੁਸਾਇਟੀ ਹੈ, ਸੁਸਾਇਟੀਆਂ ਨੂੰ ਰਜਿਸਟਰਡ ਕਰਦੀ ਹੈ ਅਥਾਰਟੀ, ਉਹਨੂੰ ਹਿਸਾਬ ਕਿਤਾਬ ਦੇਵਾਂਗੇ ਉੱਥੇ। ਫਿਰ ਉਹ ਸਰਟੀਫਿਕੇਟ ਦਿੰਦੇ ਆ, ਸਰਟੀਫਿਕੇਟ ਲੈ ਕੇ ਫਿਰ ਤੁਸੀਂ NGO ਤੇ ਵਰਕ ਕਰ ਸਕਦੇ ਹੋ। ਫਿਰ 2-3 ਸਾਲ ਤੁਹਾਨੂੰ ਕੰਮ ਕਰਕੇ ਦਿਖਾਉਣਾ ਪੈਂਦਾ ਤੇ ਫਿਰ ਉਹ ਚੀਜ਼ ਨੈਸ਼ਨਲ ਇੰਟਰਨੈਸ਼ਨਲ ਬਣਦੀ ਹੈ, ਤੁਹਾਡਾ ਸਾਰਾ ਰਿਕਾਰਡ ਚੈੱਕ ਕਰਕੇ। ਮੈਂ ਸਿਰਫ ਨੈਂਸੀ ਘੁੰਮਣ ਨੂੰ ਇਹੀ ਪੁੱਛਿਆ ਸੀ ਕਿ ਤੁਸੀਂ ਉਬਰਾਏ ਸਾਹਿਬ ਦੇ ਸਰਬੱਤ ਦਾ ਜਿਹੜਾ ਭਲਾ ਟਰਸਟ ਹੈ, ਉਹ NGO ਹੈ, ਉਹ ਰਜਿਸਟਰਡ NGO ਹੈ, ਉਹਦੇ ਵਿੱਚੋਂ ਤੁਸੀਂ ਪੈਸੇ ਲੈਂਦੇ ਹੋ, 30,000 ਰੁਪਈਆ ਇੱਕ ਲੈਂਦੇ ਹੋ ਤੇ 10,000 ਰੁਪਈਆ ਇੱਕ ਲੈਂਦੇ ਹੋ। ਮੇਰੇ ਖਾਤੇ 'ਚੋਂ ਤਾਂ ਪੈਸੇ ਨਹੀਂ ਜਾਂਦੇ,
ਪਰ ਉਹ ਤੁਹਾਨੂੰ ਪੈਸੇ ਦਿੰਦੇ ਆ, ਉਹ ਕਾਹਦੇ ਵਾਸਤੇ ਦਿੰਦੇ ਆ? ਬਦਲੇ ਦੇ ਵਿੱਚ ਤੁਹਾਡੇ ਕੋਲੋਂ ਕੀ ਕੰਮ ਕਰਾਉਂਦੇ ਆ? ਤੁਸੀਂ ਕੀ ਕੰਮ ਕਰਦੇ ਹੋ? ਉਹਨਾਂ ਨੇ ਇਹ ਵੀਡੀਓ ਸੀ ਜਿਹੜੀ, ਇਹ ਚੈਨਲ ਤੋਂ ਇੰਡੀਆ ਦੇ ਕਿਸੇ ਮੁੰਡੇ ਨੇ ਚੜਾਤੀ ਕੱਟ ਕੇ। ਪਹਿਲੀ ਗੱਲ ਤਾਂ ਕੋਈ ਹੌਸਲਾ ਨਹੀਂ ਕਰਦਾ ਕਿ ਐਸੇ ਬੰਦਿਆਂ ਨੂੰ ਜੇ ਚੈਲੰਜ ਕਰੇ, ਕਿਉਂਕਿ ਇਹੋ ਜਿਹੀਆਂ ਜਿਹੜੀਆਂ ਤੁਰਨ ਫਿਰਨ ਵਾਲੀਆਂ ਜਨਾਨੀਆਂ ਹੁੰਦੀਆਂ ਉਹਨਾਂ ਦੇ ਲਿੰਕ ਹੁੰਦੇ ਨੇ ਪੁਲਿਸ ਵਾਲਿਆਂ ਨਾਲ, ਤੇ ਪੁਲਿਸ ਵਾਲੇ ਕੀ ਕਰਦੇ ਆ ਕਿ ਸ਼ਾਮ ਨੂੰ ਘੁੱਟ ਪੀ ਕੇ ਉਹ ਫਿਰ ਜਦੋਂ ਜਨਾਨੀ ਨੇ ਸ਼ਿਕਾਇਤ ਕੀਤੀ ਤਾਂ ਫਿਰ ਉਹ ਜਾਂਦੇ ਆ ਚੈਨਲ ਵਾਲੇ ਕੋ, ਓਏ ਤੂੰ ਛਿੱਤਰ ਖਾਣੇ ਆ ਕਿ ਤੂੰ ਲਾਉਣੀ ਹੈ? ਤਾਂ ਜੇ ਮਾੜਾ ਮੋਟਾ ਬੰਦਾ ਹੋਵੇ ਤਾਂ ਡਰ ਜਾਂਦਾ। ਤਾਂ ਉਹ ਫਿਰ ਮੈਂ ਤੁਹਾਨੂੰ ਹੁਣ ਉਹ ਸੁਣਾਉਣਾ ਆ ਕਿ ਉਹ ਪਹਿਲਾਂ ਤਾਂ ਬੜੇ ਪੋਲਾਈਟਲੀ ਨੈਂਸੀ ਘੁੰਮਣ ਨੇ ਉਸ ਮੁੰਡੇ ਕੋਲੋਂ ਵੀਡੀਓ ਲਹਾਉਣ ਵਾਸਤੇ ਗੱਲਬਾਤ ਕੀਤੀ, ਪਰ ਉਹ ਗੱਲਬਾਤ ਅੱਗੇ ਵਧਦੀ ਕਿੱਥੋਂ ਤੱਕ ਚਲੀ ਗਈ ਇਹ ਤੁਸੀਂ ਆਪ ਸੁਣੋ, ਤੇ ਉਸ ਤੋਂ ਬਾਅਦ ਫਿਰ ਮੈਂ ਅਗਲੀ ਵੀਡੀਓ ਜਿਹੜੀ ਹੈ ਉਹ ਵੀ ਤੁਹਾਨੂੰ ਸੁਣਾਉਂਗਾ। ਪਰ ਪਹਿਲਾਂ ਇਹ ਜ਼ਰੂਰ ਸੁਣੋ ਕਿ ਕਿੱਥੋਂ ਗੱਲ ਸ਼ੁਰੂ ਹੁੰਦੀ ਹੈ। ਉਹ ਮੁੰਡਾ ਜਿੱਤੇ ਚੈਨਲ ਤੋਂ ਇਹ ਵੀਡੀਓ ਲਹਾਉਣ ਨੂੰ ਕਰਦੇ ਆ। ਲਓ ਜੀ, ਪਲੇ ਕਰਦਾ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇੱਕ ਨਿਊਜ਼ ਲਗਾਈ ਹੋਈ ਹੈ ਡਾਕਟਰ ਬਰਾਇਜ ਜੀ ਦੀ, ਕਿਹਨਾਂ ਦੀ ਜੀ? ਡਾਕਟਰ ਐਸ ਸਿੰਘ ਬਰਾਇਜ ਜੀ ਦੀ ਤੁਹਾਡੇ ਪੇਜ ਤੇ। ਕਿਹੜੀ ਨਿਊਜ਼ ਜੀ? ਤੁਸੀਂ ਡੇ 1 ਲਗਾਈ ਹੋਈ ਹੈ ਆਪਣਾ ਕੀ ਕਹਿੰਦੇ ਨੇ, ਮੇਜਰ ਸੰਧੂ ਨੇ ਕੱਢੇ ਨਵੇਂ ਸੈਕਟਰ ਦੇਖੋ। ਓਕੇ ਫਾਈਨ, ਆਈ ਥਿੰਕ ਪਰਸੋਂ ਇਹ ਨਿਊਜ਼ ਰਿਲੀਜ਼ ਹੋਈ ਹੋਏਗੀ। ਹਾਂਜੀ ਹਾਂਜੀ, ਇਹ ਤੁਸੀਂ, ਮੈਂ ਨੈਂਸੀ ਘੁੰਮਣ ਬੋਲ ਰਹੀ ਹਾਂ ਜੀ। ਤੇ ਤੁਸੀਂ ਇਹਦੇ ਵਿੱਚ ਮੇਰਾ ਨਾਮ ਕਿਸ ਆਧਾਰ ਤੇ ਕਿਸ ਪ੍ਰੂਫ ਤੇ ਅਟੈਚ ਕੀਤਾ ਹੋਇਆ ਥੋੜਾ ਦੱਸੋਗੇ ਪਲੀਜ਼? ਮੈਮ ਤੁਸੀਂ ਵੀਡੀਓ ਦੇਖੋ ਪੂਰੀ, ਉਹਦੇ ਵਿੱਚ ਨਾਮ ਤੁਹਾਡਾ ਅਸੀਂ ਕਿਸੇ ਵੀ ਬਿਹਾਫ ਤੇ ਨਹੀਂ ਅਟੈਚ ਕੀਤਾ। ਉਸਦੇ ਵਿੱਚ ਦੇਖੋ ਮੇਰੀਆਂ, ਇੱਕ ਸੈਕਿੰਡ ਭਾਜੀ, ਤੁਸੀਂ ਦੇਖੋ ਇਹਦੇ ਵਿੱਚ ਮੇਰੀਆਂ ਫੋਟੋਆਂ ਅਟੈਚ ਕੀਤੀਆਂ ਹੋਈਆਂ ਨੇ ਨਾਲ, ਠੀਕ ਹੈ? ਤੇ ਆਪਣਾ ਮੇਰੇ ਵਰਗੇ ਹੀ ਕਿੰਨੀਆਂ ਲੇਡੀਜ਼ ਤੇ ਕਿੰਨੇ ਬੰਦੇ ਓਬਰਾਏ ਸਰ ਦੇ ਐਨਜੀਓ ਦੇ ਕਰਕੇ ਆਪਣਾ ਆਪਣੇ ਐਨਜੀਓ ਨੂੰ ਸਪੋਰਟ ਕਰਵਾ ਰਹੇ ਨੇ, ਹੈਲਪ ਕਰਵਾ ਰਹੇ ਨੇ, ਠੀਕ ਹੈ? ਤੁਸੀਂ ਵਿਦਆਊਟ ਐਨੀ ਕੰਸਰਨ, ਵਿਦਆਊਟ ਐਨੀ ਪ੍ਰੂਫ ਤੁਸੀਂ ਇਹ ਮੇਰੀਆਂ ਫੋਟੋਆਂ ਨਾਲ ਲਗਾਈਆਂ ਨੇ। ਪਹਿਲੀ ਗੱਲ ਤਾਂ ਇਹ ਬਹੁਤ ਵੱਡਾ ਕ੍ਰਾਈਮ ਹੈ। ਮੈਨੂੰ ਕਿਸੇ ਚੀਜ਼ ਦਾ ਕੰਸਰਨ ਨਹੀਂ ਹੈ, ਮੈਨੂੰ ਪਤਾ ਨਹੀਂ ਹੈ, ਮੈਨੂੰ ਇਸ ਗੱਲ ਦੀ ਨੌਲੇਜ ਨਹੀਂ ਜਿਹੜੀ ਉਹਦੇ ਜ਼ਮੀਨ ਜਮੂਨ ਦੀ ਕੋਈ ਗੱਲ ਚੱਲ ਰਹੀ ਹੈ। ਮੈਂ ਇੱਥੇ ਇਹ ਦੱਸਣਾ ਚਾਹੂੰਗਾ ਨੈਂਸੀ ਘੁੰਮਣ ਜੀ, ਪਹਿਲੀ ਗੱਲ ਤਾਂ ਤੁਸੀਂ ਕਹਿੰਦੇ ਹੋ ਐਨਜੀਓ ਚਲਾਉਂਦੇ ਆ। ਮੈਂ ਇੱਥੇ ਇਹ ਤੁਹਾਨੂੰ ਸਾਬਤ ਕਰ ਦਵਾਂ ਕਿ ਤੁਹਾਡੇ ਜਿਹੜੇ ਐਨਜੀਓ ਦੇ ਡਾਕੂਮੈਂਟ ਨੇ ਮੇਰੇ ਕੋਲ ਨੇ, ਤੁਹਾਡੀ ਕੋਈ ਐਨਜੀਓ ਨਹੀਂ, ਕੋਈ ਰਜਿਸਟਰਡ ਨਹੀਂ। ਇਸ ਤਰ੍ਹਾਂ ਡਾਕਾ ਭੋਲੇ ਭਾਲੇ ਲੋਕਾਂ ਤੇ, ਉਹਨਾਂ ਜਨਾਨੀਆਂ ਨੂੰ ਜਿਨ੍ਹਾਂ ਨੂੰ ਵਿਚਾਰੀਆਂ ਨੂੰ ਨੱਚਣ ਦਾ ਸ਼ੌਕ ਹੈ, ਜਿਨ੍ਹਾਂ ਨੂੰ ਤਿਆਰ ਹੋ ਕੇ ਸਟੇਜਾਂ ਤੇ ਆ ਕੇ ਮਿਸਿਸ ਵਰਲਡ ਬਣਨ ਦਾ ਸ਼ੌਕ ਹੈ, ਮਿਸਿਸ ਵਰਲਡ ਪੰਜਾਬਣ ਬਣਨ ਦਾ ਸ਼ੌਕ ਹੈ। ਤੇ ਜੇ ਐਨਜੀਓ ਚਲਾਉਣੀ ਹੁੰਦੀ ਹੈ ਤਾਂ ਪ੍ਰੋਪਰ ਚੈਨਲ ਦੇ ਥਰੂ ਚੱਲਦੀ ਹੈ। ਦੂਜੀ ਗੱਲ, ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਜ਼ਮੀਨ ਦਾ ਬਿਲਕੁਲ ਐਸਪੀ ਉਬਰਾਏ ਦੀ ਜਿਹੜੀ ਫੱਗਣ ਮਾਜਰੇ ਵਾਲੀ ਜ਼ਮੀਨ ਹੈ ਉਹਦਾ ਬਿਲਕੁਲ ਨਹੀਂ ਪਤਾ। ਤੁਸੀਂ ਇੰਨੇ ਸਾਲਾਂ ਤੋਂ ਉਹਨਾਂ ਦੇ ਨਾਲ ਜੁੜੇ ਹੋ, ਤੁਹਾਡਾ ਖਾਣਾ ਪੀਣਾ ਇਕੱਠਾ ਹੈ, ਤੁਹਾਡਾ ਦੁਬਈ ਜਾਣਾ ਇਕੱਠਾ ਹੈ, ਕਿੰਨੇ ਟ੍ਰਿਪ ਤੁਹਾਡੇ ਇਕੱਠਿਆਂ ਦੇ ਲੱਗੇ ਹੈ। ਤੁਸੀਂ ਹਰ ਪ੍ਰੋਗਰਾਮ ਦੇ ਵਿੱਚ ਉਬਰਾਏ ਸਾਹਿਬ ਨੂੰ ਆਪਣਾ ਚੀਫ ਗੈਸਟ ਰੱਖਦੇ ਹੋ, ਜਿੱਥੇ ਮਰਜ਼ੀ ਪ੍ਰੋਗਰਾਮ ਕਰਾਉਂਦੇ। ਇੰਨੀ ਤੁਹਾਡੀ ਨੇੜਤਾ ਹੈ ਤੇ ਤੁਹਾਨੂੰ ਇਹ ਬਿਲਕੁਲ ਇਸ ਗੱਲ ਤੋਂ ਤੁਸੀਂ ਕਿਉਂ ਮੁੱਕਰ ਰਹੇ ਹੋ? ਇਹ ਤੋਂ ਮੁੱਕਰਨਾ ਨਹੀਂ ਚਾਹੀਦਾ। ਅੱਗੇ ਸੁਣੋ ਜੀ, ਅੱਗੇ ਸੁਣੋ, ਅੱਗੇ ਕੀ ਹੈ। ਸਾਡੀ ਸੰਸਥਾ ਹੈ, ਸਾਡੇ ਕੋਲ ਕੋਈ ਜਗ੍ਹਾ ਹੀ ਨਹੀਂ ਗਈ, ਸਾਡੀ ਸੰਸਥਾ ਐਵੇਂ ਚੱਲ ਰਹੀ ਹੈ, ਮੇਰੇ ਕੋਲ ਕੋਈ ਆਪਣੀ ਪਲੇਸ ਨਹੀਂ। ਮੇਜਰ ਸੰਧੂ ਨੇ ਜਿਹੜੀ ਵੀਡੀਓ ਪਾਈ ਹੈ, ਐਡਵੋਕੇਟ ਮੇਜਰ ਸੰਧੂ ਨੇ, ਉਹ ਤੁਸੀਂ ਪੂਰੀ ਸੁਣੀ ਹੈ ਜੀ? ਨਹੀਂ, ਮੈਂ ਸੁਣੀ ਨਹੀਂ, ਬਟ ਮੈਨੂੰ ਮੇਰੇ ਫਰੈਂਡ ਸਰਕਲ ਦੇ ਵਿੱਚ, ਹਾਂਜੀ ਮੈਂ ਤੁਹਾਨੂੰ ਮੈਨੂੰ ਫੋਨ ਆ ਰਹੇ ਨੇ। ਬਿਲਕੁਲ ਮੈਂ ਉਹੀ ਤੁਹਾਡੇ ਅੱਗੇ ਬੇਨਤੀ ਕਰਾਂਗਾ, ਤੁਸੀਂ ਇੱਕ ਵਾਰ ਪਹਿਲਾਂ ਵੀਡੀਓ ਪੂਰੀ ਦੀ ਪੂਰੀ ਦੇਖੋ, ਠੀਕ ਹੈ ਜੀ? ਤੁਸੀਂ ਦੇਖੋ ਵੀਡੀਓ ਦੇ ਬਾਅਦ ਪਹਿਲਾਂ ਉਹਦੇ ਉੱਪਰ ਮੇਰੀਆਂ ਸਾਰੀਆਂ ਫੋਟੋਆਂ ਨਾਲ ਸ਼ੇਅਰ ਹੋ ਰਹੀਆਂ ਨੇ। ਮੈਨੂੰ ਇਹਦਾ ਗੱਲ ਨਹੀਂ ਸਮਝ ਆਈ, ਹਨਾ? ਤੁਹਾਡਾ ਪੇਜ ਹੈ ਭਾਜੀ, ਸਮਝ ਲਓ, ਤੁਹਾਡੇ ਵੀ ਘਰ ਸਿਸਟਰ ਹੋਣੇ ਕੋਈ, ਹਨਾ? ਤੁਹਾਡੇ ਮਦਰ ਨੇ, ਤੁਸੀਂ ਕਿਸੇ ਵੀ ਜਿਹਦੀ ਵੀ ਕੋਈ ਖਬਰ ਲਗਾ ਰਹੇ ਹੋ, ਐਟਲੀਸਟ ਉਹਦੇ ਬਾਰੇ ਤੁਹਾਨੂੰ ਨੌਲੇਜ ਹੋਣੀ, ਜਾਂ ਤੁਸੀਂ ਉਹ ਤੋਂ ਬਿਨਾਂ ਕਨਫਰਮ ਕੀਤੇ ਕੋਈ ਵੀ ਗੱਲ, ਹਨਾ? ਸਿੱਧਾ ਤੁਸੀਂ ਕਿਸੇ ਲੇਡੀ ਦੀ ਫੋਟੋ ਨਹੀਂ ਲਗਾ ਸਕਦੇ ਜਿਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਖਬਰ ਤਾਂ ਬਾਅਦ ਦੀ ਗੱਲ ਹੈ, ਮੇਰੇ ਨਾਲ ਫੋਟੋ। ਭੈਣ ਜੀ ਮੇਰੀ ਗੱਲ ਸੁਣੋ, ਇਨਫੋਰਮੇਸ਼ਨ ਦੀ ਗੱਲ ਉੱਥੇ ਆਉਂਦੀ ਹੈ ਜਿੱਥੇ ਅਸੀਂ ਡਾਇਰੈਕਟ ਐਲੀਗੇਸ਼ਨ ਕਿਸੇ ਤੇ ਲਗਾ ਰਹੇ ਹੋਈਏ। ਨਹੀਂ, ਮੇਰੀ ਫੋਟੋ ਲਗਾਈ ਹੋਈ ਹੈ ਬਰਾਏ ਸਰ ਨਾਲ, ਉੱਥੇ ਲਿਖਿਆ ਵੀ ਇਹਨਾਂ ਦੀ, ਹਾਂ ਪ੍ਰੋਪਰ, ਤੁਸੀਂ ਟਾਈਟਲ ਹੀ ਪੜੋ ਤੁਹਾਡੀ ਨਿਊਜ਼ ਦਾ। ਹਾਂਜੀ, ਕੀ ਰਿਸ਼ਤਾ ਹੈ, ਆਈ ਥਿੰਕ ਇਹੀ ਲਿਖਿਆ ਹੋਇਆ ਟਾਈਟਲ ਦੇ ਵਿੱਚ। ਹਾਂ ਦੇਖੋ ਤੁਸੀਂ, ਇਹਦਾ ਕੀ ਮਤਲਬ ਹੈ? ਹਾਂਜੀ, ਉਸ ਦੇ ਵਿੱਚ ਇਹ ਹੈ ਕਿ ਜੋ ਇਲਜ਼ਾਮ ਲੱਗ ਰਹੇ ਨੇ, ਐਲੀਗੇਸ਼ਨਸ ਲੱਗ ਰਹੇ ਨੇ, ਚਾਹੇ ਬਿਜ਼ਨਸ ਨੂੰ ਲੈ ਕੇ ਹੋਣ, ਠੀਕ ਹੈ ਜੀ, ਤੇ ਚਾਹੇ ਅਬਰੋਡ ਟ੍ਰਿਪਸ ਨੂੰ ਲੈ ਕੇ ਹੋਣ, ਉਹਦੇ ਮੈਂ ਤਾਂ ਹੀ ਕਿਹਾ ਤੁਸੀਂ ਇੱਕ ਵਾਰ ਵੀਡੀਓ ਸੁਣੋ ਪੂਰੀ ਪ੍ਰੋਪਰਲੀ, ਠੀਕ ਹੈ? ਨਹੀਂ ਭਾਜੀ, ਮੇਰਾ ਨਾਲ ਸਿੱਧਾ ਅਟੈਚ ਕਰ ਰਹੇ ਨੇ, ਹਨਾ?
ਦੁਨੀਆ ਓਬਰਾਏ ਸਰ ਨੂੰ 3650 ਲੋਕ ਬਹੁਤ ਰਿਚ ਜਾਣਦੇ ਨੇ, ਬਹੁਤ ਗਰੀਬ ਵੀ ਜਾਣਦੇ ਨੇ, ਸਾਰੀ ਦੁਨੀਆ ਜਾਣਦੀ ਹੈ। ਨੈਂਸੀ ਘੁੰਮਣ ਜੀ ਉਬਰਾਏ ਸਾਹਿਬ ਨੂੰ ਬਹੁਤ ਬੰਦੇ ਰਿਚ ਜਾਣਦੇ ਆ, 3600 ਬੰਦਾ ਜਾਣਦਾ ਹੈ, ਤੇ ਅਸੀਂ ਕੀ ਲੈਣਾ ਆ? ਸਾਡੇ ਘਰ ਦੇ ਦੀਵੇ ਬੱਤੀਆਂ ਦੇ ਬਿੱਲ ਜਿਹੜੇ ਆ ਉਹ ਅਸੀਂ ਭਰਦੇ ਆ, ਅਸੀਂ ਉਬਰਾਏ ਸਾਹਿਬ ਤੋਂ ਪੈਸੇ ਲੈ ਕੇ ਨਹੀਂ ਭਰਦੇ, ਤੁਸੀਂ ਭਰਦੇ ਹੋ। ਤੁਹਾਨੂੰ ਕੰਸਰਨ ਹੋਣਾ, ਤੁਹਾਡੇ ਉਹਨਾਂ ਦੀ ਰਿਚਨੈਸ ਜਾਂ ਉਹਨਾਂ ਦੀ ਅਮੀਰੀ ਜਿਹੜੀ ਹੈ ਉਹ ਤੁਹਾਡੇ ਵਾਸਤੇ ਮਾਇਨੇ ਰੱਖਦੀ ਹੋਣੀ ਹੈ, ਸਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਮੈਂ ਡਾਇਰੈਕਟ ਬੋਲ ਰਿਹਾ। ਜਿਹੜਾ ਤੁਸੀਂ ਕੇਸ ਕਰਨਾ ਹੈ ਨਾ, ਇਹਨਾਂ ਬੱਚਿਆਂ ਤੇ ਦਬਾ ਕੇ ਨਾ ਕਰੋ। ਬੋਲਿਆ ਜੋ ਮੈਂ ਬੋਲਿਆ, ਮੇਰੇ ਕੋਲੇ ਤੁਹਾਡੇ ਪ੍ਰੂਫ ਨੇ। ਮੇਰੇ ਕੋਲੇ ਕੀ ਹੈ, ਮੈਂ ਹੋਰ ਵੀ ਤੁਹਾਨੂੰ ਦੱਸਦਾ ਕਿ ਮੇਰੇ ਕੋਲੇ ਤੁਸੀਂ ਕਿੰਨੇ ਤੁਹਾਡੇ ਮੇਰੇ ਕੋਲੇ ਨਾ ਡਿਟੇਲ ਕਾਰਡ ਵੀ ਨੇ ਕਿ ਤੁਸੀਂ 10ਵੀਂ ਕਿੱਥੋਂ ਕੀਤੀ, ਤੁਸੀਂ BA ਕਿੱਥੋਂ ਕੀਤੀ, ਕਿਹੜੇ ਕਿਹੜੇ ਸਬਜੈਕਟ ਸੀ, ਕਿੰਨੇ ਕਿੰਨੇ ਤੁਹਾਡੇ ਕੋਲੇ ਨੰਬਰ ਆਏ ਨੇ, ਤੇ ਕਿਹੜੇ ਕਿਹੜੇ ਥਾਣਿਆਂ ਦੇ ਵਿੱਚ ਤੁਸੀਂ ਕੇਸ ਕੀਤੇ ਨੇ, ਕਿੰਨੇ ਤੁਹਾਡੇ ਡਾਈਵੋਰਸ ਹੋਏ ਨੇ, ਕਿੰਨੇ ਤੁਹਾਡੇ ਵਿਆਹ ਹੋਏ ਨੇ, ਪਹਿਲਾ ਕਦੋਂ ਹੋਇਆ ਸੀ, ਉਹ 'ਚ ਕਿੰਨੇ ਲੱਖ ਲੈ ਕੇ ਫੈਸਲਾ ਕੀਤਾ ਸੀ। ਮੇਰੇ ਕੋਲੇ ਸਾਰਾ ਕੁਝ ਆ। ਮੈਂ ਬਿਨਾਂ ਪ੍ਰੂਫਾਂ ਤੋਂ ਕੋਈ ਗੱਲ ਨਹੀਂ ਕਰ ਰਿਹਾ, ਤੁਹਾਡੀ ਪੂਰੀ ਹਿਸਟਰੀ ਮੇਰੇ ਕੋਲ ਹੈ। ਇਸ ਬੱਚੇ ਤੇ ਤੁਸੀਂ ਪ੍ਰੈਸ਼ਰ ਨਾ ਪਾਓ, ਕੇਸ ਕਰੋ ਜੇ ਕਰਨਾ ਹੈ ਤਾਂ ਮੇਜਰ ਸਿੰਘ ਸੰਧੂ ਤੇ। ਬੋਲ ਮੈਂ ਰਿਹਾ, ਉਹ ਤਾਂ ਕੱਟ ਕੇ ਵੀਡੀਓ ਨੂੰ ਚੜਾਉਣ ਵਾਲੇ ਨੇ, ਤੁਸੀਂ ਉਹਨਾਂ ਨੂੰ ਕਿਉਂ ਫੜ ਰਹੇ ਹੋ? ਅੱਗੇ ਪੂਰੀ ਸੁਣੋ ਜੀ, ਕੀ ਗੱਲਬਾਤ ਹੈ। ਅਸੀਂ ਉਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ, ਉਹਨਾਂ ਨੂੰ ਬਹੁਤ ਮੇਰੀ ਕਿਤੇ ਇੱਜ਼ਤ ਤੇ ਗੱਲ ਆਉਂਦੀ ਹੈ ਨਾ, ਕੋਈ ਤੁਹਾਡੇ ਪੇਜ ਤੇ ਤੁਸੀਂ ਇਹ ਦੇਖੋ ਕਿੱਥੇ ਅਪਲੋਡ, ਕੱਲ ਤੁਹਾਨੂੰ ਕਿਸੇ ਬਾਰੇ ਕੋਈ ਕੁਝ ਵੀ ਕਹੇਗਾ, ਤੁਸੀਂ ਸਿੱਧਾ ਨਹੀਂ ਅਪਲੋਡ ਕਰੋਗੇ। ਮਿਸਟਰ ਮੇਜਰ ਸੰਧੂ ਜੇ ਤੁਹਾਡੇ ਨੋਨ ਨੇ ਤਾਂ ਮੈਨੂੰ ਪਲੀਜ਼ ਉਹਨਾਂ ਦਾ ਨੰਬਰ ਤੁਸੀਂ ਦਿਓਗੇ? ਨਹੀਂ, ਮੇਜਰ ਸੰਧੂ ਦੇ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੁੰਦੀ ਹੈਗੀ, ਹੀ ਇਜ਼ ਨਾਟ ਨੋਨ ਟੂ ਮੀ। ਬਟ ਹਾਂ ਇੰਨਾ ਜ਼ਰੂਰ ਹੈ ਕਿ ਜਦੋਂ ਮੈਂ SP ਓਬਰਾਏ ਦੀਆਂ ਵੀਡੀਓਜ਼ ਪਹਿਲਾਂ ਪਾਈਆਂ ਸੀਗੀਆਂ ਇਨ ਫਸਟ ਟਾਈਮ, okay, I got so many threat calls from other people ki remove this video otherwise we are going to sue you. Even SP ਓਬਰਾਏ ਜੀ ਦੇ ਨਾਲ ਵੀ ਗੱਲ ਹੋਈ ਸੀ, because this is not my legal concern, ਠੀਕ ਹੈ। legal concern here is with ਭਾਜੀ ਤੁਸੀਂ ਆਪਣੇ ਉਹਦੇ ਉੱਪਰ ਹਨਾ, ਇੱਕ ਸੈਕਿੰਡ, ਮੇਜਰ ਸਿੰਘ ਦਾ ਨੰਬਰ ਨਹੀਂ ਹੈ ਮੇਰੇ ਕੋਲ, ਪਹਿਲੀ ਗੱਲ ਹਨਾ। ਮੈਡਮ ਫੇਸਬੁੱਕ ਮੈਂ ਤੁਹਾਨੂੰ ਸਿੰਪਲ ਵੇ ਦੱਸ ਦਿੰਦਾ, ਫੇਸਬੁੱਕ ਉੱਤੇ ਜਾਓ, ਠੀਕ ਹੈ ਜੀ। ਫੇਸਬੁੱਕ ਉੱਤੇ ਮੇਜਰ ਸਿੰਘ ਸੰਧੂ ਦਾ ਪੇਜ ਬਣਿਆ ਹੋਇਆ ਹੈ। ਮੈਂ ਉਹਨਾਂ ਦੀ ਸ਼ਕਲ ਹੀ ਨਹੀਂ ਕਦੀ ਦੇਖੀ, ਆ ਤਾਂ ਮੈਨੂੰ ਤੁਸੀਂ ਮੇਰੇ WhatsApp ਨੰਬਰ ਤੇ ਉਹਨਾਂ ਦਾ ਮੈਡਮ ਤੁਹਾਡੇ ਪੋਸਟਰ ਜਿਹੜਾ ਫਾਰਵਰਡ ਹੋ ਰਿਹਾ ਆ, ਉਸ ਦੇ ਉੱਤੇ ਹੀ ਸ਼ਕਲ ਲੱਗੀ ਹੋਈ ਹੈ, ਤੁਹਾਡੀਆਂ ਫੋਟੋਜ਼ ਥੋੜੀ ਨੇ, ਤੁਹਾਡੀ ਵੀ ਲੱਗੀ ਹੋਈ ਹੈ ਫੋਟੋ ਉਸ। ਦੇਖੋ ਨੈਂਸੀ ਘੁੰਮਣ ਜੀ, ਅੱਜ ਮੈਂ ਬੋਲ ਰਿਹਾ, ਮੇਰੀ ਸ਼ਕਲ ਵੀ ਆ ਰਹੀ ਹੈ ਵੀਡੀਓ ਦੇ ਵਿੱਚ, ਤੇ ਮੇਰੀ ਵੀਡੀਓ ਸ਼ਾਇਦ ਤੁਸੀਂ ਦੇਖ ਵੀ ਰਹੇ ਹੋਣੇ, ਨਹੀਂ ਦੇਖ ਰਹੇ ਤਾਂ ਤੁਹਾਡੇ ਕੋਲ ਫਾਰਵਰਡ ਕਰ ਦਿੱਤੀ ਜਾਊਗੀ। ਸ਼ਕਲ ਤੋਂ ਤੁਸੀਂ ਨਾ ਜ਼ਿਆਦਾ ਕੰਸਰਨ ਕਰੋ ਕਿ ਮੇਰੀ ਸ਼ਕਲ ਕਹੀ ਜੀ ਹੈ, ਪਰ ਜਿਹੜੀ ਵੀਡੀਓ ਤੁਸੀਂ ਸੁਣੀ ਹੈ, ਜਿਹੜੀ ਵੀਡੀਓ ਤੁਸੀਂ ਦੇਖੀ ਹੈ, ਉਹਦੇ ਵਿੱਚ ਮੈਂ ਸ਼ਕਲ ਤੋਂ ਬਿਨਾਂ ਤਾਂ ਕਦੇ ਆਇਆ ਨਹੀਂ, ਨਾ ਮੇਰੇ ਉੱਤੇ ਘੁੰਡ ਕੱਢਿਆ ਹੁੰਦਾ, ਨਾ ਮੇਰੀ ਚੁੰਨੀ ਲਈ ਹੁੰਦੀ ਹੈ, ਜਾਂ ਨਾ ਮੇਰੇ ਨਕਾਬ ਪਾਇਆ ਹੁੰਦਾ। ਤੇ ਜੇ ਨਹੀਂ ਪਹਿਲਾਂ ਦੇਖੀ ਸੀ, ਹੁਣ ਤੁਸੀਂ ਦੇਖ ਲਓ ਕਿ ਮੇਰੀ ਸ਼ਕਲ ਜਿਹੜੀ ਹੈ ਆਹੀ ਹੈ ਜਿਹੜਾ ਬੰਦਾ ਬੋਲ ਰਿਹਾ। ਨਾ ਵੀ ਮੇਰਾ ਓਰੀਜਨਲ ਹੈ, ਪਾਸਪੋਰਟ ਤੇ ਵੀ ਇਹੀ ਹੈ, ਜਿਹੜਾ ਬ੍ਰਿਟਿਸ਼ ਸਿਟੀਜ਼ਨ ਸਰਟੀਫਿਕੇਟ ਹੈ ਉਹਦੇ ਤੇ ਵੀ ਬਿਲਕੁਲ ਇਹੀ ਹੈ। ਪੋਸਟਰ ਤੇ ਮੇਜਰ ਸੰਧੂ ਦੀ ਵੀ ਲੱਗੀ ਹੋਈ ਹੈ ਤੇ ਨਾਲ SP ਓਬਰਾਏ ਦੀ ਵੀ ਲੱਗੀ ਹੋਈ ਹੈ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ, ਕਿਸੇ ਦਾ ਵੀ ਕੁਝ ਵੀ ਚੱਕ ਕੇ ਤੁਸੀਂ ਲਗਾ ਦਿੰਦੇ ਭਾਜੀ। ਨਹੀਂ ਜੀ, ਕਿਸੇ ਦਾ ਕੁਝ ਵੀ ਚੱਕ ਕੇ ਨਹੀਂ ਲਗਾ ਦਿੰਦੇ। ਦੇਖੋ ਮੈਡਮ, ਐਲੀਗੇਸ਼ਨਸ ਹੁਣ ਉਹਨਾਂ ਨੂੰ ਇਹ ਗੱਲ ਪ੍ਰੂਵ ਵੀ ਕਰਨੀ ਪਏਗੀ। ਕੱਲ ਮੇਰੀ ਜੀ ਇੱਜ਼ਤ ਤੇ ਕੋਈ ਗੱਲ ਆਉਂਦੀ ਹੈ, ਮੇਰੀ ਆਪਣਾ ਰਿਸਪੈਕਟ ਤੇ ਕੋਈ ਗੱਲ ਆਉਂਦੀ ਹੈ, ਹਨਾ। ਬਿਲਕੁਲ ਮੈਡਮ, ਉਹ ਸਿੱਧਾ ਤਾਂ ਮੈਨੂੰ ਪਤਾ ਨਹੀਂ ਕੀ ਸੀਨ ਹੈ। ਦੇਖੋ ਮੈਂ ਇਹੀ ਕਹਿ ਰਿਹਾ ਹਾਂ, ਲੀਗਲੀ ਤੁਸੀਂ ਜਿਹਨੂੰ ਵੀ ਸੂ ਕਰਨਾ ਹੈ, go ahead with the legal proceedings because he is the person who are take a point out you and SP ਓਬਰਾਏ, we are the people। ਤੁਸੀਂ ਦੇਖੋ ਸਿੱਖਾਂ ਦਾ ਇੱਕ ਧਾਰਮਿਕ ਤੁਸੀਂ ਚੈਨਲ ਚਲਾ ਰਹੇ ਹੋ, ਤੁਸੀਂ ਫੋਨ ਚੱਕਣ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਰ ਰਹੇ ਹੋ, ਇਟ ਮੀਨਸ ਯੂ ਆਰ ਅ ਰਿਲੀਜੀਅਸ ਪਰਸਨ। ਉਸ ਤੋਂ ਬਾਅਦ ਜੇ ਮੈਂ ਧਰਮ ਦੀ ਵੀ ਗੱਲ ਕਰਦੀ ਹਾਂ ਤਾਂ ਤੁਸੀਂ ਜਿਹਦੀ ਖਬਰ ਲਗਾ ਰਹੇ ਹੋ, ਹਨਾ, ਮੈਨੂੰ ਨਹੀਂ ਪਤਾ ਤੁਹਾਡੀ ਚੀਜ਼ ਦੀ ਏਜ ਹੈਗੀ ਹੈ, ਤੁਸੀਂ ਬੇਟੇ ਉਹਨਾਂ ਦੀ ਖਬਰ ਲਗਾ ਰਹੇ ਹੋ, ਜੇ ਐਟਲੀਸਟ ਤੁਸੀਂ ਉਹਨਾਂ ਨੂੰ ਕੰਸਰਨ ਕਰੋਗੇ। ਜੇ ਕਿਸੇ ਤੁਸੀਂ ਲੇਡੀ ਦੀ ਪਿਕਚਰ ਪਾ ਰਹੀ ਹੋ ਵਿਦਆਊਟ ਐਨੀ ਪ੍ਰੂਫ, ਤੁਹਾਡਾ ਏਜ ਹੈ, ਪਹਿਲੀ ਗੱਲ ਤੁਸੀਂ ਇੱਕ ਵਾਰ ਵੀਡੀਓ ਦੇਖੋ, ਉਸ ਦੇ ਵਿੱਚ ਕੋਈ ਵੀ ਐਸਾ ਪੁਆਇੰਟ ਨਹੀਂ ਹੈ ਕਿ ਜਿੱਥੇ ਗੱਲ ਤੁਹਾਡੀ ਇੱਜ਼ਤ ਤੇ ਆਂਦੀ ਹੋਵੇ। ਨਹੀਂ, ਇੱਜ਼ਤ ਤੇ ਨਹੀਂ ਮੇਰੀ, ਤੁਸੀਂ ਫੋਟੋ ਦੇ ਨਾਲ ਲਾਈ ਇਹਨਾਂ ਦੇ ਨਾਲ ਕੀ ਸੰਪਰਕ ਹੈ? ਮੇਰੀ ਫੋਟੋ ਦੋ ਦੇ ਨਾਲ ਫੋਟੋਜ਼ ਤਾਂ ਤੁਹਾਡੀਆਂ ਟੈਗ ਹੋਈਆਂ ਨੇ ਬਿਕਾਜ਼ ਜਿੰਨੇ ਵੀ ਹੁਣ ਤੱਕ ਸ਼ੋਜ਼ ਹੋਏ ਨੇ ਜਾਂ ਕੁਝ ਵੀ ਜੋ ਐਲੀਗੇਸ਼ਨਸ ਲੱਗੇ ਨੇ, ਮੇਰੀ ਗੱਲ ਸੁਣੋ, ਮੇਰਾ ਇੱਕ ਪਰਸਨਲ ਉਹ ਹੈਗਾ, ਠੀਕ ਹੈ,
ਬਾਕੀ ਕੀ ਕਹਿੰਦੇ ਨੇ ਮੈਨੂੰ ਕਿੰਨੇ ਸਾਲ ਹੋ ਗਏ, ਮੈਂ ਕੋਈ ਅੱਜ ਦੀ ਨਹੀਂ ਹੈਗੀ ਇਹ ਜੋ ਮੈਂ ਕੰਮ ਕਰ ਰਹੀ ਹਾਂ, ਮੈਂ ਕੋਈ ਅੱਜ ਦੀ ਨਹੀਂ ਕਰ ਰਹੀ ਹੈਗੀ, ਠੀਕ ਹੈ। ਤੇ ਉਹ ਬਰਾਏ ਜਦੋਂ ਮੈਨੂੰ ਜਾਣਦੇ ਨੇ। ਮੈਂ ਤਾਂ ਇੱਕ ਦੋ ਚੀਜ਼ਾਂ ਪੁੱਛਦਾ ਜੋ ਚੀਜ਼ਾਂ ਮੈਨੂੰ ਵੀਡੀਓ ਦੇ ਵਿੱਚ ਧਿਆਨ ਦੇ ਆ ਰਹੀਆਂ, ਕਿਉਂਕਿ ਮੈਂ ਵੀਡੀਓ ਵੀ ਪ੍ਰੋਪਰਲੀ ਸਾਰੀ ਵਾਚ ਨਹੀਂ ਕੀਤੀ। ਤੁਸੀਂ ਯੂਕੇ ਆਏ ਸੀ, ਹਾਂਜੀ ਯੂਕੇ ਤੁਸੀਂ ਜਦੋਂ ਵਿਜ਼ਿਟ ਕੀਤਾ ਹੈ ਲਾਸਟ ਟਾਈਮ, ਜਦੋਂ ਵੀ ਉੱਥੇ ਹਾਂਜੀ ਹਾਂਜੀ। ਦੇਖੋ ਜੀ, ਹੁਣ ਇੱਥੇ ਇੱਕ ਸੋਚਣ ਵਾਲੀ ਗੱਲ ਹੈ। ਉਹ ਮੁੰਡੇ ਨੇ ਪੁੱਛਿਆ ਕਿ ਤੁਸੀਂ ਯੂਕੇ ਆਏ ਸੀ ਕੁਝ ਕਰਨ ਵਾਸਤੇ, ਉਹ ਕਹਿੰਦੀ ਹਾਂਜੀ ਮੈਂ ਮਿਸਿਸ ਵਰਲਡ ਪੰਜਾਬਣ ਕਰਾਉਣ ਵਾਸਤੇ ਆਈ ਸੀ, ਠੀਕ ਹੈ ਜੀ। ਹੁਣ ਸਟੇਟਮੈਂਟ ਜਦੋਂ ਦੂਜਾ ਸਵਾਲ ਪੁੱਛਦਾ ਤਾਂ ਸਟੇਟਮੈਂਟ ਉਸੇ ਵੇਲੇ, ਮਤਲਬ ਕਿੱਡੀਆਂ ਹੁਸ਼ਿਆਰ ਗੱਲਾਂ ਨੇ, ਹੁਸ਼ਿਆਰੀ ਵਾਲੀਆਂ ਗੱਲਾਂ ਨੇ, ਪਰ ਇਹ ਉਹਨੂੰ ਪਤਾ ਨਹੀਂ ਕਿ ਇਹ ਅਸੀਂ ਅੱਗੇ ਹੋਰ ਖੋਜੀਆਂ। ਤੁਸੀਂ ਵਿਜ਼ਿਟਰ ਤੇ ਗਏ ਹੋ ਤੇ ਇਹ ਲੀਗਲ ਤੁਹਾਡੇ ਕੋਲ ਪ੍ਰੋਸੀਡਿੰਗ ਸੀਗੀਆਂ ਕਿ ਉੱਥੇ ਜਾ ਕੇ ਤੁਸੀਂ ਕਮਰਸ਼ੀਅਲੀ ਕੋਈ ਕੰਮ ਕਰ ਸਕਦੇ ਹੋ? ਨਹੀਂ, ਕੰਮ ਕਰ ਸਕਦੇ ਨੇ, ਮੈਂ ਤਾਂ ਉੱਥੇ ਮੀਟਿੰਗ ਕਰਨ ਗਈ ਸੀ, ਕੰਮ ਤਾਂ ਉੱਥੇ ਮੇਰਾ ਹੋਇਆ ਹੀ ਨਹੀਂ। ਦੇਖੋ ਸਟੇਟਮੈਂਟ ਕਿੱਦਾਂ ਚੇਂਜ ਹੁੰਦੀ ਹੈ। ਮੁੰਡਾ ਪੁੱਛਦਾ ਕਿ ਤੁਸੀਂ ਵਿਜ਼ਟਰ ਵੀਜ਼ੇ ਤੇ ਗਏ, ਮਿਸ ਵਰਲਡ ਪੰਜਾਬਣ, ਮਿਸਿਸ ਵਰਲਡ ਪੰਜਾਬਣ ਕਰਾਉਣ ਵਾਸਤੇ ਗਏ, ਕਿ ਤੁਹਾਡੇ ਕੋਲੇ ਪਰਮਿਸ਼ਨ ਹੈਗੀ ਸੀ? ਕਹਿੰਦੀ ਨਹੀਂ, ਮੈਂ ਤਾਂ ਕੰਮ ਕਰਨ ਗਈ ਨਹੀਂ, ਮੇਰੇ ਕੋਲੇ ਤਾਂ ਕੰਮ ਕਰਨ ਮੈਂ ਗਈ ਨਹੀਂ ਕਿਤੇ ਬਿਲਕੁਲ ਵੀ, ਮੈਂ ਤਾਂ ਉੱਥੇ ਮੀਟਿੰਗ ਕਰਨ ਗਈ ਸੀ। ਤੁਸੀਂ ਦੇਖੋ ਕਿ ਜਦੋਂ ਬਿਜ਼ਨਸ ਮੀਟਿੰਗ ਕਰਨ ਜਾਣੀ ਹੁੰਦਾ ਨਾ ਕਿਤੇ, ਤੇ ਬਿਜ਼ਨਸ ਮੀਟਿੰਗ ਕਰਨੀ ਹੁੰਦੀ ਹੈ, ਉਹਦੇ ਵਾਸਤੇ ਵੀ ਬਿਜ਼ਨਸ ਵੀਜ਼ਾ ਅਪਲਾਈ ਕਰਨਾ ਪੈਂਦਾ। ਅੱਗੇ ਜਾ ਕੇ ਦੇਖੋ ਫਿਰ ਕੀ ਕਹਿੰਦੀ ਹੈ। ਮੈਂ ਉੱਥੇ ਇੱਕ ਮੀਟਿੰਗ ਕਰਨ ਗਈ ਆ, ਕੇ ਚੈਨਲ ਟੀਵੀ ਵਾਲਿਆਂ ਦੀਆਂ ਮੇਰੇ ਕੋਲ ਮੇਲਸ ਪਈਆਂ ਨੇ, ਉਹਨਾਂ ਨੇ ਹੀ ਮੈਨੂੰ ਸਪਾਂਸਰਸ਼ਿਪ ਭੇਜੀ ਹੈ। ਕੋਈ ਮੂੰਹ ਚੱਕ ਕੇ ਥੋੜੀ ਚਲਾ ਜਾਂਦਾ ਹੈ। ਚੈਨਲ ਪੰਜਾਬ ਵੀ ਆਈ ਥਿੰਕ ਧਾਰਮਿਕ ਚੈਨਲ ਹੈ, ਬਰਮਿੰਗਮ ਦੇ ਵਿੱਚ ਕਾਫੀ ਫੇਮਸ ਹੈ, ਇਹ ਵੀ ਧਾਰਮਿਕ ਚੈਨਲ ਹੀ ਹੈ। ਉਹਨਾਂ ਨੇ ਇੱਕ ਅਸੀਂ ਮੈਂ ਮੀਟਿੰਗ ਕਰਨ ਵਾਸਤੇ ਗਈ ਸੀ। ਅਦਰ ਥਿੰਗ ਵਨ ਮੋਰ ਐਕਸਪਲੇਨੇਸ਼ਨ ਆਈ ਨੀਡ ਫਰਮ ਯੂ ਕਿ ਸਰਬੱਤ ਦਾ ਭਲਾ ਜਿਹੜਾ ਟਰਸਟ ਹੈ ਉਹਦੇ ਵਿੱਚੋਂ ਤੁਹਾਡੇ ਅਕਾਊਂਟ ਦੇ ਵਿੱਚ 30,000 ਟ੍ਰਾਂਸਫਰ ਹੁੰਦਾ ਹੈ। ਤੁਹਾਡੇ ਕੋਲ ਕੀ ਪ੍ਰੂਫ ਹੈ? ਮੇਰੇ ਕੋਲ ਤਾਂ ਬੈਲੈਂਸ ਸ਼ੀਟ ਹੈ। ਸਿੱਧੀ ਗੱਲ ਦੇਖੋ ਨਹੀਂ ਕਰ ਰਹੀ ਉਹ। ਬੰਦਾ ਸਵਾਲ ਪੁੱਛ ਰਿਹਾ, ਫੋਨ ਕਰ ਰਿਹਾ, ਤੂੰ ਕਹਿ ਦੇ ਕਿ ਮੇਰੇ ਕੋਲੇ ਆਉਂਦੇ ਆ ਜਾਂ ਨਹੀਂ ਆਉਂਦੇ। ਨਹੀਂ ਜੀ, ਤੁਹਾਡੇ ਕੋਲ ਕੀ ਪ੍ਰੂਫ ਹੈ? ਮੇਰੇ ਕੋਲ ਸਟੇਟਮੈਂਟ ਹੈ। ਜਦੋਂ ਪ੍ਰੂਫ ਦੀ ਹੁੰਦੀ ਹੈ ਨਾ, ਤਾਂ ਜਿਹੜਾ ਬੰਦਾ ਤੁਹਾਡਾ ਬਰਥ ਸਰਟੀਫਿਕੇਟ ਕਢਾ ਸਕਦਾ, ਜਿਹੜਾ ਬੰਦਾ ਤੁਹਾਡੇ 3 ਡਾਈਵੋਰਸ ਕੇਸ ਕਢਾ ਸਕਦਾ ਹੈ, ਜਿਹੜਾ ਬੰਦਾ ਤੁਸੀਂ ਕਿੰਨੇ ਪੈਸੇ ਲੈ ਕੇ ਫੈਸਲਾ ਕੀਤਾ, ਕਿਹੜੀਆਂ ਗਵਾਹੀਆਂ ਪਈਆਂ, ਕਿਹੜੇ ਥਾਣੇ 'ਚ ਤੁਹਾਡੇ ਕੇਸ ਸੀਗੇ ਆਪਣੇ ਹਸਬੈਂਡਾਂ ਤੇ ਕੀਤੇ ਹੋਏ, ਤੇ ਉਹ ਕਢਾ ਸਕਦਾ, ਤਾਂ ਉਹ ਤੁਹਾਡੀ ਸਟੇਟਮੈਂਟ ਕਿਉਂ ਨਹੀਂ ਕਢਾ ਸਕਦਾ? ਜੇ ਲੋੜ ਪਈ ਤਾਂ ਨੈਂਸੀ ਘੁੰਮਣ ਜੀ ਫਿਕਰ ਨਾ ਕਰੋ, ਤੁਹਾਡੀ ਸਟੇਟਮੈਂਟ ਕਢਾ ਕੇ ਤੁਹਾਡੇ ਸਾਹਮਣੇ ਰੱਖ ਦਾਂਗੇ ਕਿ 30,000 ਆਉਂਦਾ ਕਿ 10,000 ਆਉਂਦਾ। ਹੁਣ ਤੁਸੀਂ ਮੁੱਕਰ ਗਏ ਕਿ ਕੁਝ ਨਹੀਂ ਹੈ, ਅੱਗੇ ਥੋੜੀ ਜਿਹੀ ਅੱਗੇ ਜਾ ਕੇ ਇਹ ਫਿਰ ਕਹਿਣਗੇ ਕਿ ਨਹੀਂ ਜੀ 10,000 ਹੀ ਆਉਂਦਾ। ਮਤਲਬ ਦੇਖੋ ਮੈਂ ਤਾਂ ਸਾਬਿਤ ਕਰ ਦਾਂਗੀ, ਕਿਉਂਕਿ ਮੇਰੀ ਐਨਜੀਓ ਨੂੰ ਕਿੰਨੇ ਸਾਲ ਹੋ ਗਏ ਨੇ, ਮੈਂ ਤਾਂ ਇਹ ਗੱਲ ਸਾਬਿਤ ਕਰ ਦਾਂਗੀ। ਪਰ ਜਿਹੜੇ ਪੇਜ ਤੇ ਅਪਲੋਡ ਹੋਈ ਹੈ ਤੇ ਉਹ ਹੋਈ ਹੈ, ਤੇ ਫਿਰ ਉਹਨਾਂ ਨੂੰ ਮੈਨੂੰ ਆਪਣਾ ਜੋ ਮੇਰੀ ਡਿਸਰਿਸਪੈਕਟ ਹੋ ਰਹੀ ਹੈ ਜਾਂ ਮੇਰੇ ਤੇ ਹਨਾ ਡਿਸਰਿਸਪੈਕਟ ਦੀ ਤਾਂ ਗੱਲ ਨਹੀਂ, ਡਿਸਰਿਸਪੈਕਟ ਕਿਤੇ ਨਹੀਂ ਹੋ ਰਹੀ। ਇਹ ਤਾਂ ਪਹਿਲੀ ਗੱਲ ਹੈ ਮੇਰੀ ਐਨਜੀਓ ਇੰਨੇ ਵੱਡੇ ਲੈਵਲ ਤੇ, ਬਹੁਤ ਵੱਡੇ ਲੈਵਲ ਤੇ ਮੇਰੀ ਐਨਜੀਓ ਨੂੰ ਕੋਈ ਸਪੋਰਟ ਨਹੀਂ ਹੋ ਰਹੀ ਕਿਤੋਂ ਵੀ। ਨੰਬਰ 1 ਥਿੰਗ, ਜੇ ਅਕਾਊਂਟ ਦੀ ਵੀ ਗੱਲ ਕਰਦੇ ਨੇ ਮੇਰੇ ਪੂਰੇ ਅਪਡੇਸ਼ਨਸ ਨੇ, ਠੀਕ ਹੈ। ਦੂਸਰੀ ਗੱਲ ਵੀ ਮੇਰੇ ਕਿੰਨੇ ਕੁ ਪ੍ਰੋਗਰਾਮ ਐਨਜੀਓ ਨੂੰ ਲੈ ਕੇ ਹੁੰਦੇ ਨੇ, ਜਾਂ ਮੇਰੇ ਕੋਲ ਤਾਂ ਕੋਈ ਜਗ੍ਹਾ ਵੀ ਨਹੀਂ ਗੀ। ਇਨਫੈਕਟ ਮੇਰੇ ਕੋਲ ਕੋਈ ਆਪਣੀ ਜਗ੍ਹਾ ਵੀ ਨਹੀਂ ਵੀ ਜਿੱਥੇ ਮੈਂ ਮੈਂਟਲ ਰਿਟਾਰਡ ਬੱਚਿਆਂ ਦੀ ਸੇਵਾ ਕਰ ਰਹੀ ਹਾਂ। ਸਰ ਉਹ ਤਾਂ ਸਾਰੀ ਦੁਨੀਆ ਨੂੰ ਹੈਲਪ ਕਰਦੇ ਨੇ, ਉਹ ਵੀ ਸਾਨੂੰ ਹੈਲਪ ਕਰਦੇ ਨੇ। ਉਹ ਜਿਵੇਂ ਸਾਡੇ ਕੋਈ ਇਵੈਂਟਸ ਹੁੰਦੇ ਜਾਂ ਸਾਨੂੰ ਪਰ ਮੰਥ ਤੋਂ ਬੱਚਿਆਂ ਵਾਸਤੇ ਕਰਦੇ ਨੇ ਸਪੋਰਟ, ਉਹ ਤਾਂ ਕਿੰਨੇ ਸਾਲ ਹੋ ਗਏ। ਪਰ ਉਹਦੇ ਵਿੱਚ 30,000 ਨਹੀਂ, ਸੌਰੀ ਟੂ ਸੇ ਦਿਸ, ਇਟਸ ਜਸਟ 10,000 10,000 ਹੈ ਸਿਰਫ। ਉਹ ਵੀ ਅਸੀਂ ਉਹਦੇ ਪ੍ਰੋਗਰਾਮ ਕਰ ਮੁੜ ਕਿੜ ਕੇ ਖੋਤੀ ਬੋਰਡ ਥੱਲੇ ਆ ਰਹੀ ਹੈ। ਨਹੀਂ ਜੀ, ਸੌਰੀ ਟੂ ਸੇ 30,000 ਨਹੀਂ 10,000। ਦੇਖੋ ਜੀ, ਬੈਂਕ ਦੀਆਂ ਜਿਹੜੀਆਂ ਸਟੇਟਮੈਂਟ ਹੈ ਨਾ, ਉਹ ਸਾਰਾ ਕੁਝ ਸਿੱਧ ਕਰ ਦੇਣਗੀਆਂ, ਸਾਰਾ ਕੁਝ ਦਿਖਾ ਦੇਣਗੀਆਂ ਕਿ 30,000 ਕਿਹੜੀ ਤਰੀਕ ਨੂੰ ਆਉਂਦੇ ਆ ਤੇ 10,000 ਕਿਹੜੀ ਤਰੀਕ ਨੂੰ। ਚਲੋ ਸਾਡਾ ਇਹ ਕੋਈ ਕੰਸਰਨ ਨਹੀਂ, ਸਾਡੀ ਜੇਬ ਚੋਂ ਪੈਸੇ ਨਹੀਂ ਜਾਂਦੇ। ਓਬਰਾਏ ਸਾਹਿਬ ਚਾਹੇ ਤੁਹਾਨੂੰ ਲੱਖ ਰੁਪਈਆ ਦੇਣ ਮਹੀਨੇ ਦਾ, ਚਾਹੇ 2 ਲੱਖ ਦੇਣ, ਅਮੀਰ ਬੰਦੇ ਨੇ ਉਹ ਦੇ ਦੇਣ, ਪਰ ਜਿਹੜੀ ਸਾਡੀ ਕੰਸਰਨ ਵਾਲੀ ਗੱਲ ਹੈ, ਇੱਕ ਪਾਸੇ ਤੁਸੀਂ ਨੈਂਸੀ ਜੀ ਕਹਿ ਰਹੇ ਹੋ ਕਿ ਤੁਹਾਡੀ ਐਨਜੀਓ ਹੈ। ਹੁਣ ਮੈਂ ਤੁਹਾਨੂੰ ਐਨਜੀਓ ਦੇ ਅਸੂਲ ਦੱਸੂਗਾ। ਦੂਜੀ ਪਾਸੇ ਤੁਸੀਂ ਕਹਿ ਰਹੇ ਹੋ, ਥੋੜੀ ਜਿਹੀ ਹੋਰ ਸੁਣ ਲਓ ਤੇ ਉਦੋਂ ਬਾਅਦ ਮੈਂ ਤੁਹਾਨੂੰ ਇਸ ਪੂਰਾ ਕੇਸ ਦੱਸਦਾ। ਤੇ ਮੈਂ ਜੇ ਆਪਣੀ ਪਰਸਨਲੀ ਗੱਲ ਕਰਾਂ ਨਾ ਭਾਜੀ, ਮੈਂ ਇੱਕ ਸਰਕਾਰੀ ਕਰਮਚਾਰੀ ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਮੈਨੂੰ 19 ਸਾਲ ਹੋ ਗਏ ਨੌਕਰੀ ਕਰਦੀ ਨੂੰ, ਠੀਕ ਹੈ। ਮੈਂ ਸਰਕਾਰੀ ਕਰਮਚਾਰੀ ਰੈਗੂਲਰ ਇੰਪਲਾਈ ਹਾਂ, ਤੇ ਇਸ ਤੋਂ ਇਲਾਵਾ ਮੇਰੀ ਐਨਜੀਓ ਚੱਲ ਰਹੀ ਹੈ, ਤੇ ਇੱਕ ਮੈਂ ਪ੍ਰੋਗਰਾਮ ਇਹ ਵਰਲਡ ਪੰਜਾਬਣ ਦਾ ਕਰਵਾ ਰਹੀ ਹਾਂ। ਉਹ ਤਾਂ ਕੁਛ ਹੈ ਹੀ ਨਹੀਂ ਹੈ। ਤੇ ਮੈਂ ਇੱਕ ਕਿਰਾਏ ਦੇ ਘਰ ਤੇ ਰਹਿੰਦੀ ਹਾਂ, ਪਰ ਮੈਂ ਵੀ ਦੱਸਦਾ
चलो no issues. Let me cross check this again. If there is any mistake, I have your point of view. ਫਨੀ ਚੀਜ਼ ਹੈ ਇੰਨੇ ਵੱਡੇ ਬੰਦੇ ਨਾਲ ਵੀ ਜਿਹੜੇ ਜਿਨ੍ਹਾਂ ਨੂੰ ਲੋਕ ਸਲੂਟ ਕਰਦੇ ਨੇ ਕਿੰਨੇ ਲੋਕਾਂ ਦੇ ਘਰ ਦਾ ਖਰਚਾ ਚੱਲਦਾ ਮੈਂ ਇਕੱਲੀ ਨੂੰ ਤਾਂ ਛੱਡੋ ਪੀਪੀ ਗੋਲਡ ਜੀ ਪੁਨੀਤ ਹੋ ਗਿਆ ਉਹਨਾਂ ਨੇ ਵੀ ਐਨਜੀਓ ਸ਼ੁਰੂ ਕੀਤੀ ਸੀ ਉਹਨਾਂ ਤੇ ਬਹੁਤ ਕੁਐਸਚਨ ਮੇਰੀ ਗੱਲ ਸੁਣੋ ਉਹਨਾਂ ਦੇ ਰਜਿਸਟਰਡ ਨਹੀਂ ਹੈ ਉਹਨਾਂ ਦੇ ਰਜਿਸਟਰਡ ਨਹੀਂ ਹੈ ਸਰਬੱਤ ਦਾ ਭਲਾ ਇੱਕ ਐਸਾ ਟਰਸਟ ਹੈ ਜਿਹੜਾ ਆਪਣੇ ਵੱਲੋਂ ਲੋਕਾਂ ਨੂੰ ਪੈਸੇ ਦੇ ਰਹੇ ਨੇ ਉਹ ਲੋਕਾਂ ਤੋਂ ਚੰਦਾ ਨਹੀਂ ਇਕੱਠਾ ਕਰਦੇ ਤੁਹਾਨੂੰ ਖੁਦ ਇਨਫੋਰਮੇਸ਼ਨ ਬੀਬੀ ਅਸੀਂ ਸਰਬੱਤ ਦੇ ਭਲੇ ਦੀ ਗੱਲ ਹੀ ਨਹੀਂ ਕੀਤੀ ਕਿ ਉਹ ਰਜਿਸਟਰਡ ਨਹੀਂ ਹੈਗਾ ਉਹ ਤਾਂ ਟਰਸਟ ਹੈ ਉਹ ਤਾਂ ਰਜਿਸਟਰਡ ਹੈ ਅਸੀਂ ਗੱਲ ਕਰ ਰਹੇ ਹਾਂ ਤੁਹਾਡੀ ਰੇਨਬੋ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮੈਂ ਇੰਨੇ ਸਾਲਾਂ ਤੋਂ ਐਨਜੀਓ ਚਲਾ ਰਹੀ ਹਾਂ ਇਹਦੇ ਬਾਰੇ ਚ ਮੈਂ ਤੁਹਾਨੂੰ ਦੱਸਦਾ 1 ਮਿੰਟ ਦੀ ਹੋ ਰਿਹਾ ਆਡੀਓ ਹੋਣੀ ਚਾਹੀਦੀ ਹੈ ਡਾਕਟਰ ਐਸ ਸਿੰਘ ਉਬਰਾਏ ਬਾਰੇ ਉਹ ਮੇਰੇ ਵਰਗੀਆਂ ਐਨਜੀਓਜ਼ ਨੂੰ ਮੈਨੂੰ ਤਾਂ ਸਿਰਫ ਚਲੋ 10,000 ਦੀ ਹੀ ਬੱਚਿਆਂ ਦੀ ਸਪੋਰਟ ਕਰਦੇ ਨੇ ਬਾਕੀ ਕਿੰਨੀਆਂ ਐਨਜੀਓਜ਼ ਨੂੰ ਉਹ ਲੱਖ 2 ਲੱਖ ਰੁਪਏ ਦੇ ਰਹੇ ਨੇ ਇਹਦੇ ਨਾਮ ਕਿਉਂ ਅਟੈਚ ਕੀਤਾ ਗਿਆ ਓਕੇ ਲੈਟ ਮੀ ਕ੍ਰਾਸ ਚੈੱਕ ਦਿਸ then I get back to you as soon as possible मतलब ਐਵੇਂ ਵੀ ਕਿਸੇ ਵੀ ਲੇਡੀ ਦੀ ਕੋਈ ਵੀ ਐਵੇਂ ਨਹੀਂ ਚੱਕ ਕੇ ਮਤਲਬ ਤੁਸੀਂ ਲਗਾ ਸਕਦੇ ਮੇਰੇ ਤੋਂ ਇਲਾਵਾ ਪਿੰਗਲਵਾੜਾ ਨਾ ਜਿਹੜਾ ਅੰਮ੍ਰਿਤਸਰ ਉਹਨਾਂ ਤੋਂ ਪਰ ਮੰਥ ਲੱਖ ਰੁਪਏ ਦਿੰਦੇ ਨੇ ਬੱਚਿਆਂ ਵਾਸਤੇ ਅੰਮ੍ਰਿਤਸਰ ਓਕੇ ਤੇ ਕਿੰਨੀਆਂ ਹੋਰ ਐਨਜੀਓਜ਼ ਨੇ ਅੰਮ੍ਰਿਤਸਰ ਉਰੇ ਬਾਬਾ ਬਲਬੀਰ ਸਿੰਘ ਜੀ ਨੇ ਇਹਨਾਂ ਨੂੰ ਹੈਲਪ ਕਰਦੇ ਨੇ ਕਿੰਨੇ ਐਨਜੀਓਜ਼ ਨੇ ਜਿਹਨਾਂ ਨੂੰ ਹੈਲਪ ਕਰ ਰਹੇ ਵਿਧਵਾਵਾਂ ਨੂੰ ਪੈਨਸ਼ਨਾਂ ਦਿੰਦੇ ਨੇ ਹਰ ਮਹੀਨੇ ਪਤਾ ਨਹੀਂ 1100 ਤੇ 700 ਬੱਚਿਆਂ ਦੀਆਂ ਪੜ੍ਹਾਈਆਂ ਚੱਲਦੀਆਂ ਬਲਾਈਂਡ ਬੱਚਿਆਂ ਦੀਆਂ ਫੀਸਾਂ ਉਹ ਭਰਦੇ ਨੇ ਉਬਰਾਏ ਸਰ ਜੀ ਮਤਲਬ ਫੇਰ ਤਾਂ ਤੁਸੀਂ ਕਰੋੜ ਲੋਕ ਤੁਹਾਨੂੰ ਇਕੱਠੇ ਕਰਨੇ ਪੈਣਗੇ ਅਟੈਚ ਕਰਨ ਵਾਸਤੇ ਨਹੀਂ ਹੁੰਦਾ ਤੁਸੀਂ ਕੋਈ ਵੀ ਖਬਰ ਨਹੀਂ ਲਗਾ ਸਕਦੇ ਐਵੇਂ ਆਈ ਡੋਨਟ ਨੋ ਵਾਟ ਸੌਰੀ ਮੈਨੂੰ ਤਾਂ ਤੁਹਾਡਾ ਨੰਬਰ ਮੇਰੇ ਕਿਸੇ ਸ਼ੁਭ ਜਨਤਕ ਨੇ ਭੇਜਿਆ ਦੈਟਸ ਵੈਰੀ ਗੁੱਡ ਅਗਰ ਤੁਸੀਂ ਫੋਨ ਕੀਤਾ ਹੈ ਤੇ ਮੈਂ ਇਹ ਕਹਾਂਗਾ ਕਿ ਬਾਕੀ ਜੇ ਮੇਰੇ ਕੋਈ ਪਰਸਨਲੀ ਮੈਂ ਕੁਝ ਕਰ ਰਹੀ ਹਾਂ ਨਾ ਪ੍ਰੋਗਰਾਮ ਠੀਕ ਹੈ ਤਾਂ ਉਹ ਮੈਂ ਆਪਣੇ ਉਸਦੇ ਉੱਪਰ ਕਰ ਰਹੀ ਹਾਂ ਇੰਨੇ ਵੱਡੇ ਫੰਕਸ਼ਨ ਨੇ ਇੰਨੇ ਵੱਡੇ ਇਵੈਂਟਸ ਹੋ ਰਹੇ ਨੇ ਮੈਂ ਆਪਣਾ ਬਾਹਰ ਯੂਕੇ ਗਈ ਹਾਂ ਮੈਂ ਆਪਣੇ ਪੈਸੇ ਲੋਨ ਤੇ ਲੈ ਕੇ ਗਈ ਹਾਂ ਮੈਂ ਪੈਸੇ ਮੇਰੇ ਕੋਲ ਤਾਂ ਹਰ ਚੀਜ਼ ਦੇ ਪ੍ਰੂਫ ਨੇ ਤੇ ਮੈਂ ਚੁੱਪ ਥੋੜੀ ਬੈਠਾਂਗੀ ਹੁਣ ਕਿਸੇ ਵੀ ਪੇਜ ਤੇ ਤੁਸੀਂ ਕਿਸੇ ਦੀ ਵੀ ਧੱਜੀਆਂ ਉਡਾਈ ਜਾ ਰਹੇ ਹੋ ਮੈਨੂੰ ਕੁੜੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਤੁਹਾਨੂੰ ਮੈਮ ਮੈਂ ਸਿੰਪਲ ਇੱਕੋ ਚੀਜ਼ ਕਹਿ ਰਿਹਾ ਹਾਂ ਮੈਂ ਤੁਹਾਨੂੰ ਬੈਕ ਕਾਲ ਕਰਦੀ ਹਾਂ ਮੇਰੇ ਹਸਬੈਂਡ ਦਾ ਫੋਨ ਆ ਰਿਹਾ ਵੇਟ ਕਰੋ ਮੈਂ ਕਰਦੀ ਹਾਂ ਬੈਕ ਕਾਲ ਲੋ ਜੀ ਇਹ ਤਾਂ ਸੀਗੇ ਹੁਣ ਇਹਦੇ ਵਿੱਚੋਂ ਕੀ ਕਿਹਾ ਹੁਣ ਮੈਂ ਤੁਹਾਨੂੰ ਇਹਦੀ ਗੱਲ ਕਰਦਾ ਮੈਡਮ ਜੀ ਕਹਿ ਰਹੇ ਨੇ ਕਿ ਮੈਂ 19 ਸਾਲਾਂ ਤੋਂ ਗਵਰਨਮੈਂਟ ਦੀ ਜੌਬ ਕਰਦੀ ਹਾਂ ਤੇ ਮੈਡਮ ਜੀ ਜਿਹੜੇ 19 ਸਾਲ ਨੇ ਗਵਰਨਮੈਂਟ ਦੀ ਜੌਬ ਕਰਨ ਵਾਸਤੇ ਤੇ ਉਹ ਪਹਿਲੀ ਗੱਲ ਤਾਂ ਤੁਹਾਨੂੰ ਇੱਕ ਸੈਂਕਸ਼ਨ ਲੈਟਰ ਲੈਣਾ ਪੈਂਦਾ ਜਦੋਂ ਤੁਸੀਂ ਕੋਈ ਐਨਜੀਓ ਖੋਲਣੀ ਹੈ ਕੋਈ ਵੀ ਸਾਈਡ ਦਾ ਕੰਮ ਕਰਨਾ ਜਦੋਂ ਤੁਸੀਂ ਫੁੱਲ ਟਾਈਮ ਸਰਕਾਰੀ ਨੌਕਰੀ ਕਰ ਰਹੇ ਹੋ ਜਾਂ ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਕਰ ਰਹੇ ਹੋ ਤੇ ਮੈਨੂੰ ਸਿਰਫ ਮੈਂ ਤੁਹਾਨੂੰ 2-4 ਹੀ ਸਵਾਲ ਪੁੱਛੂੰਗਾ ਨੈਂਸੀ ਘੁੰਮਣ ਜੀ ਤੇ ਤੁਸੀਂ ਬਿਲਕੁਲ ਵੀ ਭੜਕਣਾ ਨਹੀਂ ਇਹਦੇ ਤੇ ਤੁਸੀਂ ਸਿਰਫ ਜਵਾਬ ਦੇਣੇ ਆ ਜੇ ਤੁਹਾਨੂੰ ਮੇਰੀ ਵੀਡੀਓ ਤੁਹਾਡੇ ਕੋਲ ਆਬਵੀਅਸਲੀ ਇਹ ਪਹੁੰਚੂਗੀ ਇਹ YouTube ਤੇ ਵੀ ਚੜੂਗੀ ਇਹਨੂੰ ਕੱਟ ਕੇ ਲੋਕ ਚੜਾਉਣਗੇ ਵੀ ਤੇ ਪ੍ਰਵਾਨਗੀ ਲੈਣੀ ਪੈਂਦੀ ਹੈ ਜਿੱਥੇ ਤੁਸੀਂ ਫੁੱਲ ਟਾਈਮ ਜੌਬ ਕਰਦੇ ਹੋ ਕੰਮ ਕਰਦੇ ਹੋ ਜੇ ਤੁਸੀਂ ਐਨਜੀਓ ਚਲਾਉਣੀ ਹੈ ਜਾਂ ਹੋਰ ਕੋਈ ਸਾਈਡ ਬਿਜ਼ਨਸ ਕਰਨਾ ਤੁਸੀਂ ਪ੍ਰਵਾਨਗੀ ਲੈਟਰ ਲਿਆ ਤੇ ਉਹ ਵੀ ਕੰਪੀਟੀਟਿਵ ਅਥਾਰਟੀ ਤੋਂ ਉਹਦੀ ਪਰਮਿਸ਼ਨ ਲਈ ਜਾਣੀ ਜ਼ਰੂਰੀ ਹੈ ਉਹਦੇ ਵਾਸਤੇ ਇੱਕ ਐਪਲੀਕੇਸ਼ਨ ਟਾਈਪ ਕਰਕੇ ਪਾਉਣੀ ਪੈਂਦੀ ਹੈ ਉਹਦੇ 'ਚ ਪੂਰਾ ਵੇਰਵਾ ਦੇਣਾ ਪੈਂਦਾ ਕਿ ਆਹ ਮੇਰੀ ਐਨਜੀਓ ਹੈ ਮੈਂ ਇਹ ਚਲਾਉਣਾ ਚਾਹੁੰਦੀ ਹਾਂ ਕੀ ਮੈਨੂੰ ਪਰਮਿਸ਼ਨ ਹੈ ਉਹ ਜਿਹੜਾ ਲੈਟਰ ਹੈ ਸੈਂਕਸ਼ਨ ਲੈਟਰ ਉਹ ਹਾਈਐਸਟ ਅਥਾਰਟੀ ਜਿਹੜੀ ਉਸ ਇੰਸਟੀਟਿਊਸ਼ਨ ਦੀ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਤਾਂ ਉਹ ਤੋਂ ਲੈਣਾ ਪੈਂਦਾ ਕੀ ਤੁਹਾਡੇ ਕੋਲੇ ਉਹ ਲੈਟਰ ਹੈਗਾ ਉਹ ਨਸ਼ਰ ਕਰ ਦਿਓ ਤੇ ਜੇ ਉਹ ਲੈਟਰ ਹੈਗਾ ਤਾਂ ਐਨਜੀਓ ਜਿਹੜੀ ਰਜਿਸਟ੍ਰੇਸ਼ਨ ਹੈ ਇੰਡੀਆ ਗਵਰਨਮੈਂਟ ਤੋਂ ਕੀ ਤੁਹਾਡੇ ਕੋਲ ਉਹ ਹੈਗੀ ਹੈ ਦੂਜੀ ਗੱਲ ਇਹੋ ਜਿਹੀਆਂ ਜਿਹੜੀਆਂ ਯਬਲੀਆਂ ਨੇ ਉਹ ਆਮ ਬੰਦੇ ਨੂੰ ਨਹੀਂ ਪਤਾ ਲੱਗਦੀਆਂ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਤੁਹਾਡੀ ਸਟੇਟਮੈਂਟ ਹੈ ਤੁਹਾਡੀ ਕਾਲ ਦੇ ਵਿੱਚੋਂ ਤੁਹਾਨੂੰ ਮੈਂ ਸਵਾਲ ਪੁੱਛ ਰਿਹਾ ਤੁਸੀਂ ਕਿਹਾ ਕਿ ਮੈਂ ਲੋਨ ਲੈ ਕੇ ਗਈ ਮੇਰੇ ਕੋਲ ਤਾਂ ਪੈਸੇ ਵੀ ਨਹੀਂ ਮੈਂ ਕਿਰਾਏ ਦੇ ਘਰ ਦੇ ਵਿੱਚ ਰਹਿੰਦੀ ਹਾਂ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਇੰਗਲੈਂਡ ਅੰਬੈਸੀ ਦੇ ਵਿੱਚ ਵੀਜ਼ੇ ਵਾਸਤੇ ਜਿਹੜੇ ਫਾਰਮ ਅਪਲਾਈ ਕੀਤੇ ਆ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਘੱਟੋ ਘੱਟ ਵੀ ਤੁਹਾਡਾ ਜਿਹੜਾ ਖਾਤਾ ਹੋਣਾ ਚਾਹੀਦਾ ਤੇ ਉਹਦੇ 'ਚ ਰੈਗੂਲਰ ਇਨਕਮ ਆਉਣੀ ਚਾਹੀਦੀ ਹੈ ਜਿਹੜੀ ਅੰਬੈਸੀ ਦੇ ਵਿੱਚ ਪੇਸ਼ ਕੀਤੀ ਹੈ ਇਹਦਾ ਮਤਲਬ ਤੁਸੀਂ ਫਰਾਡ ਡਾਕੂਮੈਂਟ ਜਮ੍ਹਾਂ ਕਰਾਏ ਅੰਬੈਸੀ ਦੇ ਵਿੱਚ ਵੀਜ਼ਾ ਲੈਣ ਵਾਸਤੇ ਵਿਜ਼ਟਰ ਵੀਜ਼ਾ ਲੈਣ ਵਾਸਤੇ ਬਹੁਤ ਸਾਰੀਆਂ ਫਾਰਮੈਲਿਟੀਆਂ ਨੇ ਜਿਹੜੀਆਂ ਬ੍ਰਿਟਿਸ਼ ਅੰਬੈਸੀ ਦੇ ਵਿੱਚ ਸਬਮਿਟ ਕਰਾਉਣੀਆਂ ਪੈਂਦੀਆਂ ਕਿ ਅਸੀਂ ਵੈਲ ਆਫ ਹਾਂ
ਸਾਡੇ ਕੋਲੇ ਅਸੀਂ ਸਾਰਾ ਇੰਡੀਆ ਘੁੰਮ ਲਿਆ, ਸਾਰੀ ਦੁਨੀਆ ਘੁੰਮ ਲਈ, ਜਾਂ ਕਿਤੇ ਹੋਰ ਵੀ ਦੇਸ਼ਾਂ 'ਚ ਅਸੀਂ ਗਏ ਹੋਏ ਆ, ਤੇ ਸਾਡੀ ਜਿਹੜੀ ਇਨਕਮ ਇੰਨੀ ਹੈ, ਅਸੀਂ ਟੈਕਸ ਇੰਨਾ ਭਰਦੇ ਆ, ਤੇ ਅਸੀਂ ਯੂਕੇ ਵੀ ਘੁੰਮਣਾ ਚਾਹੁੰਦੇ ਆ। ਤੁਸੀਂ ਉੱਥੇ ਉਹ ਦੱਸ ਕੇ ਨਹੀਂ ਗਏ ਕਿ ਤੁਸੀਂ ਮਿਸਿਸ ਵਰਲਡ ਪੰਜਾਬਣ ਦਾ ਸ਼ੋਅ ਕਰਾ ਕੇ ਇੰਗਲੈਂਡ ਦੇ ਵਿੱਚ ਪੈਸੇ ਇਕੱਠੇ ਕਰਨ ਵਾਸਤੇ ਉੱਥੇ ਗਏ ਹੋ, ਤੇ ਉਹ ਪੈਸੇ ਕਿਹੜੇ ਖਾਤੇ 'ਚ ਜਮ੍ਹਾਂ ਕਰਾਏ ਨੇ, ਕਿਹੜੇ ਕਿੱਥੇ ਲੈ ਕੇ ਗਏ ਆ? ਕੈਸ਼ ਲੈ ਕੇ ਗਏ ਹੋ, ਉਹ ਸ਼ੋਅ ਕੀਤਾ, ਤੇ ਉਹ ਸ਼ੋਅ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਰਕੇ ਨਹੀਂ ਗਏ। ਮੈਡਮ ਨੈਂਸੀ ਘੁੰਮਣ ਜੀ, ਮੇਰੇ ਕੋਲੇ ਉਹਦੀਆਂ ਵੀਡੀਓ ਪਈਆਂ ਨੇ। ਮੈਂ ਉਸ ਵੇਲੇ ਜਦੋਂ ਤੁਸੀਂ ਆ ਕੇ ਐਡਵਰਟਾਈਜ਼ ਦਿੱਤੀ ਸੀ ਨਾ ਕਿ ਮਿਸਿਸ ਪੰਜਾਬਣ ਵਰਲਡ ਪੰਜਾਬਣ ਹੈ, ਉਦੋਂ ਮੈਂ ਤੁਹਾਡੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ KTV ਦੇ ਨਾਲ ਤਾਂ ਉਹ ਤਾਂ ਤੁਹਾਡੇ ਮੀਡੀਆ ਪਾਰਟਨਰ ਸੀਗੇ ਮੈਡਮ। ਮੈਂ ਯੂਕੇ 'ਚ ਹੀ ਰਹਿੰਦਾ, ਮੈਂ KTV ਵਾਲਿਆਂ ਨੂੰ, ਮਾਲਕਾਂ ਨੂੰ ਵੀ ਜਾਣਦਾ, KTV ਵਾਲੇ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਜਾਣਦਾ, ਮੈਡਮ ਨੂੰ ਵੀ ਜਾਣਦਾ, ਮਾਲਕ ਨੂੰ ਵੀ ਜਾਣਦਾ, ਉਹਨਾਂ ਦੇ ਪ੍ਰੈਜ਼ੈਂਟਰਾਂ ਨੂੰ ਵੀ ਜਾਣਦਾ, ਮੇਰੀ ਅਕਸਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਤੁਹਾਡੇ ਜਿਹੜੇ ਪਾਰਟਨਰ ਸੀ ਜਿਨ੍ਹਾਂ ਦੇ ਨਾਲ ਮਿਲ ਕੇ ਤੁਸੀਂ ਆਏ, ਉਹ ਸੀਗੇ ਜਸਬੀਰ ਸਿੰਘ ਡੇਰੇਵਾਲ, ਮੇਰੇ ਬਹੁਤ ਕਰੀਬੀ ਦੋਸਤ ਨੇ, ਉਹ ਵੱਡੇ ਡੇਰੇਵਾਲ ਸਾਹਿਬ ਦੇ ਬੇਟੇ ਨੇ, ਤੇ ਉਹ ਵੀ ਫੈਡ ਅਪ ਹੋ ਕੇ ਪਟਿਆਲੇ ਤੋਂ ਇੱਥੇ ਸ਼ਿਫਟ ਹੋ ਕੇ ਵਾਪਸ ਬਰਮਿੰਘਮ ਆ ਗਏ। ਉਹਨਾਂ ਦੇ ਨਾਲ ਉਹਨਾਂ ਦਾ ਚੈਨਲ ਪੰਜਾਬ ਹੈ, ਪਹਿਲਾਂ ਚੈਨਲ ਪੰਜਾਬ ਚੱਲਦਾ ਸੀ ਸਕਾਈ ਦੇ ਉੱਤੇ, ਤੇ ਫਿਰ ਉਹਨਾਂ ਨੇ YouTube ਤੇ ਮੀਡੀਆ ਚੈਨਲ ਜਿਹੜਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਚੈਨਲ ਬਣਾਇਆ। ਉਹਨਾਂ ਦੇ ਨਾਲ ਪਟਿਆਲੇ ਹੋਣ ਕਰਕੇ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ, ਤੇ ਬਾਕੀ ਮੈਂ ਸਾਰੀਆਂ ਗੱਲਾਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਕਿ ਤੁਹਾਡੀ ਨੇੜਤਾ ਕਿਵੇਂ ਵਧੀ ਉਹਨਾਂ ਦੇ ਨਾਲ, ਭਾਜੀ ਉਹਨਾਂ ਦੇ ਨਾਲ। ਤੇ ਜੇ ਉਹਨਾਂ ਦਾ ਲੋਗੋ ਚੈਨਲ ਪੰਜਾਬ ਦਾ ਨਾਂ ਹੁੰਦਾ ਨਾ ਤੁਹਾਡੇ ਮਿਸਿਸ ਵਰਲਡ ਪੰਜਾਬਣ ਤੇ, ਤੁਹਾਡਾ ਇਹ ਸ਼ੋਅ ਹੋਣਾ ਨਹੀਂ ਸੀ। ਤੁਹਾਨੂੰ ਵੀ ਪੁਲਿਸ ਨੇ ਆ ਕੇ ਫੜਨਾ ਸੀ ਤੇ ਤੁਹਾਡਾ ਸ਼ੋਅ ਬੰਦ ਵੀ ਕਰਾਉਣਾ ਸੀ। ਇਹ ਸਿਰਫ ਤੇ ਸਿਰਫ ਮੈਂ ਤਾਂ ਰੁਕ ਗਿਆ, ਮੈਂ ਤਾਂ ਕਰਕੇ ਇਹ ਜਿਹੜੀ ਰੇਡ ਹੈ ਤੁਹਾਡੇ ਤੇ ਨਹੀਂ ਪਵਾਈ ਕਿ ਜਸਬੀਰ ਜਿਹੜਾ ਮੇਰਾ ਦੋਸਤ ਹੈ ਉਹ ਕੀ ਕਹੂਗਾ, ਯਾਰ ਇੰਨਾ ਖਰਚਾ ਹੋਇਆ, ਇੰਨਾ ਸਾਰਾ ਕੁਝ ਹੋਇਆ ਤੇ ਤੂੰ ਮੈਨੂੰ ਤਾਂ ਪੁੱਛ ਲੈਂਦਾ। ਇਸ ਕਰਕੇ ਮੈਂ ਉਹਨੂੰ ਫੋਨ ਕਰਕੇ, ਪਰ ਮੈਂ ਇਹ ਗੱਲ ਉਹਨੂੰ ਦੱਸਦਾ ਰਹਿ ਗਿਆ। ਮੈਂ ਕਿਹਾ ਯਾਰ ਛੱਡ ਪਰੇ, ਇਸ ਬੰਦੇ ਨੇ ਇੰਨੀ ਐਡਵਰਟਾਈਜ਼ ਕੀਤੀ, ਇੰਨੀਆਂ ਤਿਆਰੀਆਂ ਕੀਤੀਆਂ, ਹਾਲ ਬੁੱਕ ਕਰਾਇਆ, ਪੈਸੇ ਦਿੱਤੇ, ਤੇ ਅੱਗੇ ਐਂਟਰੀਆਂ, ਪਤਾ ਨਹੀਂ ਹੋਰ ਕੀ ਕੁਝ ਹੋਇਆ। ਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਵਿਜ਼ਟਰ ਆਏ, ਤੁਸੀਂ ਮੀਟਿੰਗ ਕਰਨ ਆਏ, ਹੈ ਨਾ, ਤੁਸੀਂ ਬਿਜ਼ਨਸ ਕਰਕੇ ਗਏ ਹੋ, ਤੇ ਲੋਕਾਂ ਨੂੰ ਤੁਸੀਂ ਕਿਉਂ ਬਲੈਕਮੇਲ ਕਰ ਰਹੇ ਹੋ? ਨੈਂਸੀ ਘੁੰਮਣ ਜੀ, ਜੇ ਕੋਈ ਪਬਲਿਕ ਦੇ ਨਾਲ ਰਿਲੇਟਡ ਕੰਮ ਹੁੰਦਾ ਨਾ, NGO ਦਾ ਤਾਂ ਕੰਮ ਬਹੁਤ ਟਰਾਂਸਪੇਰੈਂਟ ਹੋਣਾ ਚਾਹੀਦਾ, ਤੇ NGO ਤਾਂ ਪਹਿਲੀ ਗੱਲ ਤੁਹਾਡੀ ਹੈ ਨਹੀਂ। ਦੂਜੀ ਗੱਲ, ਤੁਸੀਂ ਸਾਈਡ ਬਿਜ਼ਨਸ ਕਰਨ ਵਾਸਤੇ ਯੂਨੀਵਰਸਿਟੀ ਤੋਂ ਪਰਮਿਸ਼ਨ ਨਹੀਂ ਲਈ। ਜੇ ਪਰਮਿਸ਼ਨ ਲਈ ਹੈ ਤਾਂ ਉਹ ਸਰਟੀਫਿਕੇਟ, ਜਿਹੜਾ ਪਰਮਿਸ਼ਨ ਸਰਟੀਫਿਕੇਟ ਹੈ ਉਹ ਦੱਸੋ। ਸਾਈਡ ਬਿਜ਼ਨਸ ਤੁਸੀਂ ਕਰਦੇ ਹੋ, ਤੁਸੀਂ ਭਾਵੇਂ ਖੇਤੀ ਕਰੋ, ਭਾਵੇਂ ਰੇੜਾ ਚਲਾਓ, ਭਾਵੇਂ ਤੁਸੀਂ ਹੋਰ ਕੋਈ ਕੰਮ ਕਰੋ, ਜਿਹੜਾ ਮਰਜ਼ੀ ਕੰਮ ਕਰੋ, ਤੇ ਪਰ ਜਿਹੜਾ ਕੰਮ ਮਨੀ ਰਿਲੇਟਡ ਹੁੰਦਾ, ਪਬਲਿਕ ਮਨੀ ਰਿਲੇਟਡ ਹੁੰਦਾ, ਉਹ ਬਹੁਤ ਟਰਾਂਸਪੇਰੈਂਟ ਰੱਖਣਾ ਪੈਂਦਾ। ਇੰਡੀਆ ਦਾ ਇੱਕ ਸੰਵਿਧਾਨ ਹੈ, ਤੇ ਜਿਹੜੀ ਸੁਸਾਇਟੀ ਰਜਿਸਟ੍ਰੇਸ਼ਨ ਹੁੰਦੀ ਹੈ ਨਾ, ਉਹਦਾ ਵੀ ਇੱਕ ਸੰਵਿਧਾਨ ਹੈ। ਉਸ ਸੰਵਿਧਾਨ ਦੇ ਵਿੱਚ ਕਨਸਟੀਟਿਊਸ਼ਨ ਉਸ ਪੇਜ ਦੀ ਬਣਦੀ ਹੈ, ਉਸ ਸੰਸਥਾ ਦੀ ਬਣਦੀ ਹੈ ਜਿਹੜੀ ਤੁਸੀਂ ਚਲਾਉਂਦੇ ਹੋ। ਉਹਦਾ ਫਿਰ ਇੱਕ ਖਾਤਾ ਬਣਦਾ, ਉਹਦੀ ਫਿਰ ਇੱਕ ਰਿਪੋਰਟ ਹੈ, ਜਿਹੜੀ ਰਜਿਸਟ੍ਰੇਸ਼ਨ ਰਿਪੋਰਟ ਹੈ, ਹਰ ਸਾਲ ਤੁਹਾਨੂੰ ਦੇਣੀ ਪੈਂਦੀ ਹੈ ਕਿ ਤੁਹਾਡੀ ਆਰਗੇਨਾਈਜੇਸ਼ਨ ਨੇ, NGO ਨੇ ਕੀ ਕੁਝ ਕੀਤਾ, ਤੇ ਉਹ ਸਬਮਿਟ ਕਰਾਉਣੀ ਪੈਂਦੀ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਡਿਟ ਰਿਪੋਰਟ, ਦੇਖੋ ਪ੍ਰਪੇਅਰ ਕਰਨੀ ਬਹੁਤ ਜ਼ਰੂਰੀ ਹੈ। ਕੋਈ ਵੀ NGO ਹੁੰਦੀ ਹੈ, ਉਹਦੀ ਆਡਿਟ ਰਿਪੋਰਟ ਹੁੰਦੀ ਹੈ, ਉਹ ਪਬਲਿਕ ਕਰਨੀ ਪੈਂਦੀ ਹੈ, ਉਹ ਰਜਿਸਟ੍ਰੇਸ਼ਨ ਆਫਿਸ ਦੇ ਵਿੱਚ ਜਮ੍ਹਾਂ ਕਰਾਉਣੀ ਪੈਂਦੀ ਹੈ। ਤੁਸੀਂ ਕਹਿੰਦੇ ਹੋ ਕਿ ਤੁਸੀਂ ਇੰਨੇ ਸਾਲ ਤੋਂ ਕੰਮ ਕਰ ਰਹੇ ਹੋ, ਹੁਣ ਮੈਡਮ ਬਹੁਤ ਸਟ੍ਰਿਕਟ ਹੋ ਗਏ। ਇਹ ਤਾਂ ਅਸੀਂ ਤੁਹਾਡੇ ਤੇ ਸਵਾਲ ਚੱਕੇ ਨੇ, ਤੁਹਾਡਾ ਧੰਦਾ ਨਹੀਂ ਅਸੀਂ ਬੰਦ ਕਰਾਇਆ। ਤੁਸੀਂ ਧੰਦਾ ਕਰੋ, ਪਰ ਹੋਰ ਕੋਈ ਧੰਦਾ ਕਰੋ ਜਿਹੜਾ ਪਬਲਿਕ ਨਾਲ ਕੰਸਰਨ ਨਾ ਹੋਵੇ। NGO ਦੇ ਜੇ ਚੱਕਰਾਂ 'ਚ ਪੈ ਗਏ ਨਾ, ਤੁਹਾਡੀ ਸਾਰੀ ਉਮਰ ਕਚਹਿਰੀਆਂ ਦੇ ਗੇੜੇ ਲਾਉਂਦੇ ਲੰਘ ਜਾਣੀ ਹੈ। ਅੱਜ ਮੈਂ ਤੁਹਾਨੂੰ ਰੀਸੈਂਟ ਜਿਹੜਾ ਕੇਸ ਹੈ ਉਹ ਕੋਇਟ ਕਰ ਦਵਾਂ ਕਿ ਸੁਖਵਿੰਦਰ ਸਿੰਘ ਨੇ ਲੁਧਿਆਣੇ ਦੇ ਵਿੱਚ ਇੱਕ ਰਿਪੋਰਟ ਕੀਤੀ ਸੀ, ਕੰਪਲੇਨ ਕੀਤੀ ਸੀ ਕਿ ਹੈਂਡ ਟੂ ਹੈਂਡ ਇੱਕ NGO ਚੱਲਦੀ ਹੈ। ਹੈਂਡ ਟੂ ਹੈਂਡ NGO ਦਾ ਨਾਮ ਹੈ। ਉਹਦੇ ਵਿੱਚ ਅਵਿਨਾਸ਼ ਕੁਮਾਰ ਉਰਫ ਜੌਨ ਬੈਂਸ ਉਹਨੂੰ ਚਲਾਉਂਦੇ ਸੀ, ਤੇ ਸੁਖਵਿੰਦਰ ਸਿੰਘ ਨੇ ਜਦੋਂ ਰਿਪੋਰਟ ਕੀਤੀ, ਕੰਪਲੇਨ ਕੀਤੀ ਉਹਦੀ ਜਾ ਕੇ, ਤਾਂ ਉਹਦੀ ਪੂਰੀ ਛਾਣਬੀਣ ਕਰਕੇ ਉਹਦੇ ਤੇ ਪਰਚਾ ਦਰਜ ਹੋ ਗਿਆ। ਉਹਨੇ ਜਾ ਕੇ ਬੇਲ ਮੰਗੀ, ਬੇਲ ਉਹਦੀ ਰਿਫਿਊਜ਼ ਹੋ ਗਈ। ਤੁਸੀਂ ਦੇਖੋ ਕਿ NGO ਦਾ ਕਿੱਡਾ ਵੱਡਾ ਚੱਕਰ ਹੁੰਦਾ। ਜੱਜ ਨੇ ਕਿਹਾ ਕਿ ਨਹੀਂ, ਇਸ ਬੰਦੇ ਨੂੰ ਅਰੈਸਟ ਕਰੋ। ਉਹਦੇ ਤੇ ਧਾਰਾ ਕਿਹੜੀ ਲਾਈ? 420 420 IPC 420 ਧੋਖਾਧੜੀ। ਇਹ ਧੋਖਾਧੜੀ ਦਾ ਸਿੱਧਾ ਕੇਸ ਹੈ ਮੈਡਮ।
NGO ਚਲਾਉਣੀਆਂ ਇੰਨੀਆਂ ਤੁਸੀਂ ਜਮ ਕੇ ਚਲਾਓ, ਪੈਸਾ ਕਮਾਓ, ਤੁਸੀਂ ਬਹੁਤ ਕੁਝ ਕਰੋ, ਪਰ ਆ ਜਿਹੜੇ ਲਿਫਾਫੇ ਹੈ ਨਾ ਹਵਾ ਦੇ ਵਿੱਚ ਤੁਸੀਂ ਉਡਾਉਂਦੇ ਹੋ, ਮੈਂ ਤਾਂ ਇਹ ਕਰਦੀ ਹਾਂ, ਮੈਂ ਤਾਂ ਉਹ ਕਰਦੀ ਹਾਂ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਤੁਹਾਡੇ ਕੋਲ ਜਗ੍ਹਾ ਹੈ ਨਹੀਂ, ਤੁਹਾਡੇ ਕੋਲ ਆਫਿਸ ਦਾ ਐਡਰੈਸ ਹੈ ਨਹੀਂ। ਕੀ ਕਿਸੇ ਨੇ ਤੁਹਾਨੂੰ ਹੁਣ SP ਉਬਰਾਏ ਸਾਹਿਬ ਨੇ ਜਿਹੜੇ ਟਰਸਟ ਜਿਹੜਾ ਉਹਨਾਂ ਨੇ ਬਣਾਇਆ, ਤੇ ਉਹ ਟਰਸਟ ਬਣਾ ਕੇ ਜਦੋਂ ਸਾਰੀ ਕੁਝ ਲੀਗਲੀ ਰੱਖੀ ਬੈਠੇ, ਕੀ ਤੁਸੀਂ ਉਹਨਾਂ ਦੇ ਨਾਲ ਇੰਨੇ ਸਾਲ ਤੋਂ ਕਨੈਕਟਡ ਹੋ ਕਿ ਤੁਹਾਨੂੰ ਉਹਨਾਂ ਨੇ ਕਿਹਾ ਨਹੀਂ ਹੈਗਾ ਕਿ ਬੀਬਾ ਇਹ ਤਾਂ ਬਹੁਤ ਇਲੀਗਲ ਹੈ, ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ NGO ਲਈ, ਤੇਰੀ NGO ਰਜਿਸਟਰਡ ਨਹੀਂ, ਪਹਿਲਾਂ ਇਹਨੂੰ ਰਜਿਸਟਰਡ ਕਰਾ, ਹੈ ਨਾ? ਤੇ ਆਹ ਲਿਫਾਫੇ ਜਿਹੜੇ ਹਵਾ 'ਚ ਡੱਕੇ ਮਾਰਨੇ ਜਾਂ ਹਵਾ ਦੇ ਵਿੱਚ ਐਵੇਂ ਤੀਰ ਸੁੱਟਣੇ, ਇਹਦਾ ਕੋਈ ਫਾਇਦਾ ਨਹੀਂ ਹੈਗਾ। ਸਾਡੇ ਮੂਹਰੇ ਇਹ ਨਹੀਂ ਚੱਲਣੇ। ਤੁਸੀਂ ਸਾਡੇ ਦੁਸ਼ਮਣ ਨਹੀਂ, ਅਸੀਂ ਤੁਹਾਨੂੰ ਜਾਣਦੇ ਨਹੀਂ, ਤੁਸੀਂ ਸਾਨੂੰ ਕਦੇ ਮਿਲੇ ਹੀ ਨਹੀਂ, ਸਾਡੇ ਬਾਰੇ ਤੁਸੀਂ ਸਾਡੇ ਦੁਸ਼ਮਣ ਨਹੀਂ, ਅਸੀਂ ਤੁਹਾਡੇ ਤੇ ਕਿਉਂ ਉਂਗਲਾਂ ਚੱਕਾਂਗੇ? ਮੈਂ ਤਾਂ ਜਿਹੜਾ ਕੇਸ ਲਿਆ ਹੋਇਆ SP ਉਬਰਾਏ ਸਾਹਿਬ ਬਾਰੇ ਗੱਲਾਂ ਕੀਤੀਆਂ ਸੀ, ਤੁਸੀਂ ਵਿੱਚ ਆ ਕੇ ਐਵੇਂ ਟੰਗਾਂ ਉਡਾਉਣ ਲੱਗੇ ਕਿ ਮੇਰੀ ਆਹ ਪਾਤੀ ਜੀ, ਮੇਰੀ ਵੀਡੀਓ ਡਿਲੀਟ ਕਰੋ। ਇਦਾਂ ਵੀਡੀਓ ਨਹੀਂ ਡਿਲੀਟ ਹੁੰਦੀਆਂ। ਫਿਰ ਐਂਡ ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ, ਅੱਜ ਜਾ ਕੇ ਅਰਬਨ ਸਟੇਟ ਥਾਣੇ ਦੇ ਵਿੱਚ ਬੈਠ ਗਏ। ਹੋ ਸਕਦਾ ਕਿ ਇਹਨਾਂ ਦੇ ਜਿਹੜੇ ਆਕਾ ਨੇ, ਬੌਸ ਨੇ, ਕਿਉਂਕਿ ਇਹ ਜਿਹੀਆਂ ਤੁਰਨ ਫਿਰਨ ਵਾਲੀਆਂ ਜਨਾਨੀਆਂ ਦੇ ਪੁਲਿਸ ਦੇ ਵਿੱਚ ਲਿੰਕ ਹੁੰਦੇ ਨੇ, ਇਹ ਅਰਬਨ ਸਟੇਟ ਜਾ ਕੇ ਥਾਣੇ ਦੇ ਵਿੱਚ ASI ਨੂੰ ਫੋਨ ਦੇ ਕੇ ਉਹ ਮੁੰਡੇ ਨੂੰ ਕਹਿੰਦੇ ਆ ਕਿ ਲਓ ਜੀ ਆਹ ਫੋਨ ਕਰੋ ਮੁੰਡੇ ਨੂੰ ਕਿ ਵੀਡੀਓ ਡਿਲੀਟ ਕਰੇ। ਤੇ ਉਹ ਫਿਰ ਥਾਣੇਦਾਰ ਦੀ ਉਹ ਮੁੰਡੇ ਨਾਲ ਕੀ ਗੱਲਬਾਤ ਹੁੰਦੀ ਹੈ ਵੀਡੀਓ ਡਿਲੀਟ ਕਰਨ ਬਾਰੇ, ਉਹ ਵੀ ਮੈਂ ਤੁਹਾਨੂੰ ਦਿਖਾਣੀ ਚਾਹੁੰਦਾ। ਨੈਂਸੀ ਘੁੰਮਣ ਜੀ, ਇਦਾਂ ਗਿੱਦੜ ਧਮਕੀਆਂ ਨਾਲ, ਇਦਾਂ ਦਾਅਵਿਆਂ ਦੇ ਨਾਲ ਇਹ ਕੰਮ ਨਹੀਂ ਹੋਣੇ। ਇਹ 21ਵੀਂ ਸਦੀ ਆ ਗਈ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਚੈਨਲ SP ਉਬਰਾਏ ਸਾਹਿਬ ਦੀ ਇੰਟਰਵਿਊ ਲੈਣ ਦੇ ਵੀ ਪੈਸੇ ਲੈਂਦੇ ਆ, ਉਹ ਤਾਂ ਜੀ ਹਜ਼ੂਰੀ ਉਹਨਾਂ ਨੇ ਕਰਨੀ ਹੈ। ਹੋ ਸਕਦਾ ਕਿ ਉਹ ਇਹ ਗੱਲਾਂ ਨਾ ਹਾਈਲਾਈਟ ਕਰਨ, ਪਰ ਸਾਡੇ ਕੋਲੇ ਆਪ ਦੀ ਸਟੇਜ ਹੈਗੀ ਆ, ਆਪ ਦੀ YouTube ਹੈਗੀ ਆ, ਆਪ ਦਾ Facebook ਪੇਜ ਹੈਗਾ, ਆਪ ਦਾ Instagram ਹੈਗਾ, ਤੇ ਅਸੀਂ ਤਾਂ ਇਹ ਚੀਜ਼ਾਂ ਪਬਲਿਕ ਦੇ ਸਾਹਮਣੇ ਰੱਖਾਂਗੇ। ਤੁਸੀਂ ਇਦਾਂ ਧਮਕੀਆਂ ਨਾ ਦਿਓ, ਤੁਸੀਂ ਬਹਿ ਕੇ ਗੱਲ ਕਰ ਲਓ, ਤੁਸੀਂ ਸਾਡੀਆਂ ਗੱਲਾਂ ਦੇ ਜਵਾਬ ਦੇ ਦਿਓ। ਤੁਸੀਂ ਲੋਕਾਂ ਨੂੰ ਧੋਖੇ 'ਚ ਰੱਖ ਕੇ ਆਪਣੇ ਲਗਜ਼ਰੀ ਲਾਈਫ ਜਿਉਣਾ ਬੰਦ ਕਰ ਦਿਓ, ਕਿਉਂਕਿ ਬਹੁਤ ਸਾਰੇ ਲੋਕ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ। ਪਰਮਾਤਮਾ ਦੀ ਏਡੀ ਬਖਸ਼ਿਸ਼ ਹੈ ਨੈਂਸੀ ਘੁੰਮਣ ਜੀ ਤੁਹਾਡੇ ਤੇ ਕਿ ਤੁਹਾਨੂੰ ਇੱਕ ਪਰਮਾਨੈਂਟ ਜੌਬ ਮਿਲੀ ਹੋਈ ਹੈ। ਉਹ ਕਿਵੇਂ ਮਿਲੀ ਹੋਈ ਹੈ ਉਹ ਜ਼ਿਆਦਾ ਤੁਹਾਨੂੰ ਪਤਾ ਜਾਂ ਤੁਹਾਨੂੰ ਦਿਵਾਉਣ ਵਾਲੇ ਨੂੰ ਪਤਾ। ਤੁਸੀਂ ਪਰਮਾਤਮਾ ਦਾ ਸ਼ੁਕਰ ਕਰੋ ਕਿ ਤੁਹਾਡੇ ਕੋਲ ਇੱਕ ਜੌਬ ਹੈ, ਤੁਹਾਡੇ ਕੋਲ ਰੈਗੂਲਰ ਇਨਕਮ ਹੈ ਜਿਹੜੀ ਤੁਹਾਡੇ ਖਰਚੇ ਚਲਾਉਣ ਵਾਸਤੇ ਹੈ। ਜਿੰਨੇ ਜ਼ਿਆਦਾ ਜੱਫੇ ਪਾਓਗੇ ਨਾ ਉਹਨੇ ਤੁਸੀਂ ਉਲਝੋਗੇ, ਫਸੋਗੇ, ਕਿਉਂਕਿ ਜੇ ਮੈਂ ਚਲੇ ਜਾਊਂਗਾ ਮੇਰੇ ਤੇ ਕੇਸ ਹੋ ਜਾਣਗੇ, ਮੈਨੂੰ ਜੇਲ੍ਹ 'ਚ ਸੁੱਟਿਆ ਜਾਊਗਾ, ਮੇਰੇ ਗੋਲੀ ਮਾਰੀ ਜਾਊਗੀ, ਮੇਰੀ ਜ਼ੁਬਾਨ ਬੰਦ ਕੀਤੀ ਜਾਊਗੀ। ਐਸੇ ਹੋਰ ਬੰਦੇ ਬਹੁਤ ਆਉਣਗੇ ਜਿਹੜੇ ਪਬਲਿਕ ਵਾਸਤੇ ਬੋਲਣਗੇ। ਤੁਸੀਂ ਸਾਰਿਆਂ ਦੀ ਜ਼ਬਾਨ ਨਹੀਂ ਜ਼ਬਰਦਸਤੀ ਬੰਦ ਕਰਾ ਸਕਦੇ, ਭਾਵੇਂ ਕਿੱਡੇ ਵੀ ਕਰੋੜਪਤੀ ਤੁਹਾਡੇ ਬੌਸ ਹੋਣ, ਕਿੱਡੇ ਵੀ ਅਰਬਪਤੀ ਹੋਣ, ਇਹ ਜ਼ਬਾਨਾਂ ਨਹੀਂ ਬੰਦ ਹੁੰਦੀਆਂ। ਮੈਂ ਅੱਜ ਦੀ ਜਿਹੜੀ ਤਾਜੀ ਧਮਕੀ ਦੀ ਵੀਡੀਓ ਹੈ ਕਿ ਥਾਣੇਦਾਰ ਸਾਹਿਬ ਫੋਨ ਕਰ ਰਹੇ ਨੇ, ਥਾਣੇਦਾਰ ਨੂੰ ਇਹ ਵੀ ਨਹੀਂ ਪਤਾ ਕਿ ਕਾਨੂੰਨ ਕੀ ਹੈ। ਅੱਗੇ ਸਵਾਲ ਜਵਾਬ ਨੇ 2 ਮਿੰਟ ਦੀ ਹੋਈ ਹੈ, ਇਹ ਸੁਣਨੀ ਬਹੁਤ ਜ਼ਰੂਰੀ ਹੈ। ਆ ਦੇਖੋ ਜੀ, ਇੱਕ ਧਮਕੀ ਆ ਰਹੀ ਹੈ ਕਿ ADGP ਕ੍ਰਾਈਮ ਸਾਹਿਬ ਨੇ ਤੁਹਾਨੂੰ ਬੁਲਾਇਆ। ADGP ਕ੍ਰਾਈਮ ਸਾਹਿਬ ਦੇ ਆਫਿਸ ਤੋਂ ਬੋਲ ਰਿਹਾ ਜੀ। ਹਾਂਜੀ ਸਰ। ਪ੍ਰੀਤ ਜੀ, ਅੱਜ ਮਾਨਯੋਗ ਹਾਈ ਕੋਰਟ ਨੇ ਇੱਕ ਆਰਡਰ ਕੀਤਾ ਹੈ, ਇੱਕ ਕੁਝ ਤੁਸੀਂ ਵੀਡੀਓਜ਼ ਪਾਈਆਂ ਹੋਈਆਂ ਨੇ ਕਿਸੇ ਉਬਰਾਏ ਦੇ ਖਿਲਾਫ। ਓਕੇ ਜੀ। ਹਾਂ, ਨਹੀਂ ਉਹ ਤੇ ਮੈਂ ਰਿਮੂਵ ਕਰ ਦਿੱਤੀ ਸੀਗੀ ਵੀਡੀਓ ਜਦੋਂ ਮੈਨੂੰ ਕਾਲ ਆ ਰਹੀ ਸੀ। ਤੇ ਦੱਸੋ ਫਿਰ ਵੀ ਤੁਸੀਂ ਬੋਲੋ। ਵੀਡੀਓ ਤੁਹਾਡੇ ਚੱਲ ਰਹੀ ਹੈ ਜੀ, ਉਹਦੇ ਰਿਗਾਰਡਿੰਗ ਕਲੈਰੀਫਿਕੇਸ਼ਨ adgpcrime@gmail.com ਤੇ ਜੇ ਰਿਮੂਵ ਕਰਤੀ ਹੈ ਤਾਂ ਉਹਦੀ ਡਿਟੇਲ ਭੇਜੋ ਜੀ, ਤੇ ਰਿਮੂਵ ਕਰਤੀ ਹੈ ADGP ਕ੍ਰਾਈਮ ਤਾਂ ਕੱਲ ਨੂੰ 11 ਵਜੇ ਦਫ਼ਤਰ ਦੇ ਵਿੱਚ ਆਊਗਾ। ਓਕੇ ਜੀ, ਮੈਨੂੰ ਤੁਸੀਂ ਮੇਲ ਆਈਡੀ ਕੋਲ ਸੈਂਡ ਕਰੋ ਤੇ ਉਹ ਜਿਹੜੀ ਵੀ ਨੋਟੀਫਿਕੇਸ਼ਨ ADGPcrime@gmail.com ADGPcrime@gmail.com ਠੀਕ ਹੈ ਜੀ, ਨੋ ਇਸ਼ੂਜ਼। ਮੈਨੂੰ ਫਿਰ ਵੀ ਤੁਸੀਂ WhatsApp ਕਾਲ ਕਰ ਦਿਓ, ਠੀਕ ਹੈ ਜੀ। ਜੋ ਵੀ ਆਰਡਰ ਉਹਨਾਂ ਨੇ ਰਿਲੀਜ਼ ਕੀਤਾ ਮੈਨੂੰ ਉਹ ਵੀ WhatsApp ਕਰ ਦੇਣਾ, ਠੀਕ ਹੈ ਜੀ। ਨਹੀਂ, ਉਹ ਮੇਰਾ ਕੰਮ ਨਹੀਂ ਜੀ, ਕੱਲ ਨੂੰ ਦਫ਼ਤਰ ਪਹੁੰਚੋ 11 ਵਜੇ ਸਾਫ਼ ਗੱਲ ਕਰ। ਦੇਖੋ ਜੀ, ਇਹ ਹੈਗਾ, ਇਹਦਾ ਬੰਦੇ ਦਾ ਵੀ ਮੈਂ ਪਤਾ ਕਰ ਲਿਆ ਕਿ ਕੌਣ ਹੈ। ਇਹ ਹੈਗਾ SP ਉਬਰਾਏ ਸਾਹਿਬ ਦਾ ਫਿਲਾ ਵਕੀਲ।
ਜਿਹੜਾ ਕਿਸੇ ਨੂੰ ਵੀ ਫੋਨ ਕਰ ਦਿੰਦਾ ਕਿ ਮੈਂ ADGP ਕ੍ਰਾਈਮ ਬ੍ਰਾਂਚ ਤੋਂ ਬੋਲ ਰਿਹਾ, ਤੁਸੀਂ ਵੀਡੀਓ ਰਿਮੂਵ ਕਰ ਦਿਓ, ਨਹੀਂ ਤਾਂ ADGP ਕ੍ਰਾਈਮ ਬ੍ਰਾਂਚ ਨੂੰ ਦਫ਼ਤਰ ਚ ਆ ਕੇ ਮਿਲੋ। ਨਾ ਦਫ਼ਤਰ ਦਾ ਪਤਾ ਦੱਸਦਾ, ਇਹ ਸਿਰਫ ਦਾਬੇ ਮਾਰਨ ਵਾਸਤੇ ਰੱਖਿਆ ਕਿ ਕੋਈ ਵੀ ਬੰਦਾ ਜਦੋਂ ਕੋਈ ਸਵਾਲ ਪੁੱਛੂਗਾ ਉਹਨੂੰ ਇਹ ਕਰਨਾ ਤੇ ਅਗਲਾ ਡਰ ਜਾਂਦਾ ਕਿ ADGP ਕ੍ਰਾਈਮ ਦੇ ਕੋਲ ਮੇਰਾ ਕੇਸ ਪਹੁੰਚ ਗਿਆ। ਤੇ ਗੱਲ ਕੀ ਕਹਿ ਰਿਹਾ ਕਿ ਹਾਈ ਕੋਰਟ ਦਾ ਆਰਡਰ ਹੈ ਤੁਹਾਡੇ ਅਗੇਂਸਟ। ਤੁਸੀਂ ਦੱਸੋ ਕਿ ਹਾਈ ਕੋਰਟ ਇੰਨਾ ਵਿਹਲਾ? ਹਾਈ ਕੋਰਟ ਤਾਂ ਉਹ ਫਾਈਲਾਂ ਵਗਾ ਕੇ ਮਾਰਦਾ ਹੈ ਜਿਹੜੀਆਂ ਬਹੁਤ ਵੱਡੀਆਂ ਅਹਿਮ ਨੇ, ਤੇ ਤੁਹਾਡੇ ਇੱਕ ਵੀਡੀਓ ਲਾਉਣ ਵਾਸਤੇ ਹਾਈ ਕੋਰਟ ਆਰਡਰ ਇਸ਼ੂ ਕਰੂਗਾ। ਤੇ ਇਸੇ ਤਰ੍ਹਾਂ ਜਿਹੜੇ ਬੱਚੇ ਨੇ ਜਿਹੜੇ ਕਾਨੂੰਨ ਨੂੰ ਨਹੀਂ ਜਾਣਦੇ ਉਹ ਵਿਚਾਰੇ ਡਰ ਜਾਂਦੇ ਆ। ਤੇ ਇਹ ਉਹ ਵੀਡੀਓ ਹੈ। ਤੇ ਹੁਣ ਇੱਕ ਜਿਹੜੀ ਲੇਟੈਸਟ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਇੱਕ ਥਾਣੇਦਾਰ ਤੋਂ ਉੱਥੇ ਬੈਠ ਕੇ, ਥਾਣੇ ਦੇ ਵਿੱਚ ਬੈਠ ਕੇ ਨੈਂਸੀ ਘੁੰਮਣ ਜੀ ਫੋਨ ਕਰਾ ਰਹੇ ਨੇ ਥਾਣੇਦਾਰ ਤੋਂ। ਹਾਂਜੀ ਇੱਥੇ ਬੜੇ ਲੋਕਲ ਹੀ ਰਹਿ ਤੁਹਾਡੇ? ਹਾਂਜੀ ਤੁਹਾਡੀ ਰਹਿਸ਼ ਲੋਕਲ ਪਟਿਆਲੇ ਹੈ? ਹਾਂਜੀ ਹਾਂਜੀ ਬਿਲਕੁਲ ਜੀ। ਅੱਛਾ ਇੱਥੇ ਸੀਗਾ ਪਲੀਜ਼, ਤੁਹਾਡੇ ਖਿਲਾਫ ਨਾ ਕੰਪਲੇਂਟ ਆਈ ਹੈ, ਨੈਂਸੀ ਘੁੰਮਣ ਨੇ ਦਿੱਤੀ ਆਪਣੀ ਕੰਪਲੇਂਟ। ਓਕੇ ਹਾਂਜੀ ਤੁਸੀਂ ਆਪਣੇ ਪੇਜ ਤੇ ਉਹਨਾਂ ਬਾਰੇ ਕੋਈ ਮੇਜਰ ਸਿੰਘ ਸੰਧੂ, ਓਕੇ ਤੁਹਾਡੇ ਪੇਜ ਤੋਂ ਮੈंने ਕੋਈ ਉਹਨਾਂ ਬਾਰੇ ਕੋਈ ਗਲਤ ਸ਼ਬਦ ਬੋਲੇ ਆ। ਮੇਜਰ ਸਿੰਘ ਸੰਧੂ, ਉਹ ਤਾਂ ਜੀ ਉਹਨਾਂ ਨੂੰ ਨੈਂਸੀ ਘੁੰਮਣ ਨੂੰ ਤੁਸੀਂ ਸਿੰਪਲ ਕਹੋ ਨਾ। ਸੋਸ਼ਲ ਮੀਡੀਆ ਦੇ ਉੱਤੇ ਮੇਜਰ ਸਿੰਘ ਸੰਧੂ ਨੇ ਆਪਣੇ ਪੇਜ ਦੇ ਉੱਤੇ ਪਾਈ ਹੈ। ਅਸੀਂ ਤਾਂ ਮੀਡੀਆ ਚੈਨਲ ਦੇ ਉੱਤੇ 20 ਸਾਲਾਂ ਤੋਂ ਕੰਮ ਕਰ ਰਹੇ ਹਾਂ। ਅਗਰ ਸੋਸ਼ਲ ਮੀਡੀਆ ਉੱਤੇ ਕਿਸੇ ਨੇ ਕੋਈ ਵੀ ਚੀਜ਼ ਕਿਸੇ ਬਾਰੇ ਸਰ, ਮੇਰੇ ਪੇਜ ਦੇ ਉੱਤੇ ਤਾਂ ਬਾਅਦ ਦੇ ਵਿੱਚ ਪਈ ਹੈ ਨਾ, ਪਹਿਲਾਂ ਮੇਜਰ ਸੰਧੂ ਦੇ ਪੇਜ ਦੇ ਉੱਤੇ ਉਹ ਚੀਜ਼ ਪਈ ਹੈ। ਮੇਜਰ ਸੰਧੂ ਦੇ ਪੇਜ ਤੋਂ ਚੱਕ ਕੇ ਮੈਂ ਆਪਣੇ ਪੇਜ ਦੇ ਉੱਤੇ ਸ਼ੇਅਰ ਕੀਤੀ ਹੈ। ਮੇਜਰ ਸੰਧੂ ਦੇ ਪੇਜ ਤੋਂ ਚੱਕ ਕੇ ਤੁਸੀਂ ਸ਼ੇਅਰ ਕੀਤੀ ਹੈ? ਹਾਂਜੀ ਬਿਲਕੁਲ ਜੀ। ਠੀਕ ਆ ਜੋ ਐਸਐਚਓ ਸਾਹਿਬ ਕਹਿੰਦੇ ਸੀਗੇ, ਐਸਐਚਓ ਸਾਹਿਬ 5 ਮਿੰਟ ਦੀ ਦਵਾਈ ਚ ਨਹੀਂ ਮੈਡਮ ਤਾਂ ਬੈਠੇ ਹੋਏ ਨੇ, ਉਹਨਾਂ ਨੂੰ ਕਹੋ ਤੁਸੀਂ ਜੋ ਕਾਰਵਾਈ ਕਰਨੀ ਹੈ ਮੇਜਰ ਸੰਧੂ ਦੇ ਖਿਲਾਫ ਕਰੋ। ਠੀਕ ਹੈ ਜੀ, ਲੀਗਲ ਪ੍ਰੋਸੀਜਰ ਜੋ ਹੈਗਾ ਹੈ, ਕਿਉਂਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਸਰ ਮੈਂ ਤਾਂ ਕਲੀਅਰ ਕਰ ਦਿੱਤਾ ਮੈਡਮ ਨੂੰ। ਤੁਹਾਡਾ ਨਾਂ ਹੈ, ਅਸੀਂ ਬਿਆਨ ਜੋ ਤੁਸੀਂ ਲਿਖਾਓਗੇ ਆਪਾਂ ਲਿਖ ਲਾਂਗੇ, ਕੋਈ ਗੱਲ ਨਹੀਂ। ਨਹੀਂ ਬਿਆਨ ਤਾਂ ਜੋ ਲਿਖਣਾ ਤੁਸੀਂ ਵੈਸੇ ਲਿਖ ਲਓ, ਨਹੀਂ ਤਾਂ ਤੁਸੀਂ ਸਿੰਪਲ ਕਰੋ ਮੈਡਮ ਨੇ ਜੋ ਤੁਹਾਨੂੰ ਸ਼ਿਕਾਇਤ ਦਿੱਤੀ ਹੈ ਕੋਈ ਗੱਲ ਨਹੀਂ ਤੁਸੀਂ ਦਰਜ ਕਰੋ। ਮੈਂ ਬਿਆਨ ਆ ਕੇ ਕੱਲ ਜਾਂ ਪਰਸੋਂ ਜਦੋਂ ਵੀ ਹੋਇਆ ਮੇਰੇ ਕੋਲ ਟਾਈਮ, ਮੈਂ ਆ ਕੇ ਕੱਲ ਮੋਰਨਿੰਗ ਆ ਜਾਓ, ਥੋੜੀ ਬਹਿ ਕੇ ਆਪਾਂ ਜਿੱਦਾਂ ਨਹੀਂ ਬੈਠਣ ਦੀ ਕੋਈ ਗੱਲ ਨਹੀਂ ਹੈਗੀ। ਮੈਡਮ ਨੂੰ ਕਹੋ ਤੁਸੀਂ ਉਹਨਾਂ ਕੋਲ ਤੁਸੀਂ ਕੰਪਲੇਨ ਕਰੋ। ਠੀਕ ਹੈ ਨਾ, ਕਿਹੜੇ ਵੀ ਹੱਥ ਦੇ ਉੱਤੇ ਇਹ ਕੰਪਲੇਨ ਕਰਦੇ ਨੇ। ਨਹੀਂ ਜੀ ਕੰਪਲੇਨ ਤਾਂ ਦੇਖੋ ਉਹਦਾ ਰੀਜ਼ਨ ਚਾਹੀਦਾ ਨਾ। ਮੇਰੇ ਤੇ ਡਾਇਰੈਕਟਲੀ ਇਹ ਕੰਪਲੇਨ ਕਰ ਨਹੀਂ ਸਕਦੇ। ਸੋਸ਼ਲ ਮੀਡੀਆ ਉੱਤੇ ਤਾਂ ਅਗਰ ਕਿਸੇ ਨੋਨ ਬੰਦੇ ਨੇ, ਹੁਣ ਅਗਰ ਐਡਵੋਕੇਟ ਮੇਜਰ ਸੰਧੂ ਨੇ ਕੋਈ ਗੱਲ ਪਾਈ ਹੈ ਆਪਣੇ ਪੇਜ ਦੇ ਉੱਤੇ, ਠੀਕ ਹੈ ਜੀ, ਅਗਰ ਉਸ ਬੰਦੇ ਨੇ ਕੋਈ ਆਥੈਂਟਿਕ ਗੱਲ ਕੀਤੀ, ਉਹ ਕਿਸੇ ਇੱਕ ਬਾਰੇ ਥੋੜੀ ਕਰਦਾ ਆ। ਉਹ ਤਾਂ ਹੁਣ ਪ੍ਰਦੀਪ ਵਿਰਕ ਹੈ ਜਿਹਨੇ ਕੀ ਬੋਲਦੇ DGP ਪੰਜਾਬ ਜਿਹੜਾ ਹੈਗਾ ਆ, ਉਹਦੇ ਬਾਰੇ ਹੁਣ ਕੀ ਬੋਲਦੇ ਸੁਮੇਰ ਸੈਣੀ ਬਾਰੇ ਜਿਹੜੀ ਗੱਲ ਕਰ ਰਿਹਾ ਆ, ਠੀਕ ਹੈ ਜੀ, ਉਹਦੇ ਬਾਰੇ ਇੰਨਾ ਕੁਝ ਬੋਲਿਆ, ਸਾਰੀ ਦੁਨੀਆ ਉਹਦੀਆਂ ਵੀਡੀਓਜ਼ ਚੱਕਦੀ ਹੈ। ਠੀਕ ਹੈ ਜੀ, ਪਿੱਛੇ ਸਿੱਧੂ ਮੂਸੇਵਾਲੇ ਦੀਆਂ ਉੱਤੇ ਉਹ ਇੰਨਾ ਕੁਝ ਉਹਨੇ ਬੋਲਿਆ, ਸਾਰੇ ਚੈਨਲ ਨੇ ਉਹਦੀਆਂ ਵੀਡੀਓਜ਼ ਚੱਕੀਆਂ। ਠੀਕ ਹੈ, ਹੁਣ ਉਹ ਇੱਕ ਨੋਨ ਪਰਸਨੈਲਿਟੀ ਹੈ ਜਿਹੜਾ ਆਪਣੇ ਵਿਊ ਪੁਆਇੰਟ ਰੱਖਦਾ ਹੈ ਮਤਲਬ ਸੋਸ਼ਲ ਮੀਡੀਆ ਉੱਤੇ, ਫੇਸਬੁੱਕ ਉੱਤੇ। ਠੀਕ ਹੈ, ਹੁਣ ਕੱਲ ਨੂੰ ਅਸੀਂ ਖਹਿਰੇ ਦੀ ਵੀਡੀਓ ਚੱਕ ਕੇ ਅਸੀਂ ਪਾਉਂਦੇ ਹਾਂ ਤਾਂ ਖਹਿਰੇ ਦੀ ਵੀਡੀਓ ਦੇ ਖਿਲਾਫ ਕੋਈ ਵੀ ਆ ਕੇ ਬਹਿ ਜਾਊਗਾ ਕਿ ਇਹਨੇ ਵੀਡੀਓ ਖਹਿਰਾ ਸਾਡੇ ਖਿਲਾਫ ਬੋਲਿਆ ਜੀ, ਉਹ ਬੰਦੇ ਨੂੰ ਤਲਬ ਕਰੋ। ਹੁਣ ਸਾਡਾ ਦਾ ਚੈਨਲ 20 ਸਾਲਾਂ ਤੋਂ ਚੱਲਦਾ ਪਿਆ ਆ, ਇਹ ਕੋਈ ਸੈਂਸ ਥੋੜੀ ਬਣਦੀ ਹੈ। ਜ਼ਿਆਦਾ ਹੈ ਮੈਡਮ ਨੂੰ ਕਹੋ ਤੁਸੀਂ ਲੀਗਲ ਨੋਟੀਫਿਕੇਸ਼ਨ ਭੇਜੋ, ਮੈਂ ਲੀਗਲੀ ਆਨਸਰ ਦੇਣਾ ਹੈ। ਇਹ ਵੀ ਮਤਲਬ ਹੀ ਨਹੀਂ ਬਣਦਾ ਹੁੰਦਾ। ਬੱਚਿਆਂ ਵਾਲੀ ਖੇਡ ਥੋੜੀ ਉਹਨਾਂ ਨੂੰ ਪੇਜ ਚੱਕ ਕੇ ਪਾ ਦਿੱਤਾ ਓਬਵੀਅਸ ਹੈ, ਅਸੀਂ ਤਾਂ ਪੇਜ ਦੇ ਉੱਤੇ ਚੱਕ ਕੇ ਪਾਈ ਆ। ਉਹਨੇ ਕਿ ਤੁਸੀਂ ਐਕਸ਼ਨ ਲੈਣਾ, ਮੇਜਰ ਸੰਧੂ ਦੇ ਖਿਲਾਫ ਤੇ ਕੰਪਲੇਨ ਕਰੋ, ਹਿੰਮਤ ਹੈਗੀ ਹੈ ਮੇਜਰ ਸੰਧੂ ਦੇ ਖਿਲਾਫ ਨੋਟੀਫਿਕੇਸ਼ਨ ਜਾਰੀ ਕਰੋ, ਆਪਣੇ ਆਪ ਨਿਬੜਨਗੇ ਉਹ। ਇਹਨਾਂ ਨੂੰ ਕਿਹੜਾ ਨਹੀਂ ਪਤਾ, ਬੱਚੇ ਥੋੜੀ ਨੇ। ਮੀਡੀਆ ਅਦਾਰੇ ਜਿੰਨੇ ਵੀ ਖੁੱਲੇ ਹੋਏ ਨੇ, ਮੈਂ ਹੁਣ ਚੜ੍ਹਦੀ ਕਲਾ 'ਚ ਵੀ ਕੰਮ ਕੀਤਾ, ਰੱਖੜਾ ਸਾਹਿਬ ਦੇ ਚੈਨਲ ਦੇ ਵਿੱਚ ਵੀ ਕੰਮ ਕੀਤਾ। ਇਹਦਾ ਇਹ ਮਤਲਬ ਥੋੜੀ ਹੈ ਕਿ ਕਿਸੇ ਨੂੰ ਵੀ ਚੱਕ ਕੇ ਧਮਕੀਆਂ ਦੇਣ ਲੱਪਣਗੇ। ਮੈਨੂੰ ਪਹਿਲਾਂ ਥ੍ਰੈਟ ਕਾਲਸ ਆਈਆਂ ਨੇ, ਮੈਡਮ ਨੇ ਆਪ ਮੈਨੂੰ ਕਾਲ ਕੀਤੀ ਹੈ ਪਹਿਲਾਂ, ਮੈਡਮ ਨੇ ਕੀਤੀ ਉਸ ਵਾਰ। ਮੇਰਾ ਗੁਰਬਾਣੀ ਅਖੰਡ ਬਾਣੀ, ਗੁਰਬਾਣੀ ਚੈਨਲ ਹੈ ਜੀ ਮੇਰਾ, ਗੁਰਬਾਣੀ ਅਖੰਡ ਬਾਣੀ। ਠੀਕ ਹੈ ਜੀ, ਮੈਡਮ ਨੇ ਮੈਨੂੰ ਪਹਿਲਾਂ ਵੀ ਕਾਲ ਕਰਵਾਈ ਹੈ। ਉਸ ਤੋਂ ਬਾਅਦ ਇਲਾਵਾ TV 24 ਤੋਂ ਮੈਨੂੰ ਕਾਲ ਆਈ ਕਿ ਰਿਕਾਰਡਿੰਗ ਮੇਰੇ ਕੋਲ ਪਈ ਹੋਈ ਹੈ ਉਸ ਚੀਜ਼ ਦੇ ਉੱਤੇ। ਠੀਕ ਹੈ ਜੀ, ਤੇ ਉਹ ਰਿਕਾਰਡਿੰਗ ਜਿਹੜੀਆਂ ਹੈਗੀਆਂ ਨੇ ਉਹ ਸਾਰੀਆਂ ਸੋਸ਼ਲ ਮੀਡੀਆ ਉੱਤੇ ਵੀ ਪਈਆਂ ਹੋਈਆਂ ਨੇ। ਇਹਨਾਂ ਨੂੰ ਕਹੋ ਅਗਰ ਵਾਕਈ ਹੀ ਆਪਣੀ ਥਾਂ ਦੇ ਉੱਤੇ ਤੁਸੀਂ ਸਹੀ ਹੋ, ਮੇਜਰ ਸੰਧੂ ਨੇ ਤੁਹਾਨੂੰ ਟਾਰਗੇਟ ਕੀਤਾ ਹੈ, ਉਹਨੇ ਇਲਜ਼ਾਮ ਲਾਏ ਨੇ, ਉਹਦੇ ਖਿਲਾਫ ਤੁਸੀਂ ਕੰਪਲੇਨ ਕਰੋ। ਓਕੇ, ਕਿਸੇ ਵੀ ਚੈਨਲ ਨੂੰ, ਹਾਂਜੀ ਕਿਸੇ ਵੀ ਚੈਨਲ ਨੂੰ, ਕਿਸੇ ਵੀ ਅਦਾਰੇ ਨੂੰ ਕੰਪਲੇਨ ਕਰਨਾ ਕੋਈ ਮਤਲਬ ਨਹੀਂ ਬਣਦਾ। ਆਹੋ ਚਲੋ ਤੁਸੀਂ ਤਾਂ ਉਹਦਾ ਜਿਹੜਾ ਉਹਨੇ ਕਰ ਪਾਇਆ ਉਹ ਚੱਕ ਕੇ ਤੁਸੀਂ ਆਪਣੇ ਚੈਨਲ ਤੇ ਉਹ ਕਰ ਦਿਓ। ਬਿਲਕੁਲ ਜੀ ਬਿਲਕੁਲ, ਜਾਂ ਤਾਂ ਮੈਨੂੰ ਤਾਂ ਬਲੇਮ ਕਰਨਾ ਕਿ ਮੈਂ ਆਪਣੇ ਵੱਲੋਂ ਕੋਈ ਐਲੀਗੇਸ਼ਨ ਇਹਨਾਂ ਤੇ ਲਾਇਆ ਹੋਵੇ।
ਬਿਲਕੁਲ ਠੀਕ ਹੈ। ਓਕੇ ਜੀ, ਧੰਨਵਾਦ। ਓਕੇ ਭਾਈ ਜੀ, ਥੈਂਕ ਯੂ ਵੈਰੀ ਮਚ। ਮੈਂ ਤੁਹਾਨੂੰ ਵੀ ਰਿਕੁਐਸਟ ਕਰੂੰਗਾ ਦੇਖਣ ਵਾਲਿਓ ਕਿ ਜਿਹੜੇ ਪੁਲਿਸ ਦੀ ਵਰਦੀ ਦੇਖ ਕੇ ਡਰ ਜਾਂਦੇ ਨੇ ਜਾਂ ਇੱਕ ਕਾਲ ਦੇ ਉੱਤੇ ਬਿਲਕੁਲ ਆਪਣਾ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ ਜੋ ਪੁਲਿਸ ਵਾਲੇ ਕਰਾਉਂਦੇ ਨੇ, ਉਹਨਾਂ ਦੇ ਅੱਗੇ ਥੋੜੀ ਜੀ ਲੀਗਲ ਜਾਣਕਾਰੀ ਰੱਖ ਕੇ ਉਹਨਾਂ ਦੇ ਸਵਾਲ ਜਵਾਬ ਕਰਿਆ ਕਰੋ। ਹੁਣ ਤੁਸੀਂ ਦੇਖੋ ਕਿ ਥਾਣੇਦਾਰ ਨੇ ਪਹਿਲਾਂ ਜਿਹੜੀ ਲੈਂਗੁਏਜ ਕਿਹੜੀ ਯੂਜ਼ ਕੀਤੀ ਕਿ ਤੁਸੀਂ ਆਓ ਜੀ ਇੱਥੇ ਤੁਹਾਡੇ ਬਿਆਨ ਲਿਖੀਏ, ਤੁਹਾਡੇ ਖਿਲਾਫ ਕੰਪਲੇਨ ਆਈ ਹੈ, ਤੇ ਮੁੜ ਕੇ ਜਦੋਂ ਅਗਲੇ ਨੇ ਦੱਸਿਆ ਕਿ ਮੈਂ ਤਾਂ ਕਿਸੇ ਦੀ ਸ਼ੇਅਰ ਕੀਤੀ ਹੈ, ਤੁਸੀਂ ਮੇਰੇ ਤੇ ਕੰਪਲੇਨ ਕਿਵੇਂ ਕਰ ਸਕਦੇ ਹੋ, ਮੇਰੇ ਬਿਆਨ ਕਿਵੇਂ ਕਰਾ ਸਕਦੇ ਹੋ। ਮੈਡਮ ਨੂੰ ਕਹੋ ਕਿ ਜਿਹੜਾ ਬੋਲਣ ਵਾਲਾ ਬੰਦਾ ਆ ਜਿਹਨੇ ਤੁਹਾਨੂੰ ਸਵਾਲ ਪੁੱਛੇ ਹੈ ਤੇ ਉਹਨੂੰ ਜਾ ਕੇ ਪੁੱਛੋ, ਉਹ ਤੁਹਾਨੂੰ ਦੱਸੇਗਾ, ਉਹ ਜਵਾਬ ਦੇਊਗਾ। ਕੇਸ ਕਰਨਾ ਉਹਦੇ ਤੇ ਕਰੋ। ਮੈਂ ਬੈਠਾ ਆ, ਮੈਂ ਬੋਲ ਰਿਹਾ, ਮੇਰਾ ਚਿਹਰਾ ਸਾਹਮਣੇ ਆ ਰਿਹਾ, ਮੂੰਹ ਮੈਡਮ ਕਹਿੰਦੇ ਆ ਕਿ ਮੇਰੀ ਸ਼ਕਲ ਨਹੀਂ। ਨੈਂਸੀ ਘੁੰਮਣ ਜੀ, ਤੁਸੀਂ ਜਿਹੜੀ ਵੀ ਵਾਰਤਾਲਾਪ ਕਰਨੀ ਹੈ ਤੁਸੀਂ ਆਮ ਕਰਕੇ ਬੜਾ ਸੋਹਣਾ ਬਿਊਟੀ ਪਾਰਲਰ ਜਾ ਕੇ ਮੇਕਅਪ ਕਰਕੇ ਬਹੁਤ ਸੋਹਣੇ ਵਾਲ ਬਣਾ ਕੇ ਬੜੀ ਵਧੀਆ ਸਮਾਈਲ ਦੇ ਕੇ ਵੀਡੀਓ ਪਾਉਂਦੇ ਹੋ ਆਪਣੇ ਪੇਜਾਂ ਦੇ ਉੱਤੇ, ਇਹਦੇ ਬਾਰੇ 'ਚ ਵੀ ਵੀਡੀਓ ਪਾ ਦਿਓ। ਮੈਂ ਹਜੇ ਤੁਹਾਡੇ ਤੇ ਤੁਹਾਡੀ NGO ਤੇ ਕੋਈ ਐਕਸ਼ਨ ਨਹੀਂ ਲਿਆ। ਮੈਂ ਤਾਂ ਤੁਹਾਨੂੰ ਇਹੀ ਕਿਹਾ ਕਿ ਤੁਸੀਂ ਜਿਹੜੇ ਕੰਮ ਕਰਦੇ ਹੋ ਇਹ ਪਬਲਿਕਲੀ ਇਹ ਠੀਕ ਨਹੀਂ ਹੈਗੇ। ਤੁਸੀਂ ਜੇ NGO ਦੇ ਵਿੱਚ ਸੇਵਾ ਕਰਨੀ ਹੈ ਨਾ, ਤੁਸੀਂ ਪਹਿਲਾਂ ਤਾਂ ਲਓ ਆਪਣੇ ਕੰਮ ਤੋਂ, ਜਿੱਥੇ ਸਰਕਾਰੀ ਨੌਕਰੀ ਕਰਦੇ ਹੋ ਉੱਥੇ ਜਿਹੜੀ ਕੰਪੀਟੀਟਿਵ ਅਥਾਰਟੀ ਹੈ ਉਹਨੂੰ ਐਪਲੀਕੇਸ਼ਨ ਪਾਓ ਕਿ ਮੈਂ ਸਾਈਡ ਕੰਮ ਕਰਨਾ ਚਾਹੁੰਦਾ, ਨੇਚਰ ਆਫ ਵਰਕ ਮੇਰੀ ਕੀ ਹੈ ਤੇ ਮੈਂ ਕੀ ਕਰਨਾ ਚਾਹੁੰਦੀ ਆ, ਤੇ ਉਹ ਤੁਹਾਨੂੰ ਪਰਮਿਸ਼ਨ ਦਿੰਦੇ ਨੇ ਕਿ ਨਹੀਂ ਦਿੰਦੇ। ਜੇ ਉਹ ਤੁਹਾਨੂੰ ਇਹ ਕੰਮ ਕਰਨ ਦੀ ਪਰਮਿਸ਼ਨ ਦਿੰਦੇ ਆ, ਤੁਸੀਂ ਇੰਗਲੈਂਡ ਨਹੀਂ, ਦੁਬਈ ਨਹੀਂ, ਮੈਂ ਤਾਂ ਕਹਿੰਦਾ ਤੁਸੀਂ ਸਾਰਾ ਵਰਲਡ ਘੁੰਮੋ ਇਹਦੇ ਬੇਸ ਤੇ, ਪਰ ਤੁਸੀਂ ਲੀਗਲੀ ਲੋਕਾਂ ਨੂੰ ਉਹਦਾ ਹਿਸਾਬ ਕਿਤਾਬ ਦੇਣਾ ਬਣਦਾ। ਹੁਣ ਤੁਸੀਂ ਦੇਖੋ NGO ਦੇ ਕਿੰਨੇ ਰੌਲੇ ਪਏ ਹੋਏ ਨੇ, PP ਗੋਲਡੀ ਦਾ ਰੌਲਾ ਪਿਆ, ਪਨੀਤ PP ਦਾ ਰੌਲਾ ਪਿਆ, ਹੋਰ ਕਿੰਨੇ ਜਿਹੜੇ ਰੌਲੇ ਪਏ ਹੋਏ ਨੇ। ਉਹਦੇ ਵਿੱਚ ਪਬਲਿਕ ਨੂੰ ਹੁਣ ਪਤਾ ਲੱਗ ਗਿਆ ਕਿ ਜੇ ਇਹਨਾਂ ਨੂੰ 4 ਲੱਖ ਰੁਪਈਆ ਆਉਂਦਾ 3 ਲੱਖ ਖਾ ਜਾਂਦੇ ਆ ਤੇ ਲੱਖ ਰੁਪਈਆ ਇਹ ਲਾ ਦਿੰਦੇ ਆ। ਹੁਣ ਕੌਣ ਬੰਦਾ ਪੁਲਿਸ ਦੀ ਵਰਦੀ ਪਾ ਕੇ ਨਾਲੇ ਪੁਲਿਸ ਦੀ ਡਿਊਟੀ ਵੀ ਕਰੂਗਾ ਤੇ ਨਾਲੇ ਲੋਕਾਂ ਦੀ ਸੇਵਾ ਵੀ ਕਰੂਗਾ? ਇਹ ਪੁਲਿਸ ਵਾਲਿਆਂ ਨੂੰ ਕਦੋਂ ਤੋਂ ਫੁਰਨਾ ਫੁਰ ਗਿਆ ਕਿ ਉਹ ਸੇਵਾ ਬਹੁਤ ਵਧੀਆ ਕਰ ਸਕਦੇ ਆਮ ਪਬਲਿਕ ਨਾਲੋਂ। ਕਿੰਨੇ ਵਿਹਲੇ ਬੰਦੇ ਬੈਠੇ ਨੇ ਜਿਹੜੇ ਇਹ ਕੰਮ ਨੂੰ ਬੜੀ ਨਿਪੁੰਨਤਾ ਨਾਲ ਕਰ ਸਕਦੇ, ਬੜੀ ਖੁੱਲ੍ਹਦਿਲੀ ਨਾਲ ਕਰ ਸਕਦੇ ਆ। ਕੀ ਗੱਲ ਇਹ ਇਕੱਲੇ ਪੁਲਿਸ ਵਾਲੇ ਹੀ ਰਹਿ ਗਏ ਸੇਵਾ ਕਰਨ ਵਾਸਤੇ? ਤੇ ਇਹਨਾਂ ਨੂੰ ਅਲਾਓ ਕੌਣ ਕਰਦਾ? ਖਾਸ ਕਰਕੇ ਪੁਲਿਸ ਦੀ ਵਰਦੀ ਦੇ ਵਿੱਚ NGO ਚਲਾਉਣਾ ਵਿਦਆਊਟ ਐਨੀ ਰਜਿਸਟ੍ਰੇਸ਼ਨ, ਦਿਸ ਇਜ਼ ਅ ਫਰਾਡ। IPC 420 ਦੇ ਅਧੀਨ ਮੈਂ ਉਹ ਗੱਲ ਕਰ ਰਿਹਾ ਸੀ ਕਿ ਐਂਟੀਸਪੇਟਰੀ ਬੇਲ ਵੀ ਜੌਨ ਬੈਂਸ ਨੂੰ ਉਰਫ ਅਵਿਨਾਸ਼ ਕੁਮਾਰ ਨੂੰ ਮਿਲੀ ਨਹੀਂ, ਉਹਦੀ ਗ੍ਰਿਫਤਾਰੀ ਹੋਊਗੀ। ਉਹਦੇ ਤੇ ਧਾਰਾ ਲੱਗੀ ਹੈ ਬੜੀ ਸੰਗੀਨ, IPC ਦੀ 420 ਉਹਦੇ ਤੇ ਧਾਰਾ ਲੱਗੀ ਹੈ, 120B ਲੱਗੀ ਹੈ, ਤੇ ਤੁਹਾਡੇ ਤੇ ਤਾਂ ਹਜੇ ਕੁਝ ਵੀ ਨਹੀਂ ਲੱਗਿਆ। ਤੁਹਾਨੂੰ ਤਾਂ ਅਸੀਂ ਸਿਰਫ ਤੇ ਸਿਰਫ ਨਸੀਹਤ ਦੇ ਰਹੇ ਹਾਂ ਕਿ ਬੀਬਾ ਇਹ ਕੰਮ ਠੀਕ ਨਹੀਂ, ਕਿਉਂਕਿ ਜਿੰਨੀਆਂ ਜਨਾਨੀਆਂ ਤੁਹਾਡੇ ਨਾਲ ਲੱਗੀਆਂ ਨੱਚਣ ਵਾਲੀਆਂ, ਚਾਹੇ ਗਾਉਣ ਵਾਲੀਆਂ, ਚਾਹੇ ਕੋਈ ਹੋਰ ਹੈ, ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਆਪਣਾ ਦੇਖਣਾ ਚਾਹੀਦਾ ਕਿ ਉਹ ਜਿਹਦੇ ਨਾਲ ਲੱਗੇ ਹੈ ਕਿ ਉਹ ਕਿਤੇ ਇਲੀਗਲ ਤਾਂ ਨਹੀਂ ਹੋ ਰਿਹਾ। ਜੇ ਤੁਸੀਂ ਕਰਨਾ ਚਾਹੁੰਦੇ ਹੋ ਸਾਰੀ ਚੀਜ਼ ਲੀਗਲੀ ਕਰਨੀ ਚਾਹੀਦੀ ਹੈ, ਉਹਦੇ ਅਕਾਊਂਟ ਵੀ ਲੋਕਾਂ ਦੇ ਸਾਹਮਣੇ ਕਰਨੇ ਚਾਹੀਦੇ ਆ, ਉਹਦਾ ਪੈਸਾ ਵੀ ਦੱਸਣਾ ਚਾਹੀਦਾ ਕਿ ਮੈਨੂੰ ਕਿੱਥੋਂ ਕਿੰਨੇ ਪੈਸੇ ਆਉਂਦੇ, ਕਿੱਥੋਂ ਕਿੰਨੇ ਪੈਸੇ ਆਉਂਦੇ ਆ। ਜਿਹੜੀ ਲੋਕ ਸੇਵਾ ਹੁੰਦੀ ਹੈ, ਹੁਣ ਜਿਹੜੀ NGO ਹੁੰਦੀ ਹੈ, ਹੋ ਸਕਦਾ ਬਹੁਤਿਆਂ ਨੂੰ ਉਹਦੀ ਫੁੱਲ ਫਾਰਮ ਵੀ ਨਾ ਪਤਾ ਹੋਵੇ। NGO ਦਾ ਮਤਲਬ ਹੁੰਦਾ ਹੈ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ, ਪਰ ਉਹਦੀ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਨਾ, ਜਿਹੜੀ ਉਹ ਸੁਸਾਇਟੀ ਦੀ ਰਜਿਸਟ੍ਰੇਸ਼ਨ ਆਫਿਸ ਹੁੰਦਾ ਨਾ, ਜਿਹੜਾ ਰਜਿਸਟ੍ਰੇਸ਼ਨ ਕਰਦਾ ਸੁਸਾਇਟੀ ਦੀ, ਉਹਨੂੰ ਸੰਵਿਧਾਨ ਲਿਖ ਕੇ ਉਹਦੀ ਕਾਪੀ ਦੇਣੀ ਪੈਂਦੀ ਹੈ ਕਿ ਸਾਡੀ ਕਨਸਟੀਟਿਊਸ਼ਨ ਕੀ ਹੈ ਜਿਹੜੀ ਅਸੀਂ NGO ਚਲਾ ਰਹੇ ਹਾਂ, ਉਹਦੇ 'ਚ ਕਿੰਨੇ ਮੈਂਬਰ ਨੇ, ਉਹਦੇ 'ਚ ਅਸੀਂ ਕੀ ਕੀ ਕਰਾਂਗੇ, ਤੇ ਫਿਰ ਹਰ ਸਾਲ ਉਹਦਾ ਆਡਿਟ ਕਿ ਕਿੰਨੇ ਪੈਸੇ ਇਕੱਠੇ ਹੋਏ ਤੇ ਕਿੰਨੇ ਪੈਸੇ ਅਸੀਂ ਲੋਕ ਭਲਾਈ ਤੇ ਜਾਂ ਜਿਹੜੇ ਕੰਮ ਵਾਸਤੇ ਚਲਾਈ ਸੀ ਉਹਦੇ ਤੇ ਸਪੈਂਡ ਕੀਤੇ। ਕਿਉਂਕਿ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੁੰਦੀ ਹੈ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਟਾਟਾ ਸਫਾਰੀ ਜਾਂ ਹੋਰ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਚੈਰਿਟੀ ਦੇ ਜਾਂ NGO ਦੇ ਪੈਸੇ ਦੇ ਵਿੱਚੋਂ ਤੁਸੀਂ ਆਪਣੇ ਘਰੇ ਖੜੀਆਂ ਕਰ ਲਓ, ਜਾਂ ਫਿਰ ਤੁਸੀਂ ਹੋਰ ਆਪਣੀਆਂ ਐਸ਼ਪ੍ਰਸਤੀ ਵਾਸਤੇ ਚੀਜ਼ਾਂ ਕਰੋ, ਜਾਂ ਫਿਰ ਅਮਰੀਕਾ ਕੈਨੇਡਾ ਦੇ ਤੁਸੀਂ ਟੂਰ ਲਾਓ NGO ਦੇ ਵਿੱਚੋਂ। ਹਾਂ, ਰੀਜ਼ਨੇਬਲ ਜਿਹੜੀ ਕਾਸਟ ਹੈ ਜੇ ਤੁਹਾਨੂੰ ਪ੍ਰੋਫਿਟ ਹੋ ਰਿਹਾ, ਪਰ ਇਹ ਲੋਕਾਂ ਦੇ ਸਾਹਮਣੇ ਬੜੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਰੱਖਣਾ ਪੈਂਦਾ। ਅਸੀਂ ਡਾਂਗ ਲੈ ਕੇ ਤੁਹਾਡੇ ਮਗਰ ਨਹੀਂ ਪਏ, ਅਸੀਂ ਤਾਂ ਸਿਰਫ ਤੁਹਾਨੂੰ, ਤੁਸੀਂ ਪਟਿਆਲੇ ਦੇ ਹੋ, ਤੁਹਾਨੂੰ ਇਹ ਸਮਝਾ ਰਹੇ ਹਾਂ। ਮੈਂ ਪੰਜਾਬੀ ਯੂਨੀਵਰਸਿਟੀ ਦਾ ਸਟੂਡੈਂਟ ਹਾਂ। ਇੱਕ ਹੋਰ ਲੰਬੀ ਹੋ ਜੂਗੀ ਵੀਡੀਓ, ਇੱਕ ਹੋਰ ਭਾਈ ਸਾਹਿਬ ਆਏ ਨੇ ਜੀ, ਉਹ ਗਾਲਾਂ ਹੀ ਕੱਢਣ ਤੇ ਲੱਗ ਗਏ। ਉਹਨਾਂ ਦਾ ਨਾਮ ਹੈ ਲਾਭ ਸਿੰਘ ਆਲੂਵਾਲੀਆ। ਉਹ ਕਹਿੰਦੇ ਜੀ ਮੈਂ ਤਾਂ ਕਹਿੰਦਾ ਚੜ੍ਹਦੀ ਕਲਾ ਵਾਲੇ ਦਰਦੀ ਦੇ ਛੱਕੇ ਛੜਾ ਦਿੱਤੇ।
ਮੈਂ ਤਾਂ ਇਹ ਕਰ ਦਿੱਤਾ। ਉਹ ਐਸਪੀ ਉਬਰਾਏ ਸਾਹਿਬ ਦੇ ਬਹੁਤ ਨੇੜਲੇ ਬੰਦੇ ਨੇ, ਉਹ ਕਹਿੰਦੇ ਵੀ ਮੈਂ ਤਾਂ ਟੰਗਾਂ ਪਾੜ ਦੂੰ ਜੇ ਮੇਜਰ ਸੰਧੂ ਮਿਲ ਗਿਆ। ਆਹਲੂਵਾਲੀਆ ਸਾਹਿਬ ਇੰਨੇ ਤੱਤੇ ਨਾ ਹੋਵੋ, ਤੁਹਾਡੀ ਫੋਟੋ ਦੇਖੀ ਹੈ ਮੈਂ, ਪਰਸਨੈਲਿਟੀ ਚੰਗੀ ਲੱਗਦੀ ਹੈ। ਦਰਦੀ ਸਾਹਿਬ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਤੁਹਾਡੇ ਕੀ ਰੌਲੇ ਸੀ, ਇਹ ਬੜੀ ਲੰਮੀ ਸਟੋਰੀ ਹੈ। ਅਗਲੇ ਐਪੀਸੋਡ ਦੇ ਵਿੱਚ ਇਹ ਮੈਂ ਲੋਕਾਂ ਸਾਹਮਣੇ ਰੱਖੂੰਗਾ ਤਾਂ ਕਿ ਤੁਹਾਡਾ ਵੀ ਪਤਾ ਲੱਗ ਜੇ ਲੋਕਾਂ ਨੂੰ ਕਿ ਤੁਸੀਂ ਕੌਣ ਹੋ, ਤੁਸੀਂ ਚੈਨਲ ਕਿਵੇਂ ਚਲਾਇਆ, ਚੈਨਲ ਤੇ ਕਿਹੜੇ ਕਿਹੜੇ ਬੰਦੇ ਰੱਖੇ। ਆਹਲੂਵਾਲੀਆ ਸਾਹਿਬ, ਦੁਸ਼ਮਣ ਕੋਈ ਬਾਹਰਲੇ ਕੰਟਰੀ ਤੋਂ ਨਹੀਂ ਆਉਂਦੇ ਹੁੰਦੇ, ਜਿਹੜੇ ਆਪਣੇ ਦੋਸਤ ਹੁੰਦੇ ਨੇ ਉਹੀ ਦੁਸ਼ਮਣ ਬਣਦੇ ਆ। ਤੇ ਦੂਜੀ ਗੱਲ, ਤੁਹਾਡੀ ਬੇਟੀ, ਮਾਵਾਂ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਤੁਹਾਡੀ ਬੇਟੀ ਸਾਡੀ ਬੇਟੀ ਹੈ। ਬੇਟੀ ਜੇ ਤੁਹਾਡੀ ਪੜ੍ਹ ਲਿਖ ਕੇ ਇੰਨੀ ਮਿਹਨਤ ਕਰਕੇ ਉਹ ਜੱਜ ਬਣ ਗਈ ਹੈ ਤਾਂ ਇਹਦਾ ਇਹ ਮਤਲਬ ਨਹੀਂ ਤੁਸੀਂ ਉਹਦਾ ਨਾਮ ਖਰਾਬ ਕਰੋ, ਕਿਸੇ ਨੂੰ ਧਮਕੀਆਂ ਦਿਓ, ਮੇਰੇ ਵਰਗੇ ਬੰਦੇ ਨੂੰ ਕਿ ਮੈਂ ਤਾਂ ਜੀਬਾਂ ਕਢਾਤੀਆਂ ਸੀ ਚੜ੍ਹਦੀ ਕਲਾ ਵਾਲੇ ਦਰਦੀ ਦੀਆਂ, ਮੈਂ ਤਾਂ ਇਹ ਕਰਾਂ। ਉਹ ਸ਼ਰੀਫ ਬੰਦੇ ਸੀ ਵਿਚਾਰੇ, ਸਾਊ ਬੰਦੇ ਨੇ, ਭੋਲੇ ਬੰਦੇ ਨੇ, ਉਹ ਝਗੜੇ ਤੋਂ ਡਰ ਗਏ। ਤੁਹਾਡੇ ਤੇ ਕਿੰਨੇ ਪਰਚੇ ਦਰਜ ਹੋਏ ਉਹ ਮੇਰੇ ਕੋਲੇ ਪੂਰੀ ਡਿਟੇਲ ਹੈ। ਤੁਸੀਂ ਕਿੰਨੇ ਪਰਚੇ ਕਿਹੜੇ ਲੋਕਾਂ ਤੇ ਦਰਜ ਕਰਾਏ ਉਹ ਮੇਰੇ ਕੋਲੇ ਪੂਰੀ ਡਿਟੇਲ ਹੈ। ਤੁਸੀਂ ਸਿਆਸਤ ਦੇ ਵਿੱਚ ਆਉਣਾ, ਕੱਲ ਨੂੰ ਇਲੈਕਸ਼ਨ ਦੇ ਵਿੱਚ ਖੜੇ ਹੋਣਾ, ਗੂਗਲ ਤੇ ਪਈਆਂ ਹੋਈਆਂ ਚੀਜ਼ਾਂ ਆਹਲੂਵਾਲੀਆ ਸਾਹਿਬ ਇਹ ਉਤਰਦੀਆਂ ਨਹੀਂ ਹੁੰਦੀਆਂ, ਕਿਸੇ ਦੇ ਪਿਓ ਦਾ ਜ਼ੋਰ ਨਹੀਂ ਉੱਥੇ ਚੱਲਦਾ। ਜਦੋਂ ਇਲੈਕਸ਼ਨ 'ਚ ਖੜੇ ਹੋਵੋਗੇ ਤੁਹਾਡੇ ਵਿਰੋਧੀਆਂ ਨੇ ਇਹ ਵੀਡੀਓ ਕੱਢ ਕੇ ਨਾ ਇਹਦੇ ਪੋਸਟਰ ਬਣਾ ਕੇ ਤੁਹਾਡੇ ਖਿਲਾਫ ਯੂਜ਼ ਕਰਨੇ ਆ ਤੇ ਤੁਹਾਡੀਆਂ ਵੋਟਾਂ ਟੁੱਟ ਜਾਣਗੀਆਂ। ਤੁਸੀਂ ਨਾ ਐਸੇ ਪੰਗੇ ਲਓ ਤੇ ਤੁਹਾਡੇ ਮੂੰਹ ਤੋਂ ਤਾਂ ਗਾਲਾਂ ਫੱਬਦੀਆਂ ਨਹੀਂ। ਨਾਲੇ ਫਿਰ ਬੇਟੀ ਨੇ ਇੰਨੀ ਮਿਹਨਤ ਕੀਤੀ, ਤੁਹਾਨੂੰ ਪਤਾ ਕਿ ਜੱਜ ਬਣਨ ਵਾਸਤੇ ਤੁਹਾਡੇ ਸਾਹਮਣੇ ਰਾਤਾਂ ਨੂੰ ਉਹਨੇ ਪੜ੍ਹਾਈ ਕੀਤੀ ਹੋਣੀ, ਉਹ ਵਿਚਾਰੀ ਨੇ ਕਿੰਨੀ ਘਾਲਣਾ ਕਾਲੀ ਹੋਣੀ, ਤੇ ਹੁਣ ਜੱਜ ਲੱਗ ਗਈ, ਉਹਨੇ ਹੋਰ ਵੀ ਤਰੱਕੀ ਕਰਨੀ ਹੈ। ਨਾਲੇ ਉਹ ਵਿਆਹੀ ਗਈ ਹੈ, ਅਲੱਗ ਹੋ ਗਈ ਹੈ, ਤੁਸੀਂ ਕਿਉਂ ਉਹਨੂੰ ਕਿਸੇ ਪੰਗੇ 'ਚ ਪਾਉਣਾ ਚਾਹੁੰਦੇ ਹੋ? ਮੇਰੇ ਮਾਰੋ ਗੋਲੀ ਜਿਹੜੀ ਤੁਸੀਂ ਮਾਰਨੀ ਹੈ। ਜੇ ਤੁਸੀਂ ਬਦਮਾਸ਼ ਹੋ, ਤੁਸੀਂ ਬਹੁਤ ਵੱਡੇ ਬੰਦੇ ਹੋ, ਪੋਲੀਟੀਕਲੀ ਤੁਹਾਡੀ ਅਪਰੋਚ ਹੈ, ਅਰਬਾਂ ਰੁਪਈਆ ਕਰੋੜਾਂ ਰੁਪਈਆ ਤੁਹਾਡੇ ਕੋਲ ਹੈਗਾ, ਤਾਂ ਬੋਲ ਤਾਂ ਮੈਂ ਰਿਹਾ ਨਾ ਤੁਹਾਡੇ ਅਗੇਂਸਟ। ਤੁਸੀਂ ਬੇਟੀ ਦਾ ਕਿਉਂ ਨਾਮ ਯੂਜ਼ ਕਰਦੇ ਹੋ? ਮੈਂ ਖੇਤਾਂ 'ਚੋਂ ਹਲ ਚਲਾਉਂਦਾ ਉੱਠ ਕੇ ਇੱਥੇ ਨਹੀਂ ਆ ਗਿਆ, ਇਹ ਮੇਰੀ ਜੌਬ ਹੈ ਜਿਹੜੀ ਮੈਂ ਕਰਦਾ। ਮੈਂ ਵੀ ਲਾਅ ਗ੍ਰੈਜੂਏਟ ਹਾਂ, ਮੈਂ ਵੀ MSc ਫੋਰੈਂਸਿਕ ਸਾਇੰਸ ਹਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਪੜ੍ਹਿਆ ਹੋਇਆ। ਮੇਰੇ ਨਾਲ ਦੇ ਜਿਹੜੇ ਮੇਰੇ ਨਾਲ ਲਾਅ ਕਰਕੇ ਗਏ ਨੇ, ਘੱਟੋ ਘੱਟ 5 ਮੁੰਡਿਆਂ ਨੂੰ ਤਾਂ ਮੈਂ ਹੁਣ ਵੀ ਮਿਲਦਾ ਜਿਹੜੇ ਜੱਜ ਨੇ ਇਸ ਵੇਲੇ। ਹੋਰ ਕਿੰਨੇ ਕੁ ਹੋਣੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ, ਜਿਨ੍ਹਾਂ ਨਾਲ ਮੇਰਾ ਕੰਟੈਕਟ ਨਹੀਂ ਹੈਗਾ, ਮੈਨੂੰ ਨਹੀਂ ਪਤਾ। ਪਰ ਮੈਂ ਕਦੀ ਕਿਸੇ ਦਾ ਬੰਦੇ ਦਾ ਅੱਜ ਤੱਕ ਦੱਸਿਓ ਕਿ ਕਦੇ ਮੈਂ ਕਿਸੇ ਵੀਡੀਓ 'ਚ ਨਾਂ ਲਿਆ ਹੋਊਗਾ ਕਿ ਫਲਾਣੀ ਜਗ੍ਹਾ ਤੇ ਮੇਰੇ ਨਾਲ ਪੜ੍ਹਦਾ ਸੀ ਮੁੰਡਾ ਜੱਜ ਲੱਗਿਆ ਹੋਇਆ, ਜਾਂ ਮੈਂ ਉਹਦੀ ਫੋਟੋ ਵੀ ਪਾਈ ਹੋਵੇ। ਹੁਣ ਜਦੋਂ ਚੰਡੀਗੜ੍ਹ ਜਾਈਦਾ, ਗੋਲਫ ਕਲੱਬ ਜਾਈਦਾ, ਜਾਂ ਕਿਤੇ ਮੈਨੂੰ ਪਾਰਟੀ ਕਰਦੇ ਆ ਤਾਂ ਸਾਰੇ ਇਕੱਠੇ ਹੁੰਦੇ ਆ, ਮੈਂ ਕਦੇ ਉਹ ਪਾਰਟੀ ਦੀ ਫੋਟੋ ਵੀ ਸ਼ੇਅਰ ਨਹੀਂ ਕਰਦਾ ਕਿ ਕੌਣ ਬੰਦੇ ਕਿੱਥੇ ਜੱਜ ਲੱਗੇ ਨੇ। ਇਹਨਾਂ ਦਾ ਜਿਹੜਾ ਜੁਡੀਸ਼ਰੀ ਦਾ ਨਾ, ਇਹਨਾਂ ਸੀਕ੍ਰੇਟ ਥੋੜਾ ਕੰਮ ਹੁੰਦਾ ਕਿ ਇਹਨਾਂ ਦੀਆਂ ਚੀਜ਼ਾਂ ਬਾਹਰ ਹਾਈਲਾਈਟ ਨਹੀਂ ਕਰਨੀਆਂ ਚਾਹੀਦੀਆਂ। ਤੁਹਾਡੀ ਬੇਟੀ ਸਾਡੀ ਬੇਟੀ ਹੈ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਇਹ ਜਿਹੜਾ ਸਿੱਖ ਧਰਮ ਦੇ ਵਿੱਚ ਤਾਂ ਇਹਨੂੰ ਬਹੁਤ ਵੱਡਾ ਦਰਜਾ ਦਿੱਤਾ ਜਾਂਦਾ ਤੇ ਤੁਸੀਂ ਦਾਅਵੇ ਮਾਰਦੇ ਹੋ, ਇਹ ਤੁਹਾਨੂੰ ਬਹੁਤ ਮਹਿੰਗੇ ਪੈ ਜਾਣੇ ਆ। ਤੁਸੀਂ ਟਿਕੇ ਰਹੋ ਤੇ ਜਿਹੜਾ ਕੰਮ ਕਰਨਾ ਤੁਸੀਂ ਸੁਭਾਵਿਕ ਵਧੀਆ ਲੈਂਗੁਏਜ ਯੂਜ਼ ਕਰਕੇ ਵੀ ਦੇ ਸਕਦੇ ਹੋ। ਪਰ ਤੁਹਾਡੇ ਵਾਲਾ ਜਿਹੜਾ ਅਗਲਾ ਐਪੀਸੋਡ ਹੈ ਮੈਂ ਤੁਹਾਡੇ ਤੇ ਕਰੂੰਗਾ, ਤੁਹਾਡੀ ਉਹ ਵੀਡੀਓ ਰਿਕਾਰਡਿੰਗਸ ਮੇਰੇ ਕੋਲ ਹੈਗੀਆਂ। ਤੁਸੀਂ ਜਿਹੜੇ ਕੇਸ ਕਰਾਉਣੇ ਆ ਮੇਜਰ ਸਿੰਘ ਸੰਧੂ ਤੇ ਕੇਸ ਕਰਾਓ। ਉਹਨਾਂ ਨੂੰ, ਛੋਟੇ ਬੱਚਿਆਂ ਨੂੰ ਜਿਹੜੇ ਮੇਰੀ ਵੀਡੀਓ ਕੱਟ ਕੇ 4 ਪੈਸੇ ਬਣਾ ਲੈਂਦੇ YouTube ਤੋਂ, ਉਹਨਾਂ ਨੂੰ ਧਮਕੀਆਂ ਨਾ ਦਿਓ, ਇਹ ਵਾਜਬ ਨਹੀਂ ਹੈਗਾ। ਮਰਦੋਂ ਤੁਸੀਂ, ਮੈਚੋਰ ਬੰਦੇ ਹੋ, ਗਾਲੀ ਗਲੋਚ ਛੋਟੇ ਬੱਚਿਆਂ ਨੂੰ ਕਰਨਾ ਉਹ ਚੰਗਾ ਨਹੀਂ। ਤੇ ਤੁਸੀਂ ਕਹਿ ਰਹੇ ਹੋ ਮੇਜਰ ਸੰਧੂ ਨੂੰ ਮੈਂ ਲੱਭਦਾ ਹਾਂ। ਮੇਜਰ ਸੰਧੂ ਅੱਜ ਤੁਹਾਡੇ ਸਾਹਮਣੇ ਬੈਠਾ ਹੈ, ਤੁਹਾਨੂੰ ਗੱਲਾਂ ਦੇ ਨਾਲ, ਤੁਹਾਡੇ ਨਾਲ ਹੀ ਗੱਲਾਂ ਕਰ ਰਿਹਾ, ਤੇ ਤੁਸੀਂ ਜਿਹੜਾ ਬੰਬ ਚਲਾਉਣਾ ਉਹ ਚਲਾ ਲਿਓ। ਹਜੇ COVID-19 ਕਰਕੇ ਨਾ ਤਾਂ ਸਾਨੂੰ ਛੁੱਟੀਆਂ ਮਿਲਦੀਆਂ ਤੇ ਨਾ ਹੀ ਅਜੇ ਫਲਾਈਟਾਂ ਜਿਹੜੀਆਂ ਨਾਰਮਲ ਹੋਈਆਂ। ਤੇ ਜਦੋਂ ਅਸੀਂ ਆਵਾਂਗੇ, ਤੁਹਾਡਾ ਨਾਮ ਮੈਂ ਡਾਇਰੀ ਤੇ ਲਿਖ ਲਿਆ, ਸਭ ਤੋਂ ਪਹਿਲਾ ਫੋਨ 에ਅਰਪੋਰਟ ਤੋਂ ਉਤਰ ਕੇ ਤੁਹਾਨੂੰ ਕਰੂੰਗਾ ਤੇ ਪਟਿਆਲੇ ਮੈਂ ਤੁਹਾਨੂੰ ਮਿਲਣ ਵਾਸਤੇ ਆਉਂਗਾ। ਮੈਨੂੰ ਸਾਹਮਣੇ ਬਿਠਾ ਕੇ ਜੇ ਤੁਸੀਂ ਗਾਲਾਂ ਕੱਢਣੀਆਂ ਹੋਈਆਂ, ਮੇਰੇ ਗੋਲੀ ਮਾਰਨੀ ਹੋਈ ਜਾਂ ਮੇਰੇ ਡਾਂਗ ਮਾਰਨੀ ਹੋਈ, ਤੁਸੀਂ ਮਾਰਿਓ। ਮੈਂ ਐਸਾ ਚੋਰ ਨਹੀਂ ਕਿ ਮੈਂ ਤੁਹਾਡੇ ਤੋਂ ਭੱਜ ਜਾਊਂਗਾ, ਮੈਂ ਤੁਹਾਡੇ ਸਾਹਮਣੇ ਆ ਕੇ ਬੈਠ ਕੇ ਗੱਲਾਂ ਕਰੂੰਗਾ। ਪਰ ਜਿਸ ਬੰਦੇ ਪਿੱਛੇ ਤੁਸੀਂ ਬੈਰ ਪਾ ਰਹੇ ਹੋ ਜਾਂ ਇੰਨਾ ਖੱਪ ਰਹੇ ਹੋ, ਸੜ ਰਹੇ ਹੋ, ਆਪਣੇ ਆਪ ਨੂੰ ਦੁਖੀ ਕਰ ਰਹੇ ਹੋ, ਆਪਣੀ ਕੁੜੀ ਦੀ ਨੌਕਰੀ ਨੂੰ ਦਾਅ ਤੇ ਲਾ ਰਹੇ ਹੋ, ਤੇ ਉਹ ਹੋ ਸਕਦਾ ਹੈ ਕਿ ਕੱਲ ਨੂੰ ਉਹਨਾਂ ਨਾਲ ਵੀ ਫਰਕ ਪੈ ਜਾਏ। ਹੁਣ ਤੁਹਾਡੇ ਕਿੰਨੇ ਨੇੜਲੇ ਬੰਦੇ ਸੀ ਜਿਨ੍ਹਾਂ ਤੋਂ ਤੁਸੀਂ ਚੈਨਲ ਚਲਾਉਣ ਵਾਸਤੇ ਪੈਸੇ ਲਏ ਤੇ ਅੱਜ ਉਹਨਾਂ ਦੇ ਪੈਸੇ ਮੋੜੇ ਨਹੀਂ, ਤੇ ਉਹਨਾਂ ਨਾਲ ਵੀ ਤੁਹਾਡੀ ਖਟਾਸ ਹੋ ਗਈ, ਉਹਨਾਂ ਨਾਲ ਵੀ ਤੁਹਾਡੀ ਨਾਰਾਜ਼ਗੀ ਹੋ ਗਈ।
ਕੱਲ ਨੂੰ ਹੋਰ ਤੁਹਾਡੇ ਨੇੜੇ ਆਉਣਗੇ, ਬਹੁਤ ਦੋਸਤ ਹੋਣਗੇ, ਕਿਤੇ ਨਾ ਕਿਤੇ ਜਿਹੜੇ ਇਹ ਵਿਘਨ ਪੈ ਜਾਂਦੇ ਹੁੰਦੇ ਆ। ਸੋ ਅਗਲੇ ਐਪੀਸੋਡ ਦੇ ਵਿੱਚ ਲਾਭ ਸਿੰਘ ਆਹਲੂਵਾਲੀਆ ਜੀ ਮੈਂ ਪੂਰਾ ਐਪੀਸੋਡ ਤੁਹਾਡੇ ਤੇ ਹੀ ਕਰੂੰਗਾ ਤੇ ਅਗਲੇ ਐਪੀਸੋਡ ਤੱਕ ਤੁਸੀਂ ਵੇਟ ਕਰਿਓ। ਇਹ ਜਿਹੜੀ ਹੈ ਵੀਡੀਓ ਕੱਟ ਕੇ ਜਿਹਨੇ YouTube ਤੇ ਚੜਾਉਣੀ ਹੈ ਉਹ ਚੜਾ ਸਕਦਾ ਹੈ। ਨੈਂਸੀ ਘੁੰਮਣ ਜੀ ਤੁਹਾਨੂੰ ਸਲਾਹ ਦਊਂਗਾ ਕਿ ਥਾਣਿਆਂ 'ਚ ਰਿਪੋਰਟਾਂ ਛੋਟੇ ਛੋਟੇ ਬੱਚਿਆਂ ਤੇ ਕਰਾ ਕੇ ਉਹਨਾਂ ਨੂੰ ਨਾ ਦਬਾਓ ਧਮਕਾਓ। ਇਹ ਚੀਜ਼ ਮੈਂ ਕਰ ਰਿਹਾ, ਮੈਂ ਤੁਹਾਨੂੰ ਸਲਾਹ ਹੀ ਦੇ ਰਿਹਾ, ਮੈਂ ਤੁਹਾਡੇ ਕੋਈ ਡਾਂਗ ਨਹੀਂ ਮਾਰ ਰਿਹਾ, ਮੈਂ ਤੁਹਾਨੂੰ ਦੱਸ ਰਿਹਾ ਕਿ ਪ੍ਰੋਪਰ ਪ੍ਰੋਸੀਜਰ ਕੀ ਹੈ। ਤੇ ਜੇ ਨਹੀਂ ਪਤਾ, ਤੁਹਾਡੀ ਇੰਨੀ ਨੇੜਤਾ SP ਉਬਰਾਏ ਸਾਹਿਬ ਨਾਲ ਜਿਹੜੇ ਵਰਲਡ ਵਾਈਡ ਟਰਸਟ ਚਲਾਉਂਦੇ ਆ, ਤੁਸੀਂ ਉਹਨਾਂ ਨਾਲ ਬੈਠ ਕੇ ਇਹ ਗੱਲ ਕਰ ਲਿਆ ਕਰੋ। ਮਿਲਦੇ ਤਾਂ ਹੋਣੇ ਹੀ, ਤੁਸੀਂ ਘੰਟਿਆਂ ਬੱਧੀ ਟਾਈਮ ਵੀ ਸਪੈਂਡ ਕਰਦੇ ਹੋਣੇ ਸਵੇਰੇ ਸ਼ਾਮੀ ਕਿਤੇ ਵੀ, ਤੇ ਤੁਸੀਂ ਇਹ ਚੀਜ਼ ਪੁੱਛ ਸਕਦੇ ਹੋ ਉਹਨਾਂ ਨੂੰ ਕਿ ਜੀ ਮੈਂ ਰਜਿਸਟ੍ਰੇਸ਼ਨ ਨਹੀਂ ਕਰਾਈ ਤੇ ਇਹਦੇ ਜਿਹੜੇ ਡਾਇਰੈਕਟਰ ਨੇ ਉਹ ਕਿਵੇਂ ਲਏ ਜਾਂਦੇ ਆ, ਇਹਦੇ ਜਿਹੜੇ ਦੂਜੇ ਬੰਦੇ ਨੇ ਉਹ ਕਿਵੇਂ ਲਏ ਜਾਂਦੇ ਆ, ਕਿਸ ਤਰ੍ਹਾਂ ਇਹਨੂੰ ਰਜਿਸਟ੍ਰੇਸ਼ਨ ਕਰਾਉਣਾ, ਕਿਸ ਤਰ੍ਹਾਂ ਇਹਨੂੰ ਚਲਾਉਣਾ, ਕਿਸ ਤਰ੍ਹਾਂ ਇਹਦਾ ਅਕਾਊਂਟ ਨੰਬਰ ਲੈਣਾ, ਇਹ ਸਾਰੀਆਂ ਚੀਜ਼ਾਂ ਉਹ ਤੁਹਾਨੂੰ ਦੱਸ ਦੇਣਗੇ। ਜੇ ਨਾ ਹੋਏ ਤਾਂ ਤੁਸੀਂ ਪਲੀਜ਼ ਮੈਨੂੰ ਮੈਸੇਜ ਕਰ ਲੈਣਾ ਫੇਸਬੁੱਕ ਦੇ ਉੱਤੇ, ਮੈਂ ਤੁਹਾਨੂੰ ਪੂਰਾ ਡਾਟਾ ਭੇਜ ਦੂੰਗਾ ਕਿ ਹਾਊ ਟੂ ਰਜਿਸਟਰ ਐਨ NGO and what are the documents required and how to get the permission from authority where you already working. So whatever you need, I will be there for you to help you. I don't want you to get in any trouble because of these fraud NGOs, है ना। ਤੇ ਲੋਕਾਂ ਦਾ ਪੈਸਾ ਜਿਹੜਾ ਪਬਲਿਕ ਦਾ ਇਕੱਠਾ ਕਰਨਾ ਹੁੰਦਾ ਨਾ, ਉਹਦਾ ਹਿਸਾਬ ਕਿਤਾਬ ਪਬਲਿਕ ਨੂੰ ਦੇਣਾ ਪੈਂਦਾ। ਹੋਰ ਬਹੁਤ ਬਿਜ਼ਨਸ ਨੇ ਜਿਨ੍ਹਾਂ ਦੇ ਨਾਲ ਤੁਸੀਂ ਪੈਸੇ ਕਮਾਉਂਦੇ। NGO ਨਾਲ ਕਿਉਂ ਮੱਥਾ ਮਾਰਦੇ ਹੋ? ਇੱਕ ਪਾਸੇ ਤੁਸੀਂ ਕਹਿੰਦੇ ਹੋ ਜਗ੍ਹਾ ਨਹੀਂ ਹੈਗੀ, ਦੂਜੇ ਪਾਸੇ ਤੁਹਾਡੇ ਕੋਲ ਕੋਈ ਥਾਂ ਨਹੀਂ, ਕਿਰਾਏ ਤੇ ਮਕਾਨ ਲਿਆ, ਤੇ ਆਹ ਪੰਗੇ ਤੁਸੀਂ, ਮੇਰਾ ਖਿਆਲ ਹੈ ਕਿ ਇਟ ਇਜ਼ ਨਾਟ ਯੋਰ ਕੱਪ ਆਫ ਟੀ। ਐਨੀਵੇ ਆਈ ਵਿਲ ਐਂਡ ਇਟ ਹੀਅਰ ਕਿਉਂਕਿ ਬਹੁਤ ਵੱਡੀ ਹੋ ਗਈ। ਅਦਰਵਾਈਜ਼ ਤਾਂ ਮੈਂ ਲਾਭ ਸਿੰਘ ਆਹਲੂਵਾਲੀਆ ਤੇ ਵੀ ਅੱਜ ਮੈਂ ਕਰਨਾ ਸੀ, ਉਹਦੇ ਵੀ ਮੈਂ ਡਾਕੂਮੈਂਟ ਪੂਰੇ ਲੈ ਕੇ ਆਇਆ ਸੀ, ਉਹਨਾਂ ਦੇ ਖੁਲਾਸੇ ਲੈ ਕੇ ਆਇਆ ਸੀ ਕਿ ਬੜੀਆਂ ਗਾਲਾਂ ਕੱਢ ਰਹੇ ਨੇ ਮੈਨੂੰ, ਬੜੀਆਂ ਧਮਕੀਆਂ ਦੇ ਰਹੇ ਨੇ, ਇਹ ਵੀ ਕਹਿ ਰਹੇ ਨੇ ਮੈਂ ਕੇਸ ਕਰਾ ਦੂੰ। ਮੈਂ ਤਾਂ ਕਹਿੰਦਾ ਕਿ ਹਰੇਕ ਡਿਸਟ੍ਰਿਕਟ ਕੋਰਟ ਦੇ ਵਿੱਚ, ਹਰੇਕ ਮੈਜਿਸਟ੍ਰੇਟ ਕੋਰਟ ਦੇ ਵਿੱਚ ਤੁਸੀਂ ਮੇਰੇ ਖਿਲਾਫ ਕੇਸ ਕਰਵਾਓ, ਤੁਹਾਡੇ ਕੋਲ ਖੁੱਲੀ ਛੁੱਟੀ ਹੈ, ਕਿਉਂਕਿ ਇਹ ਤੁਹਾਡੇ ਰਾਈਟ ਨੇ ਤੇ ਮੈਂ ਆਪੇ ਭੁਗਤ ਲੂੰਗਾ। ਇਹ 'ਚ ਕੋਈ ਚਿੰਤਾ ਵਾਲੀ ਗੱਲ ਨਹੀਂ। ਤੁਸੀਂ ਬੱਚਿਆਂ ਨੂੰ ਪਰੇਸ਼ਾਨ ਨਾ ਕਰੋ। ਕਦੇ SSP ਦਾ ਦਬਕਾ ਮਰਾਉਂਦੇ ਹੋ, ਕਦੇ ਥਾਣੇਦਾਰ ਦਾ ਦਬਕਾ ਮਰਾਉਂਦੇ ਹੋ, ਕਦੇ ਤੁਸੀਂ ਕਿਸੇ ਹੋਰ ਦਾ ਦਬਕਾ ਮਰਾਉਂਦੇ ਹੋ, ਕਦੇ ਤੁਸੀਂ ADGP ਕ੍ਰਾਈਮ ਦਾ ਕਹਿ ਕੇ ਉਹਨੂੰ ਫੋਨ ਕਰਾਉਂਦੇ ਹੋ। ਕਿਉਂ ਜਿਉਣਾ ਹਰਾਮ ਕੀਤਾ ਉਹਨਾਂ ਦਾ? ਜਿਹੜੀ ਟੱਕਰ ਮਾਰਨੀ ਹੈ ਸਿੱਧੀ, ਮੈਂ ਗੱਲ ਕਰ ਰਿਹਾ। ਅੱਛਾ, ਮੈਂ ਗੱਲਾਂ ਹੀ ਕਰ ਰਿਹਾ, ਤੁਸੀਂ ਗੱਲਾਂ ਦੇ ਵਿੱਚ ਜਵਾਬ ਦੇ ਸਕਦੇ ਹੋ। ਤੜਫਣ ਦੀ ਕਿਹੜੀ ਲੋੜ ਹੈ? ਡਾਂਗਾ ਉਹ ਮਾਰਦਾ ਹੁੰਦਾ, ਗੱਲਾਂ ਬਾਤਾਂ ਉਹ ਬੰਦਾ ਕਰਦਾ ਹੁੰਦਾ, ਔਰ ਗਾਲਾਂ ਉਹ ਕੱਢਦਾ ਹੁੰਦਾ ਜਿਹਦੇ ਕੋਲ ਗੱਲਾਂ ਦਾ ਜਵਾਬ ਨਹੀਂ ਹੁੰਦਾ। ਸੋ ਮੇਰੀਆਂ ਗੱਲਾਂ ਕੰਟੀਨਿਊਸ ਰਹਿਣਗੀਆਂ। ਜਿਹੜਾ ਵੀ ਮੇਰੇ ਕੋਲੇ ਸਾਧਨ ਹੋਊਗਾ ਸੋਸ਼ਲ ਮੀਡੀਆ ਦਾ, YouTube, Facebook, ਮੈਂ ਯੂਜ਼ ਕਰੂੰਗਾ, ਕਿਉਂਕਿ ਇਹ ਪਬਲਿਕ ਦੀਆਂ ਗੱਲਾਂ ਨੇ, ਪਬਲਿਕ ਜਾਣਨਾ ਚਾਹੁੰਦੀ ਹੈ। ਮੇਰੇ ਤੁਹਾਡੇ ਨਾਲ ਕੀ ਕਨੈਕਸ਼ਨ ਨੇ? ਮੇਰੇ ਕੋਲ ਤਾਂ ਜਿਹੜੀਆਂ ਚੀਜ਼ਾਂ ਹੁੰਦੀਆਂ, ਪ੍ਰੂਫ ਹੁੰਦੇ ਆ, ਉਹਨੂੰ ਬੇਸ ਬਣਾ ਕੇ ਮੈਂ ਗੱਲ ਕਰਦਾ। ਜੇ ਤੁਹਾਡੇ ਕੋਲੇ ਕੋਈ ਹੈਗੇ ਹੈ ਕਿ ਆਹ ਚੀਜ਼ਾਂ ਠੀਕ ਨਹੀਂ ਹੈਗੀਆਂ, ਤੁਸੀਂ ਜਵਾਬ ਦਿਓ। ਐਨੀਵੇ ਅੱਜ ਇੰਨਾ ਹੀ। ਅਗਲੇ ਐਪੀਸੋਡ ਦੇ ਵਿੱਚ ਆਪਾਂ ਫੇਰ ਖੁਲਾਸਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।